ਦੇਸ਼ ਭਰ ਦੇ ਵਿੱਚ 15 ਅਗਸਤ ਨੂੰ ਲੈ ਕੇ ਆਜ਼ਾਦੀ ਦੀਆਂ ਖੁਸ਼ੀਆਂ ਮਨਾਈਆਂ ਜਾ ਰਹੀਆਂ ਨੇ ਕਿ ਇਹਨਾਂ ਖੁਸ਼ੀਆਂ ਦੇ ਵਿੱਚ ਅਸੀਂ ਸ਼ਰੀਕ ਹੋ ਸਕਦੇ ਹਾਂ ਜਾਂ ਨਹੀਂ ਹੋ ਸਕਦੇ। ਕਿ ਪੰਜਾਬ ਦੇ ਲੋਕਾਂ ਦੇ ਲਈ ਇਹ ਆਜ਼ਾਦੀ ਦਿਹਾੜਾ ਕੀ ਮਾਇਨੇ ਰੱਖਦਾ ਹੈਗਾ। ਇਸ ਵੇਲੇ ਐਜ਼ ਆਫ ਨਾਓ ਅੱਜ ਦੀ ਮੈਂ ਗੱਲ ਕਰਾਂ, ਇਸ ਸਾਲ ਖਾਸ ਕਰਕੇ ਆਜ਼ਾਦੀ ਦੀ ਸਾਨੂੰ ਖੁਸ਼ੀ ਚਲੋ ਦਿਲ ਵਿੱਚ ਹੈ, ਪਰ ਖੁਸ਼ੀ ਮਨਾਣੀ ਤਾਂ ਬਿਲਕੁਲ ਬੰਦੀ ਨਹੀਂ। ਤੁਹਾਡੇ ਗਲੀ ਮੁਹੱਲੇ ਦੇ ਵਿੱਚ ਨਾਲ ਇਮੀਡੀਏਟ ਨੇਬਰ ਦੇ ਘਰ ਕੋਈ ਦੁੱਖ ਸੁੱਖ ਹੋ ਜਾਏ, ਹੈ ਨਾ, ਕੁਝ ਮਾੜੀ ਹੋ ਜਾਏ, ਤਾਂ ਤੁਸੀਂ ਦੱਸੋ ਆਪਣੇ ਘਰ ਕੋਈ ਖੁਸ਼ੀ ਮਨਾ ਸਕਦੇ ਹੋ? ਜੇ ਖੁਸ਼ੀ ਪਹਿਲੀ ਗੱਲ ਤਾਂ ਮਨਾ ਨਹੀਂ ਸਕਦੇ, ਜੇ ਮਨਾਓਗੇ ਤਾਂ ਤੁਸੀਂ ਫਿਰ ਇਨਸਾਨ ਵਾਲੀ ਗੱਲ ਨਹੀਂ ਬਣਦੇ। ਤੁਹਾਡਾ ਇਸ਼ਾਰਾ ਮਨੀਪੁਰ ਵਾਲੀ ਘਟਨਾ ਵੱਲ। ਐਬਸੋਲੂਟਲੀ ਹਿਟਿੰਗ ਨੇਲ ਔਨ ਦਾ ਹੈਡ। ਮਨੀਪੁਰ ਸੈਸ਼ਨ ਸ਼ੁਰੂ ਹੋਇਆ, ਜਨਾਬ ਆਏ ਨਹੀਂ, ਮੈਂ ਰਿਪੀਟ ਕਰਨ ਲਈ ਜਨਾਬ ਆਏ ਨਹੀਂ, ਸ਼ਹਿਨशाह ਆਏ ਨਹੀਂ। ਅੱਛਾ ਜੇ ਆਏ ਵੀ ਨੇ ਤਾਂ ਲੁੱਕ ਐਟ ਦੈਟ, ਆ ਕੇ ਜਿਹਨਾਂ ਨੇ ਤੇ ਉਹ ਕਰ ਦਿੱਤਾ ਹਾਲ, ਯਾਰ ਉੱਥੇ ਲੋਕੀ ਮਰਨ ਡੇ ਨੇ, ਜਲਣ ਡੇ ਨੇ, ਮਤਲਬ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੋਂ ਲੈ ਕੇ ਪ੍ਰੈਗਨੈਂਟ ਵੂਮਨ, ਮਤਲਬ ਇਦੋਂ ਜ਼ਿਆਦਾ ਮੈਨੂੰ ਲੱਗਦਾ ਨਰਕ ਚ ਅਤਿਆਚਾਰ। ਰਾਹੁਲ ਗਾਂਧੀ ਦੇ ਅਸੀਂ ਬਿਆਨ ਸੁਣੇ ਨੇ, ਅਸੀਂ ਕਿਸੇ ਦਾ ਪੱਖ ਨਹੀਂ ਘੂਰਦੇ, ਪਰ ਸਿੱਧੀ ਜਿਹੜੀ ਗੱਲ ਹੈਗੀ ਹੈ ਉਹਨਾਂ ਨੇ ਕਿਹਾ ਕਿ ਮਨੀਪੁਰ ਦੇ ਵਿੱਚ ਤੁਸੀਂ ਸਾਡੀ ਜਿਹੜੀ ਭਾਰਤ ਮਾਤਾ ਉਹਦਾ ਕਤਲ ਕੀਤਾ ਹੈਗਾ, ਤੁਸੀਂ ਉੱਥੇ ਜਿਹੜੇ ਹਾਲਾਤ ਬਣਾਏ ਨੇ, ਤੁਸੀਂ ਮੇਰੀ ਮਾਂ ਦਾ ਕਤਲ ਕੀਤਾ, ਇਦਾਂ ਦੀਆਂ ਉਹਨਾਂ ਨੇ ਟਿੱਪਣੀ ਕੀਤੀ। ਜਿਹੜੀ ਭਾਵਨਾ ਦੇ ਵਿੱਚ ਬਹਿ ਕੇ ਬੰਦਾ ਕਰਦਾ ਹੈਗਾ, ਤਾਂ ਉੱਥੇ ਮੈਨੂੰ ਲੱਗਦਾ ਸੀਗਾ ਕਿ ਕੋਈ ਸਟੀਕ ਜਵਾਬ ਆਉਣਾ ਚਾਹੀਦਾ ਸੀ ਜਿਹੜੀ ਸੱਤਾ ਧਿਰ ਹੈਗੀ ਆ, ਪਰ ਉਹ ਉਹਨਾਂ ਦੀਆਂ ਐਗਜ਼ਾਮਪਲਾਂ ਗਣਾਉਣ ਲੱਗ ਪਏ ਵੀ ਤੁਸੀਂ 1990 ਚ ਆਹ ਕੀਤਾ ਸੀ, ਤੁਸੀਂ 1984 ਚ ਆਹ ਕੀਤਾ ਸੀ। ਅੰਗਰੇਜ਼ੀ ਕਹਾਵਤ ਹੈ ਕਿ ਵੈਨ ਆਰਗੂਮੈਂਟ ਇਜ਼ ਲਾਸਟ ਸਰੈਂਡਰ ਇਜ਼ ਟੂਲ ਆਫ ਦਾ ਫੂਲ। ਇਹ ਕਹਿੰਦਾ ਮਤਲਬ ਜਦੋਂ ਤੁਹਾਡੇ ਕੋਲ ਕੋਈ ਆਪਣਾ ਤਰਕ ਨਾ ਰਹਿ ਜਾਣਾ, ਫਿਰ ਤੁਸੀਂ ਜੱਬਲੀਆਂ ਮਾਰਨਾ। ਤੁਹਾਨੂੰ 10 ਸਾਲ ਮੌਕਾ ਦਿੱਤਾ ਹੈ ਕਿ ਜਿਹੜੀਆਂ ਪੁਰਾਣੀਆਂ, ਤਾਂ ਹੀ ਤਾਂ ਤੁਹਾਨੂੰ ਆਉਂਦਾ ਸੀ ਨਾ ਕਿ ਪੁਰਾਣੇ ਗਲਤੀਆਂ ਕਰਦੇ ਰਹੇ, ਤਾਂ ਹੀ ਤੁਹਾਨੂੰ ਇੰਨੀ ਪਹਿਲੀ ਵਾਰ 'ਚ ਮੈਜੋਰਿਟੀ ਦੇ ਦਿੱਤੀ, ਦੂਜੀ ਵਾਰੀ ਉਦੋਂ ਜ਼ਿਆਦਾ ਮੈਜੋਰਿਟੀ ਦੇ ਦਿੱਤੀ। ਅਰੇ ਤੁਸੀਂ ਅਜੇ ਵੀ ਪਿਛਲੇ ਗੇੜ 'ਚ ਫਸੇ ਪਏ ਹੋ। ਮਤਲਬ ਜਿਹੜੀ ਕਿ ਮਤਲਬ ਇਹਨਾਂ ਦੀ ਮੂਰਖਤਾ, ਇਹਨਾਂ ਦੇ ਦਿਮਾਗ ਦਾ ਖਾਲੀਪਨ ਵਿਖਾਉਂਦੀ ਹੈ। ਜਦੋਂ ਮਨੀਪੁਰ ਦੀ ਗੱਲ ਹੁੰਦੀ ਹੈ, ਇਹ ਹੋ ਜਾਂਦੇ ਨੇ ਜੀ ਸਾਡਾ ਕੀ ਕਹਿੰਦਾ ਰਾਜਸਥਾਨ 'ਚ 2 ਕੁੜੀਆਂ ਨਾਲ ਨਹੀਂ ਹੋਇਆ ਜਾਂ ਇੱਧਰ ਉੱਧਰ ਦੀ ਬਣ ਹੈ। ਯਾਰ ਮੈਂ ਨਾ ਮੂਰਖਾਂ ਨੂੰ ਮੈਂ ਪੁੱਛਣਾ, ਇੱਕ ਕਾਰ ਦਾ ਐਕਸੀਡੈਂਟ ਹੁੰਦਾ, ਠੀਕ ਹੈ, ਇੱਕ ਬੰਦੇ ਦਾ ਸਿਰ ਫਟ ਜਾਂਦਾ, ਦੂਜੇ ਦੀ ਬਾਂਹ ਦੇ ਵਿੱਚ ਛਿੱਲ ਪੈਂਦੀ ਹੈ, ਤੀਜੇ ਦੇ ਇੱਥੇ ਝਰੀਟ ਲੱਗਦੀ ਹੈ, ਤੁਸੀਂ ਕਿਹਨੂੰ ਪਹਿਲਾਂ ਵੇਖੋਗੇ? ਅਰੇ ਜਦੋਂ ਸਿਰ ਫਟਿਆ ਉਹਨੂੰ ਵੇਖੋਗੇ ਨਾ। ਤੁਸੀਂ ਜਦੋਂ ਜੁਆਇਨ ਕੀਤੀ ਸੀ ਮਰਚੈਂਟ ਨੇਵੀ, ਉਦੋਂ ਕੀ ਸੋਚ ਸੀ ਤੁਹਾਡੀ, ਕੀ ਮਨ ਦੇ ਵਿੱਚ ਲੈ ਕੇ ਕਿਸ ਤਰੀਕੇ ਨਾਲ ਤੁਸੀਂ ਜੁਆਇਨ ਕੀਤਾ? ਨੇਵੀ ਦਾ ਇਸ ਵੇਲੇ ਉਹ ਸੀ ਕਿ ਉਦੋਂ ਰਿਕੁਆਇਰਮੈਂਟ ਸਭ ਤੋਂ ਜ਼ਿਆਦਾ ਸੀ। ਉਦੋਂ ਤੁਹਾਨੂੰ ਇਫ ਯੂ ਰਿਮੈਂਬਰ ਫੋਰਨ ਐਕਸਚੇਂਜ ਦਾ ਉਹ ਇੰਨਾ ਵੱਡਾ ਪੰਗਾ ਸੀ ਨਾ ਇੰਡੀਆ 'ਚ, $1 'ਚ 10 ਰੁਪਏ ਦਾ ਹੁੰਦਾ ਸੀ, ਮਾਰਕੀਟ 25 ਰੁਪਏ ਦਾ ਵਿਕਦਾ ਸੀ। ਇੰਨੀ ਫੋਰਨ ਐਕਸਚੇਂਜ ਦੀ ਕਮੀ ਸੀ। ਤਾਂ ਦਿਸ ਵਾਜ਼ ਵਨ ਲਾਈਨ ਕਿ ਕਿਸੇ ਮੁਲਕ ਨੇ ਵੀ ਜੇ ਪ੍ਰੋਗਰੈਸ ਕਰਨੀ ਹੈ ਉਹ ਤਾਂ ਹੀ ਕਰ ਸਕਦਾ ਜੇ ਉਹਦਾ ਟ੍ਰੇਡ ਚੰਗਾ ਹੋਏ, ਉਹਦਾ ਵਪਾਰ ਚੰਗਾ ਹੋਏ। ਤੇ ਵਪਾਰ ਸਮੁੰਦਰੀ ਰਾਹ ਤੁਸੀਂ ਅੰਦਾਜ਼ਾ ਵੀ ਨਹੀਂ ਲਾ ਸਕਦੇ। ਇੱਥੇ ਮਾੜੀ ਜਿਹੀ ਹਵਾ ਚੱਲੇ ਤੇ ਉਹ ਜਦੋਂ ਕੀ ਛਤਰੀਆਂ ਉੱਡਣ ਲੱਗਦੀਆਂ ਤੇ ਬੰਦੇ ਅੰਦਰ ਵੜ ਜਾਂਦੇ ਨੇ। ਉਦੋਂ ਉਹ ਜਹਾਜ਼ ਮਤਲਬ ਕਹਿੰਦੇ ਕਿ ਮਤਲਬ 3, 4, 5 ਦਿਨ ਚੱਲਣਾ ਤੇ ਤੁਸੀਂ ਨਾ ਸੌ ਨਹੀਂ ਸਕਦੇ, ਤੁਸੀਂ ਖਾ ਨਹੀਂ ਸਕਦੇ, ਕਿਉਂਕਿ ਜਹਾਜ਼ ਨੇ ਇੰਝ ਘੁੰਮਣਾ, ਕੋਈ ਇੱਧਰ ਦੀ ਚੀਜ਼ ਉੱਧਰ ਦੀ ਚੀਜ਼, ਤੇ ਤੁਸੀਂ ਉਹ ਵੀ ਚੀਜ਼ਾਂ ਸਰਵਾਈਵ ਕਰਨੀਆਂ। ਪਰ ਇੱਕ ਚਰਚਾ ਚੱਲਦੀ ਹੈ, ਕਹਿੰਦੇ ਕਿ ਅਸੀਂ ਗੋਰੇ ਹੁਕਮਰਾਨਾਂ ਤੋਂ ਨਿਕਲ ਕੇ ਅਸੀਂ ਚਿੱਟੇ ਕੱਪੜਿਆਂ ਵਾਲਿਆਂ ਦੇ ਹੁਕਮਰਾਨਾਂ ਦੇ ਹੱਥਾਂ 'ਚ ਚੜ੍ਹ ਗਏ ਹਾਂ। ਇਹ ਵੀ ਸਾਡੇ ਨਾਲ ਉਸੇ ਤਰੀਕੇ ਨਾਲ ਵਤੀਰਾ ਕਰ ਰਹੇ। ਤੁਸੀਂ ਵੀ ਇਹ ਚੀਜ਼ਾਂ ਕੰਪੈਰੀਜ਼ਨ ਕਰਕੇ ਦੇਖਦੇ ਹੋ ਕਿ ਕਿੱਥੇ ਅਸੀਂ ਜਾਣਾ ਸੀ, ਕਿੱਥੇ ਅਸੀਂ ਪਹੁੰਚ ਗਏ। ਮਾਂ ਪਿਓ ਨੇ ਆਪਣਾ ਢਿੱਡ ਕੱਟ ਕੇ ਮੁੰਡਾ ਪੜ੍ਹਾ ਲਿਆ, ਮੁੰਡੇ ਨੂੰ ਨੌਕਰੀ ਵੀ ਲਵਾਤੀ, ਔਰ ਮੁੰਡਾ ਫਿਰ ਬਾਅਦ ਨਲਾਇਕ ਨਿਕਲ ਆਇਆ। ਇਹ ਸਾਡੇ ਮੁਲਕ ਨਾਲ ਹੋਇਆ। ਸਰ ਤੁਸੀਂ ਇਹ ਸਾਰਾ ਮਾਹੌਲ ਦੇਖਿਆ ਹੈਗਾ 47 ਦੀ, ਜਦੋਂ ਅਸੀਂ ਗੱਲ ਕਰ ਰਹੇ ਤਾਂ ਉਹਦੀਆਂ ਚੀਜ਼ਾਂ ਵੀ ਤੁਹਾਡੇ ਤੱਕ ਪਹੁੰਚੀਆਂ ਹੋਣੀਆਂ। ਪਰ 100% ਮੇਰੀ ਤਾਂ ਫੈਮਿਲੀ ਯਾਰ, ਸਾਡੇ ਤੇ ਮੈਂ ਤਾਂ ਚਲੋ ਲੱਕੀ ਇੱਧਰ ਫਾਦਰ ਆਰਮੀ ਸੀ ਤੇ ਮੈਂ ਇੱਧਰ ਜੰਮਿਆ, ਪਰ ਮੇਰੇ ਦਾਦਾ ਨਾਨਾ ਸਾਰੇ ਉਹਨਾਂ ਦੀ ਲਾਸ਼ਾਂ ਦੇ ਉੱਤੋਂ ਆਏ ਸੀ। ਪਰ ਪੰਜਾਬ ਦੇ ਸਿਰ ਤੇ ਆਪਣਾ ਦੇਸ਼ ਉੱਠਿਆ ਕਿਵੇਂ? 47 ਚ ਹੋਏ, 61 ਚ ਵਾਰ ਲੱਗੇ। ਫਿਰ ਪੰਡਿਤ ਨਹਿਰੂ ਜੀ ਨੇ, ਚਲੋ ਮੈਂ ਉਹ ਕਹੋਗੇ ਪੁਰਾਣੇ, ਉਹਨਾਂ ਨੇ ਬਾਈ ਸਿੱਧੇ ਵੀ ਸਾਡੇ ਲੋਕਾਂ ਦੇ ਅੱਗੇ ਕੀਤਾ ਵੀ ਵੀ ਨੀਡ ਹੈਲਪ, ਮਦਦ ਚਾਹੀਦੀ ਆ ਫੌਜ ਦੇ ਲਈ। ਹਾਂ ਕਿ ਬਾਈ ਬਾਰਡਰ ਸੁਰੱਖਿਆ ਕਰਨੀ ਹੈ, ਅਸੀਂ ਇੱਕ ਫੋਰਸ ਬਣਾ ਰਹੇ ਹਾਂ। ਉਸ ਵੇਲੇ 263 ਕਰੋੜ ਆਲ ਇੰਡੀਆ ਤੋਂ ਇਕੱਠਾ ਹੋਇਆ ਸੀ। ਸੁਣਨ ਵਾਲੀ ਗੱਲ ਹੈ, 263 ਆਲ ਇੰਡੀਆ ਤੋਂ ਇਕੱਠਾ ਆਇਆ ਸੀ, ਤਾਂ ਅਰਾਊਂਡ 250 ਕਰੋੜ ਸਿਰਫ ਪੰਜਾਬ 'ਚ ਆਇਆ ਸੀ। 100 ਕਿਲੋ ਸੋਨਾ ਇਕੱਠਾ ਹੋਇਆ ਸੀ ਨਾ ਆਲ ਇੰਡੀਆ 'ਚੋਂ, ਤੇ 95 ਕਿਲੋ ਪੰਜਾਬ 'ਚੋਂ ਆਇਆ ਸੀ, ਉਜੜੇ ਪੰਜਾਬ। ਸਾਡੇ ਨਾਲ 47 ਦੇ ਆਸ-ਪਾਸ ਕਈ ਮੁਲਕ ਆਜ਼ਾਦ ਹੋਏ। ਚਾਈਨਾ ਲੈ ਲਓ, ਕੋਈ ਸਾਲ ਅੱਗੇ ਕੋਈ ਸਾਲ ਪਿੱਛੇ, ਅੱਜ ਵੇਖੋ ਕਿੱਥੇ ਨੇ। ਸਿੰਗਾਪੁਰ ਵੇਖੋ ਨਿਕਾ ਜਿਹਾ, ਮਲੇਸ਼ੀਆ ਨਿਕਾ ਜਿਹਾ, ਥਾਈਲੈਂਡ ਨਿਕਾ ਜਿਹਾ, ਸਾਡਾ ਪਰਸ਼ੀਅਨ ਗਲਫ ਦੇ ਵਿੱਚ ਅਜੇ ਊਂਠ ਚੱਲਦੇ ਸੀ 74 ਦੇ ਵਿੱਚ, ਮੈਂ ਅੱਖੀਂ ਵੇਖੇ ਨੇ।
ਅੱਜ ਵੇਖੋ ਕਿੱਥੇ ਨੇ ਅਸੀਂ ਕਿੱਥੇ ਹਾਂ। ਔਰ ਅਨਫੋਰਚੂਨੇਟਲੀ ਅਸੀਂ ਜ਼ਰੂਰ ਅੱਗੇ ਵਧੇ, ਪਰ ਅੱਜ ਵੀ ਆਰ ਐਬਸੋਲੂਟਲੀ ਕਹਿੰਦੇ ਹਾਈ ਸਪੀਡ ਬੈਕ ਗਿਰਦਾ। ਤਾਂ ਕਿੱਥੇ ਗਈਆਂ ਕੁਰਬਾਨੀ ਦੀ ਕੀਮਤ ਕਿੱਥੇ ਗਈ? ਇੰਡੀਅਨ ਆਰਮੀ ਦਾ ਸੁਪਰੀਮ ਕਮਾਂਡਰ ਕੌਣ ਹੈ? ਦ ਪ੍ਰੈਜ਼ੀਡੈਂਟ, ਅ ਲੇਡੀ। ਅਰੇ ਸੁਪਰੀਮ ਕਮਾਂਡਰ ਆਫ ਦਾ ਆਰਮੀ ਔਰ ਇੱਕ ਲੇਡੀਜ਼ ਨਾਲ ਉੱਥੇ ਕੀ ਹੋ ਰਿਹਾ? ਤੇਰਾ ਮੂੰਹ ਤੱਕ ਨਹੀਂ ਖੁੱਲਣ ਡਿਆ। ਇਦੋਂ ਜ਼ਿਆਦਾ ਅਫਸੋਸ ਦੀ ਕੀ ਗੱਲ ਹੋਈ? ਇੱਕ ਆਜ਼ਾਦੀ ਹੈ, ਪ੍ਰੈਜ਼ੀਡੈਂਟ ਆਫ ਇੰਡੀਆ, ਅ ਲੇਡੀ, ਕਿ ਆਪਣੇ ਉਹ ਜ਼ੁਲਮ ਦੇ ਬਾਰੇ ਬੋਲ ਨਹੀਂ ਸਕਦੀ। ਸਤਿ ਸ਼੍ਰੀ ਅਕਾਲ ਦੋਸਤੋ, ਨਿਊਜ਼ ਓਨਲੀ ਦੇਖ ਰਹੇ ਹੋ ਤੁਸੀਂ। ਇਸ ਵਕਤ ਤੁਹਾਡੇ ਨਾਲ ਤੁਹਾਡਾ ਆਪਣਾ ਦੋਸਤ ਹਰਦੀਪ ਸਿੰਘ ਭੋਗਲ ਪ੍ਰੋਗਰਾਮ ਅਫਸਰਸ਼ਾਹ ਲੈ ਕੇ ਹਾਜ਼ਰ ਹਾਂ। ਦੋਸਤੋ, ਅੱਜ ਦਾ ਪ੍ਰੋਗਰਾਮ ਕੁਝ ਵੱਖਰਾ ਤੇ ਕੁਝ ਖਾਸ ਹੋਣ ਵਾਲਾ ਹੈਗਾ। ਅਕਸਰ ਅਸੀਂ ਪੰਜਾਬ ਦੇ ਮਸਲਿਆਂ ਦੀ ਗੱਲ ਕਰਦੇ ਹਾਂ, ਪੰਜਾਬ ਦੇ ਵੱਖ-ਵੱਖ ਇਸ਼ੂ ਐਡਰੈਸ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਪਰ ਅੱਜ ਅਸੀਂ ਗੱਲ ਥੋੜੀ ਜਿਹੀ ਵੱਖਰੀ ਕਰਨੀ ਹੈ, ਕਿਉਂਕਿ ਦੇਸ਼ ਭਰ ਦੇ ਵਿੱਚ 15 ਅਗਸਤ ਨੂੰ ਲੈ ਕੇ ਆਜ਼ਾਦੀ ਦੀਆਂ ਖੁਸ਼ੀਆਂ ਮਨਾਈਆਂ ਜਾ ਰਹੀਆਂ ਨੇ। ਕਿ ਇਹਨਾਂ ਖੁਸ਼ੀਆਂ ਦੇ ਵਿੱਚ ਅਸੀਂ ਸ਼ਰੀਕ ਹੋ ਸਕਦੇ ਹਾਂ ਜਾਂ ਨਹੀਂ ਹੋ ਸਕਦੇ? ਕਿ ਪੰਜਾਬ ਦੇ ਲੋਕਾਂ ਦੇ ਲਈ ਇਹ ਆਜ਼ਾਦੀ ਦਿਹਾੜਾ ਕੀ ਮਾਇਨੇ ਰੱਖਦਾ ਹੈਗਾ, ਇਸ ਦੀ ਗੱਲ ਵੀ ਕਰਨੀ ਹੈ। ਪਰ ਨਾਲ ਦੀ ਨਾਲ ਆਜ਼ਾਦੀ ਦੇ ਮਾਇਨੇ ਕੀ ਨੇ, ਤੇ ਕੀ ਅੱਜ ਅਸੀਂ ਜਿਨ੍ਹਾਂ ਹਾਲਾਤਾਂ 'ਚ ਖੜੇ ਹੈਗੇ ਹਾਂ ਕਿ ਅਸੀਂ ਆਜ਼ਾਦੀ ਮਹਿਸੂਸ ਕਰ ਰਹੇ ਹਾਂ ਉਸ ਤਰੀਕੇ ਦੀ ਜਿਸ ਦੀ ਕਲਪਨਾ ਸ਼ਹੀਦ ਭਗਤ ਸਿੰਘ ਨੇ ਕੀਤੀ ਸੀ, ਊਧਮ ਸਿੰਘ ਨੇ ਕੀਤੀ ਸੀ, ਰਾਜਗੁਰੂ ਨੇ ਕੀਤੀ ਸੀ, ਸੁਖਦੇਵ ਨੇ ਕੀਤੀ ਸੀ, ਜਾਂ ਹਜ਼ਾਰਾਂ ਉਹ ਨੌਜਵਾਨ ਜਿਹੜੇ ਉਸ ਵੇਲੇ ਗਦਰ ਲਹਿਰ ਦੇ ਵਿੱਚ ਸ਼ਾਮਿਲ ਸੀ, ਜਿਹੜੇ ਉਸ ਵੇਲੇ ਵੱਖ-ਵੱਖ ਥਾਵਾਂ ਤੇ ਰਹਿੰਦੇ ਹੋਏ ਇਹ ਭੂਮਿਕਾ ਨਿਭਾ ਰਹੇ ਸੀ ਕਿ ਦੇਸ਼ ਨੂੰ ਆਜ਼ਾਦ ਕਿਵੇਂ ਕਰਵਾਉਣਾ। ਕੋਈ ਨਾ ਕੋਈ ਜੰਗ ਜਿਹੜੀ ਸੀ ਉਹ ਲੜ ਰਹੇ ਸੀ, ਆਪਣੇ ਪੱਧਰ ਤੇ ਹਿੱਸਾ ਬਣ ਰਹੇ ਸੀ ਉਸ ਮੂਵਮੈਂਟ ਦਾ, ਕਿ ਜਿਹੜੀ ਉਸ ਵੇਲੇ ਦੀ ਅੰਗਰੇਜ਼ ਹਕੂਮਤ ਸੀ ਉਹਨਾਂ ਦੇ ਖਿਲਾਫ ਸੀ। ਕਿ ਉਹਨਾਂ ਮੁੰਡਿਆਂ ਦੀ, ਉਹ ਜਿਹੜੇ ਨੌਜਵਾਨ ਮੁੰਡੇ ਸੀ ਜਿਨ੍ਹਾਂ ਨੇ ਭਵਿੱਖ ਦੇ ਵਿੱਚ ਹੋਰ ਬਹੁਤ ਕੁਝ ਕਰਨਾ ਸੀਗਾ, ਉਹਨਾਂ ਨੇ ਜਦੋਂ ਆਪਣੀਆਂ ਜਾਨਾਂ ਨਿਸ਼ਾਵਰ ਕੀਤੀਆਂ ਕਿ ਜਿਹੜੀ ਆਜ਼ਾਦੀ ਲਈ ਵੀ ਉਹਨਾਂ ਨੇ ਜਾਨਾਂ ਨਿਸ਼ਾਵਰ ਕੀਤੀਆਂ ਕਿ ਉਹ ਆਜ਼ਾਦੀ ਅਸੀਂ ਮਾਣ ਰਹੇ ਹਾਂ ਜਾਂ ਨਹੀਂ ਮਾਣ ਰਹੇ, ਇਸ ਮੁਤਲਕ ਅਸੀਂ ਅੱਜ ਗੱਲ ਕਰਨੀ ਹੈ। ਤੇ ਨਾਲ ਦੀ ਨਾਲ ਇਹ ਵੀ ਗੱਲ ਕਰਨੀ ਹੈ ਕਿ ਜਿਹੜੇ ਹਾਲਾਤਾਂ 'ਚ ਅਸੀਂ ਹੈਗੇ ਹਾਂ ਇਹਨਾਂ 'ਚੋਂ ਨਜ਼ਰ ਕੀ ਆ ਰਿਹਾ। ਅੱਜ ਸਾਡੇ ਨਾਲ ਕੈਪਟਨ GS ਘੁੰਮਣ ਹੋਣਗੇ, ਉਹਨਾਂ ਦੇ ਨਾਲ ਗੱਲਬਾਤ ਕਰਕੇ ਸਮਝਣਾ ਹੈ ਕਿ ਕਿਉਂਕਿ ਲੰਮਾ ਤਜਰਬਾ ਹੈਗਾ, ਬੜੇ ਉਤਾਰਾਂ ਚੜਾਵਾਂ ਦੇ ਵਿੱਚੋਂ ਨਿਕਲੇ ਨੇ। ਫੌਜ ਦੇ ਵਿੱਚ ਜਦੋਂ ਅਸੀਂ ਗੱਲ ਕਰਦੇ ਹਾਂ, ਉਹਨਾਂ ਦੀਆਂ ਜਿਹੜੀਆਂ ਵੱਖ-ਵੱਖ ਟੁਕੜੀਆਂ ਹੁੰਦੀਆਂ ਨੇ, ਉਹਨਾਂ ਦੇ ਵਿੱਚ ਕੀ ਚੱਲ ਰਿਹਾ ਹੈਗਾ। ਜਦੋਂ ਕੋਈ ਨੌਜਵਾਨ ਭਰਤੀ ਹੁੰਦਾ ਉਹ ਕਿਹੜੀ ਸੋਚ ਨਾਲ ਭਰਤੀ ਹੁੰਦਾ, ਤੇ ਜਦੋਂ ਉਹ ਰਿਟਾਇਰ ਹੋ ਜਾਂਦਾ ਉਸ ਤੋਂ ਬਾਅਦ ਕੀ ਸੋਚ ਰਿਹਾ ਕਿ ਜਿਹੜੀ ਚੀਜ਼ ਨੂੰ ਸੋਚ ਕੇ ਉਹ ਭਰਤੀ ਹੋਇਆ ਸੀ ਕਿ ਉਹ ਚੀਜ਼ ਹੋ ਰਹੀ ਹੈ, ਸੰਭਵ ਜਾਂ ਨਹੀਂ ਹੋ ਰਹੀ, ਉਹ ਗੱਲ ਸਾਰੀ ਕਰਨੀ ਹੈ। ਕੈਪਟਨ ਸਾਹਿਬ, ਬਹੁਤ ਬਹੁਤ ਸਵਾਗਤ ਤੁਹਾਡਾ ਜੀ। ਪ੍ਰਦੀਪ ਜੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਰੇ ਵੇਖਣ ਵਾਲਿਆਂ ਨੂੰ, ਸੁਣਨ ਵਾਲਿਆਂ ਨੂੰ। ਅੱਛਾ, ਹੁਣ ਤੁਸੀਂ ਨਾ ਗੱਲ ਬੜੀ ਸੋਹਣੀ ਸਟਾਰਟ ਕੀਤੀ ਹੈ ਕਿ ਆਜ਼ਾਦੀ ਤੇ ਖੁਸ਼ੀਆਂ, ਕਿ ਆਜ਼ਾਦੀ ਦੀ ਖੁਸ਼ੀਆਂ ਮਾਨੀਏ। 100% ਯਾਰ, ਆਜ਼ਾਦੀ ਤੋਂ ਵੱਡੀ ਤੇ ਕੋਈ ਚੀਜ਼ ਹੀ ਨਹੀਂ। ਇਨਸਾਨ ਤਾਂ ਇਨਸਾਨ ਹੈ ਕਿਉਂਕਿ ਆਜ਼ਾਦ ਹੈ ਹਰ ਚੀਜ਼ ਕਰਨ ਲਈ। ਪਰ ਹੁਣ ਗੱਲ ਹੈ ਕਿ ਆਜ਼ਾਦੀ ਦੀਆਂ ਖੁਸ਼ੀਆਂ ਮਾਨੀਏ। ਇਸ ਵੇਲੇ ਐਜ਼ ਆਫ ਨਾਓ, ਅੱਜ ਦੀ ਮੈਂ ਗੱਲ ਕਰਾਂ, ਇਸ ਸਾਲ ਖਾਸ ਕਰਕੇ ਆਜ਼ਾਦੀ ਦੀ ਸਾਨੂੰ ਖੁਸ਼ੀ ਚਲੋ ਦਿਲ ਵਿੱਚ ਹੈ, ਪਰ ਖੁਸ਼ੀ ਮਨਾਣੀ ਤਾਂ ਬਿਲਕੁਲ ਬਣਦੀ ਨਹੀਂ। ਇਹ ਤੇ ਉਹ ਹਾਲ ਹੋ ਜਾਏਗਾ ਇੱਕ ਤਰ੍ਹਾਂ ਦਾ, ਮੰਨ ਲਓ ਜੀ ਤੁਹਾਡੇ ਗਲੀ ਮੁਹੱਲੇ ਦੇ ਵਿੱਚ ਨਾਲ ਇਮੀਡੀਏਟ ਨੇਬਰ ਦੇ ਘਰ ਕੋਈ ਦੁੱਖ ਸੁੱਖ ਹੋ ਜਾਏ, ਹੈ ਨਾ, ਕੋਈ ਮਾੜੀ ਹੋ ਜਾਏ, ਤੇ ਤੁਸੀਂ ਦੱਸੋ ਆਪਣੇ ਘਰ ਕੋਈ ਖੁਸ਼ੀ ਮਨਾ ਸਕਦੇ ਹੋ? ਜੇ ਖੁਸ਼ੀ ਪਹਿਲੀ ਗੱਲ ਤੇ ਮਨਾ ਨਹੀਂ ਸਕਦੇ, ਜੇ ਮਨਾਓਗੇ ਤੇ ਤੁਸੀਂ ਫਿਰ ਇਨਸਾਨ ਵਾਲੀ ਗੱਲ ਤੇ ਨਹੀਂ ਬਣਦੇ। ਤੁਹਾਡਾ ਇਸ਼ਾਰਾ ਮਨੀਪੁਰ ਵਾਲੀ ਘਟਨਾ ਵੱਲ? ਐਬਸੋਲੂਟਲੀ ਹਿਟਿੰਗ ਨੇਲ ਔਨ ਦਾ ਹੈਡ। ਮਨੀਪੁਰ ਆ ਹੁਣ, ਮਨੀਪੁਰ ਸਾਡਾ, ਮੈਂ ਇਹਨੂੰ ਗੌਰ ਫਰਮਾਨਾ, ਮਨੀਪੁਰ ਜਲਾਇਆ ਜਾ ਰਿਹਾ। ਅਰੇ ਆਪਣੇ ਦੇਸ਼ ਦਾ ਹਿੱਸਾ ਜਲਾਇਆ ਜਾ ਰਿਹਾ, ਕਹਿਣ ਦਾ ਮਤਲਬ ਕਿਹੜਾ ਇਨਸਾਨ, ਮੈਂ ਕਦੇ ਆਪਣੀ ਉਂਗਲੀ ਨੂੰ ਜਲਾਵਾਂਗਾ, ਕਦੇ ਆਪਣੀ ਕੋਈ ਥੋੜਾ ਮਾਰਾਂਗਾ, ਲੱਗ ਜਾ ਵੱਖਰੀ ਗੱਲ ਹੈ, ਹੁਣ ਮੈਂ ਮਾਰਾਂਗਾ। ਐਂਡ ਦਿਸ ਇਜ਼ ਪ੍ਰੀਸਾਈਸਲੀ ਜਿਹੜਾ ਹੋ ਰਿਹਾ ਨਾ, ਬਹੁਤ ਦੁੱਖ ਦੀ ਗੱਲ ਹੈ। ਐਂਡ ਦੁੱਖ ਡਬਲ ਹੋ ਜਾਂਦਾ ਹੈ, ਕਾਰਨ ਕਿ ਇਸ ਗੱਲ ਨੂੰ 3 ਮਹੀਨੇ ਅੱਜ ਤੇ ਚੌਥਾ ਮਹੀਨਾ ਹੋ ਰਿਹਾ। ਅੱਛਾ, ਹੋਰ ਜਿਹਨੂੰ ਕਹਿੰਦੇ ਕਿ ਉਹ ਜਲਦੀ ਦੇ ਉੱਤੇ ਹੋਰ ਤੇਲ ਪਾਉਣ ਵਾਲੀ ਗੱਲ ਹੈ, ਕਹਿੰਦੇ ਕਿਸੇ ਦੀ ਜ਼ਖਮ ਦੇ ਉੱਤੇ ਮਿਰਚਾਂ ਲਾਉਣ ਵਾਲੀਆਂ ਗੱਲਾਂ। ਪਹਿਲਾਂ ਉਹ ਕਿ ਕੁਝ ਜਲੀ ਜਾ ਰਿਹਾ, ਕੋਈ ਜੀ ਆ ਗਿਆ, ਮੈਂ ਗਿਆ, ਤੂੰ ਗਿਆ, ਸਾਰਿਆਂ ਨੂੰ ਉਮੀਦ ਸੀ ਚਲੋ ਜੀ ਆਪਣੇ ਪ੍ਰਾਈਮ ਮਿਨਿਸਟਰ ਸਾਹਿਬ ਅਖੀਰ ਇਹਨਾਂ ਨੂੰ ਅਸੀਂ ਗੱਲ ਕਰਾਂਗੇ, ਕੋਈ ਨਤਾਰਾ ਨਿਕਲੇਗਾ। ਅੱਛਾ, ਸੈਸ਼ਨ ਸ਼ੁਰੂ ਹੋਇਆ, ਜਨਾਬ ਆਏ ਨਹੀਂ, ਮੈਂ ਰਿਪੀਟ ਕਰਨ ਲਈ, ਜਨਾਬ ਆਏ ਨਹੀਂ, ਸ਼ਹਿਨशाह ਆਏ ਨਹੀਂ। ਅੱਛਾ, ਜੇ ਆਏ ਵੀ ਨੇ ਤਾਂ ਲੁੱਕ ਐਟ ਦੈਟ, ਆ ਕੇ ਤੇ ਇਹਨਾਂ ਨੇ ਤੇ ਉਹ ਕਰ ਦਿੱਤਾ ਹਾਲ ਯਾਰ, ਉੱਥੇ ਲੋਕੀ ਮਰਨ ਡੇ ਨੇ, ਜਲਣ ਡੇ ਨੇ, ਮਤਲਬ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੋਂ ਲੈ ਕੇ ਪ੍ਰੈਗਨੈਂਟ ਵੂਮਨ, ਮਤਲਬ ਇਦੋਂ ਜ਼ਿਆਦਾ ਮੈਨੂੰ ਲੱਗਦਾ ਨਰਕ 'ਚ ਅਤਿਆਚਾਰ ਨਹੀਂ। ਸਰ, ਮੈਨੂੰ ਬੜੀ ਹੈਰਾਨੀ ਹੋਈ ਜਦੋਂ ਮੈਂ ਤਕਰੀਰਾਂ ਸੁਣ ਰਿਹਾ ਸੀਗਾ। ਜਿਹੜੀ ਵਿਰੋਧੀ ਧਿਰ ਹੁੰਦੀ ਹੈ ਉਹਨੇ ਹਮੇਸ਼ਾ ਸਵਾਲ ਚੱਕਣੇ ਹੁੰਦੇ ਕਿ ਤੁਸੀਂ ਆਹ ਗਲਤੀ ਕੀਤੀ ਹੈ, ਤੁਸੀਂ
ਕਿਉਂਕਿ ਮਨੀਪੁਰ ਦੇ ਵਿੱਚ ਉਹ ਰਾਹੁਲ ਗਾਂਧੀ ਦੇ ਅਸੀਂ ਬਿਆਨ ਸੁਣੇ ਨੇ, ਅਸੀਂ ਕਿਸੇ ਦਾ ਪੱਖ ਨਹੀਂ ਨਾ, ਪੂਰਦੇ, ਪੱਖ ਨਹੀਂ, ਪਰ ਸਾਫ਼ ਗੱਲ। ਸਿੱਧੀ ਜਿਹੜੀ ਗੱਲ ਹੈਗੀ ਆ, ਉਹਨਾਂ ਨੇ ਕਿਹਾ ਕਿ ਮਨੀਪੁਰ ਦੇ ਵਿੱਚ ਤੁਸੀਂ ਸਾਡੀ ਜਿਹੜੀ ਭਾਰਤ ਮਾਤਾ ਉਹਦਾ ਕਤਲ ਕੀਤਾ ਹੈਗਾ, ਤੁਸੀਂ ਉੱਥੇ ਜਿਹੜੇ ਹਾਲਾਤ ਬਣਾਏ ਨੇ, ਤੁਸੀਂ ਮੇਰੀ ਮਾਂ ਦਾ ਕਤਲ ਕੀਤਾ, ਇਦਾਂ ਦੀਆਂ ਉਹਨਾਂ ਨੇ ਟਿੱਪਣੀਆਂ ਕੀਤੀਆਂ। ਜਦੋਂ ਬਿਲਕੁਲ। ਭਾਵਨਾ ਦੇ ਵਿੱਚ ਬਹਿ ਕੇ ਬੰਦਾ ਕਰਦਾ ਹੈਗਾ ਤਾਂ ਉੱਥੇ ਮੈਨੂੰ ਲੱਗਦਾ ਸੀਗਾ ਕਿ ਕੋਈ ਸਟੀਕ ਜਵਾਬ ਆਉਣਾ ਚਾਹੀਦਾ ਸੀ ਜਿਹੜੀ ਸੱਤਾ ਧਿਰ ਹੈਗੀ ਆ, ਪਰ ਉਹ ਉਹਨਾਂ ਦੀਆਂ ਐਗਜ਼ਾਮਪਲਾਂ ਗਣਾਉਣ ਲੱਗ ਪਏ ਵੀ ਤੁਸੀਂ 1990 ਚ ਆਹ ਕੀਤਾ ਸੀ, ਤੁਸੀਂ 1984 ਚ ਆਹ ਕੀਤਾ ਸੀ, ਤੁਸੀਂ ਇਸ ਵੇਲੇ ਆਹ ਘਟਨਾ ਨੂੰ ਅੰਜਾਮ ਦਿੱਤਾ ਸੀ, ਤੁਹਾਡੇ ਸਮੇਂ ਆਹ ਵਾਲੀ ਘਟਨਾ ਹੋਈ। ਤਾਂ ਮੈਨੂੰ ਲੱਗਦਾ ਕਿ ਇਹ ਤਾਂ ਫਿਰ ਇਹ ਗੱਲ ਹੋ ਗਈ ਨਾ ਕਿ ਤੁਸੀਂ ਵੀ ਗਲਤੀ ਕੀਤੀ ਸੀ, ਅਸੀਂ ਵੀ ਕਰਤੀ ਗਲਤੀ। तो एग्जैक्टली मतलब दिस इज मूर्खता। एक ना अंग्रेजी कहावत है कि व्हेन आर्गूमेंट इज लॉस्ट स्लैंडर इज टूल ऑफ द फूल। कि कहना मतलब ਜਦੋਂ ਤੁਹਾਡੇ ਕੋਲ ਕੋਈ ਆਪਣਾ ਤਰਕ ਨਾ ਰਹਿ ਜਾਣਾ ਫਿਰ ਤੁਸੀਂ ਜੱਬਲੀਆਂ ਮਾਰਨ ਲੱਗ ਪਏ। ਉੱਥੇ ਬੰਦੇ ਨੂੰ ਕਹਿਣਾ ਚਾਹੀਦਾ ਸੀ, ਕਹਿੰਦੇ ਵੀ ਚਲੋ ਇਹ ਘਟਨਾ ਹੋ ਗਈ, ਵੀ ਸਾਨੂੰ ਲੱਗਦਾ ਕਿ ਹਾਲਾਤ ਮਾੜੇ ਨੇ, ਅਸੀਂ ਕੋਸ਼ਿਸ਼ ਕਰਾਂਗੇ ਇਹਨੂੰ ਵੀ ਸਹੀ ਹੋ ਜਾਵੇ, ਹੈ ਨਾ। ਬਟ ਹੁਣ ਪਹਿਲੀ ਗੱਲ ਦੇਖੋ, ਹੁਣ ਅਸੀਂ ਵਹਿੰਦੇ ਆਏ ਆ 10 ਸਾਲ ਹੋ ਗਏ ਨੇ, 1 2 3 10 ਸਾਲ ਹੋ ਗਏ ਨੇ। ਕਹਿਣ ਦਾ ਮਤਲਬ ਕਿ ਤੁਹਾਨੂੰ 10 ਸਾਲ ਮੌਕਾ ਦਿੱਤਾ ਹੈ ਕਿ ਜਿਹੜੀਆਂ ਪੁਰਾਣੀਆਂ, ਤਾਂ ਹੀ ਤਾਂ ਤੁਹਾਨੂੰ ਆਉਂਦਾ ਸੀ ਨਾ ਕਿ ਪੁਰਾਣੇ ਗਲਤੀਆਂ ਕਰਦੇ ਰਹੇ, ਤਾਂ ਹੀ ਤੁਹਾਨੂੰ ਇੰਨੀ ਪਹਿਲੀ ਵਾਰ ਚ ਮੈਜੋਰਿਟੀ ਦਿੱਤੀ, ਦੂਜੀ ਵਾਰੀ ਉਦੋਂ ਜ਼ਿਆਦਾ ਮੈਜੋਰਿਟੀ ਦਿੱਤੀ। ਅਰੇ ਤੁਸੀਂ ਅਜੇ ਵੀ ਪਿਛਲੇ ਗੇੜ 'ਚ ਫਸੇ ਪਏ ਹੋ। ਹੁਣ ਦੂਜੀ ਗੱਲ ਸੁਣੋ, ਮਤਲਬ ਜਿਹੜੀ ਕਿ ਮਤਲਬ ਇਹਨਾਂ ਦੀ ਮੂਰਖਤਾ, ਇਹਨਾਂ ਦੇ ਦਿਮਾਗ ਦਾ ਖਾਲੀਪਨ ਵਿਖਾਉਂਦੀ ਹੈ। ਜਦੋਂ ਮਨੀਪੁਰ ਦੀ ਗੱਲ ਹੁੰਦੀ ਹੈ, ਇਹ ਹੋ ਜਾਂਦੇ ਨੇ ਜੀ ਸਾਡਾ ਕੀ ਕਹਿੰਦਾ ਰਾਜਸਥਾਨ 'ਚ 2 ਕੁੜੀਆਂ ਨਾਲ ਨਹੀਂ ਹੋਇਆ ਜਾਂ ਇੱਧਰ ਉੱਧਰ ਦੀ ਹੈ। ਯਾਰ ਮੈਂ ਮੂਰਖਾਂ ਨੂੰ ਮੈਂ ਪੁੱਛਣਾ, ਇੱਕ ਕਾਰ ਦਾ ਐਕਸੀਡੈਂਟ ਹੁੰਦਾ ਜੀ, ਠੀਕ ਹੈ, ਇੱਕ ਬੰਦੇ ਦਾ ਸਿਰ ਫਟ ਜਾਂਦਾ ਹੈ, ਦੂਜੇ ਦੀ ਬਾਂਹ ਦੇ ਛਿੱਲ ਪੈਂਦੀ ਹੈ, ਤੀਜੇ ਦੇ ਇੱਥੇ ਝਰੀਟ ਲੱਗਦੀ ਹੈ, ਤੁਸੀਂ ਕਿਹਨੂੰ ਪਹਿਲਾਂ ਵੇਖੋਗੇ? ਅਰੇ ਜਦੋਂ ਸਿਰ ਫਟਿਆ ਉਹਨੂੰ ਵੇਖੋਗੇ ਨਾ। ਤਾਂ ਇਸ ਵੇਲੇ ਮਨੀਪੁਰ ਦਾ ਹਾਲ ਹੈ ਕਿ ਸਿਰ ਫਟਿਆ ਪਿਆ ਹੈ, ਤੁਸੀਂ ਉਹਦੀ ਗੱਲ ਨਹੀਂ ਕਰ, ਤੁਸੀਂ ਕਹਿੰਦੇ ਹੋ ਲੋ ਜੀ ਉਹਦੀ ਚੀਚੀ ਪਹਿਲਾਂ ਇਹਨੂੰ ਪੀਜੀਆਈ ਲੈ ਕੇ ਚੱਲੋ। ਭਾਈ ਇਦੋਂ ਵੱਡੀ ਮੂਰਖਤਾ ਕੋਈ ਹੋਗੀ? ਲੁੱਕ ਐਟ ਦ ਪੀਪਲ ਵੀ ਆਰ ਡੀਲਿੰਗ ਵਿਦ। ਫਿਰ ਬਸ਼ਰਮੀ ਨਾਲ ਉਹਨੂੰ ਡਿਫੈਂਸ ਕਰ ਰਹੇ ਨੇ। ਮੈਂ ਇਦੋਂ ਜ਼ਿਆਦਾ ਐਗਜ਼ਾਮਪਲ ਦੇ ਸਕਣਾ ਕਿ ਮਨੀਪੁਰ ਦਾ ਸਿਰ ਫਟਿਆ ਪਿਆ ਹੈ, ਰਾਜਸਥਾਨ ਇੱਧਰ ਦੀਆਂ ਗੱਲਾਂ ਜਿਹੜੀਆਂ ਨੇ ਤੁਹਾਡੇ ਮਤਲਬ ਕਿ ਮਾੜੀ ਮੋਟੀ ਛਿੱਲ ਲੱਗੀ ਕਰਾ ਕੇ ਤੁਸੀਂ ਇਹਨੂੰ ਇੰਪੋਰਟੈਂਸ ਦੇ ਰਹੇ ਹੋ। ਤਾਂ ਮਤਲਬ ਇਹ ਦਿਖਾ ਰਹੇ ਨੇ ਕਿ ਗੱਦੀ ਤੇ ਆ ਗਏ ਨੇ, ਪਰ ਗੱਦੀ ਤੇ ਬਹਿਣ ਵਾਲੀ ਕੋਈ ਗੱਲ ਨਹੀਂ। ਸਰ, ਜਿਵੇਂ ਮੈਂ ਸ਼ੁਰੂਆਤ ਦੇ ਵਿੱਚ ਜ਼ਿਕਰ ਕੀਤਾ ਕਿ ਅੱਜ ਪ੍ਰੋਗਰਾਮ ਅਸੀਂ ਅਕਸਰ ਇਹ ਤਾਂ ਕਰਦੇ ਹੁੰਦੇ ਕਿ ਪੰਜਾਬ ਦੇ ਮਸਲੇ ਨੂੰ ਐਡਰੈਸ ਕੀਤਾ ਜਾਵੇ, ਪਰ ਹੁਣ ਆਜ਼ਾਦੀ ਦੀ ਅਸੀਂ ਜਦੋਂ ਗੱਲ ਕਰਨੀ ਹੈ ਤਾਂ ਮੈਨੂੰ ਲੱਗਦਾ ਕਿ ਜਿਹੜੇ ਸਮੇਂ ਦੇ ਵਿੱਚ ਤੁਸੀਂ ਫੌਜ ਦੇ ਵਿੱਚ, ਕਿਉਂਕਿ ਮਰਚੈਂਟ ਆਰਮੀ ਦੇ ਵਿੱਚ ਤੁਸੀਂ ਗਏ ਹੋ, ਕਿਉਂਕਿ ਇਹ ਵੀ ਇੱਕ ਫੌਜ ਦਾ ਸੈਕੰਡ ਲਾਈਨ ਆਫ ਡਿਫੈਂਸ, ਸੈਕੰਡ ਲਾਈਨ ਆਫ ਡਿਫੈਂਸ, ਜਿਹਨੇ ਸਮੁੰਦਰੀ ਤਲ ਤੇ ਰਹਿ ਕੇ, ਮੈਨੂੰ ਲੱਗਦਾ ਕਿ ਉਹ ਸਭ ਤੋਂ ਔਖਾ ਹੁੰਦਾ। ਪਰਿਵਾਰਾਂ ਨੂੰ ਕਿੰਨੇ ਦਿਨ ਮਿਲ ਹੀ ਨਹੀਂ ਸਕਦਾ ਬੰਦਾ, ਕਿਉਂਕਿ ਚਲੋ ਇੱਥੇ ਜ਼ਮੀਨ ਤੇ ਹੁੰਦਾ ਤਾਂ ਚਲੋ ਆਸ ਵੱਜੀ ਰਹਿੰਦੀ ਵੀ ਆਉਣ ਜਾਣ ਲੱਗਾ ਰਹਿੰਦਾ, ਪਰ ਉਹ ਪਤਾ ਨਹੀਂ ਹੁੰਦਾ ਕਿੰਨੇ ਸਮੇਂ ਤੱਕ ਤੁਹਾਨੂੰ ਬਾਹਰ ਜਾਣਾ ਪੈਣਾ। ਤਾਂ ਉਸ ਵੇਲੇ ਬੰਦਾ ਇੱਕ ਬੜੀ ਭਾਵਨਾ ਦੇ ਨਾਲ ਭਰਤੀ ਹੁੰਦਾ। ਤੁਸੀਂ ਜਦੋਂ ਜੁਆਇਨ ਕੀਤੀ ਸੀ ਮਰਚੈਂਟ ਨੇਵੀ, ਉਦੋਂ ਕੀ ਸੋਚ ਸੀ ਤੁਹਾਡੀ, ਕੀ ਮਨ ਦੇ ਵਿੱਚ ਲੈ ਕੇ ਕਿਸ ਤਰੀਕੇ ਨਾਲ ਤੁਸੀਂ ਜੁਆਇਨ ਕੀਤਾ ਸੀ? ਨਹੀਂ ਦੇਖੋ, ਉਦੋਂ ਲਾਈਕ ਇੰਡੀਆ ਵਾਸ ਗਰੋਇੰਗ, ਹੈ ਨਾ, ਤੇ ਸਾਨੂੰ ਸੀ ਕਿ ਆਪਾਂ ਯਾਰ ਆਜ਼ਾਦੀ ਦੇ ਵਿੱਚ ਤਾਂ ਦੇਖੋ, ਮੈਂ ਫਿਰ ਆਪਣੇ ਪੰਜਾਬ ਤੇ ਲੈਣਾ ਕਿ ਆਜ਼ਾਦੀ ਦੇ ਵਿੱਚ ਬਿਗੇਸਟ ਪਲੇਅਰ ਰੋਲ ਵਾਸ ਪਲੇਡ ਬਾਈ ਪੰਜਾਬੀ। ਤਨ ਮਨ ਤਨ ਸਭ ਤੋਂ ਜ਼ਿਆਦਾ ਦਿੱਤੇ ਸੀ। ਤਾਂ ਆਈਡੀਆ ਸੀ ਟੂ ਕੰਟਰੀਬਿਊਟ। ਅੱਛਾ, ਉਹ ਜ਼ਮਾਨੇ ਚਲੋ ਦੇਖੋ, ਤੁਸੀਂ ਕਿਸੇ ਵੀ ਨੌਕਰੀ ਜਾਣਾ ਹੈ, ਉਹਦੀਆਂ ਆਪਣੇ ਚਾਰਮਸ ਹੁੰਦੇ ਨੇ। ਐਂਡ ਨੇਵੀ ਦਾ ਇਸ ਵੇਲੇ ਉਹ ਸੀ ਕਿ ਉਦੋਂ ਰਿਕੁਆਇਰਮੈਂਟ ਸਭ ਤੋਂ ਜ਼ਿਆਦਾ ਸੀ। ਉਦੋਂ ਤੁਹਾਨੂੰ ਇਫ ਯੂ ਰਿਮੈਂਬਰ ਫੋਰਨ ਐਕਸਚੇਂਜ ਦਾ ਉਹ ਇੰਨਾ ਵੱਡਾ ਪੰਗਾ ਸੀ ਨਾ ਇੰਡੀਆ 'ਚ, $1 'ਚ 10 ਰੁਪਏ ਦਾ ਹੁੰਦਾ ਸੀ, ਮਾਰਕੀਟ 25 ਰੁਪਏ ਦਾ ਵਿਕਦਾ ਸੀ। ਇੰਨੀ ਫੋਰਨ ਐਕਸਚੇਂਜ ਦੀ ਕਮੀ ਸੀ। ਤਾਂ ਦਿਸ ਵਾਜ਼ ਵਨ ਲਾਈਨ ਕਿ ਕਿਸੇ ਮੁਲਕ ਨੇ ਵੀ ਜੇ ਪ੍ਰੋਗਰੈਸ ਕਰਨੀ ਹੈ ਉਹ ਤਾਂ ਹੀ ਕਰ ਸਕਦਾ ਜੇ ਉਹਦਾ ਟ੍ਰੇਡ ਚੰਗਾ ਹੋਏ, ਉਹਦਾ ਵਪਾਰ ਚੰਗਾ ਹੋਏ। ਤੇ ਵਪਾਰ ਸਮੁੰਦਰੀ ਰਾਹ ਹੁੰਦਾ। 90% ਤੋਂ ਉਤਲਾ ਵਪਾਰ, ਮਤਲਬ ਸਿੱਧਾ ਗੱਲ, ਜਦੋਂ ਦੀ ਦੁਨੀਆ ਬਣੀ ਹੈ, ਜਿਹੜਾ ਮੁਲਕ ਤਗੜਾ ਹੋਏਗਾ ਸਮਝੋ ਉਹਦਾ ਸਮੁੰਦਰੀ ਬੇੜਾ, ਸਮੁੰਦਰੀ ਜਿਹਨੂੰ ਕਹਿੰਦਾ ਤਾਕਤ ਤਗੜੀ ਹੈ। ਦਿਸ ਇਜ਼ ਸਿੰਪਲ ਐਜ਼ ਦੈਟ। ਤਾਂ ਸਾਨੂੰ ਸੀ ਜੀ ਹੁਣ ਤਾਂ ਚਲੋ। ਐਂਡ ਉਹ ਜ਼ਮਾਨੇ 'ਚ ਗਏ ਸਾਂ ਜਿਸ ਤਰ੍ਹਾਂ ਆਪਾਂ ਗੱਲ ਕਰੀ ਘਰੋਂ ਦੂਰ ਰਹਿਣਾ ਵੀ ਠੀਕ ਹੈ, ਪਰ ਜਿਹੜੇ ਸਮੁੰਦਰਾਂ ਦੇ ਵਿੱਚ ਜਿਹੜੇ ਤੂਫਾਨ ਆਉਂਦੇ ਨੇ ਨਾ, ਉਹ ਤੁਸੀਂ ਅੰਦਾਜ਼ਾ ਵੀ ਨਹੀਂ ਲਾ ਸਕਦੇ। ਇੱਥੇ ਮਾੜੀ ਜਿਹੀ ਹਵਾ ਚੱਲੇ ਤੇ ਜਦੋਂ ਕੀ ਛਤਰੀਆਂ ਉੱਡਣ ਲੱਗਦੀਆਂ ਤੇ ਬੰਦੇ ਅੰਦਰ ਵੜ ਜਾਂਦੇ ਨੇ। ਉਦੋਂ ਉਹ ਜਹਾਜ਼ ਮਤਲਬ ਹੁੰਦੇ ਨੇ ਕਿ ਮਤਲਬ 3 4 5 ਦਿਨ ਚੱਲਣਾ ਤੇ ਤੁਸੀਂ ਨਾ ਸੌ ਨਹੀਂ ਸਕਦੇ, ਤੁਸੀਂ ਖਾ ਨਹੀਂ ਸਕਦੇ, ਕਿਉਂਕਿ ਜਹਾਜ਼ ਨੇ ਇੰਝ ਘੁੰਮਣਾ, ਕੋਈ ਇੱਧਰ ਦੀ ਚੀਜ਼ ਉੱਧਰ ਦੀ ਚੀਜ਼, ਤੇ ਤੁਸੀਂ ਉਹ ਵੀ ਚੀਜ਼ਾਂ ਸਰਵਾਈਵ ਕਰਦੇ ਹੋ। ਬਟ ਦੈਟ ਇਜ਼ ਆਲ ਪਾਰਟ ਆਫ ਦਾ, ਚਲੋ ਮੈਨੂੰ ਆਪਣਾ ਆਪ ਤੇ ਹੁੰਦਾ ਹੈ, ਬਟ ਟੂਵਰਡਸ ਦ ਕੰਟਰੀ, ਹੈ ਨਾ। ਮੈਂ ਦੱਸਿਆ ਕਿ ਉਦੋਂ ਇਹ ਸੀ ਕਿ ਟ੍ਰੇਡ ਜਿੰਨਾ ਵਧੇਗਾ ਆਪਾਂ ਉਹਨੇ ਐਂਡ ਉਹਨੇ ਤਗੜੀ ਪਏ ਆਪਾਂ ਹੋਏ, ਸਿਕਿਉਰਿਟੀ ਰੱਖਣੀ ਪੈਂਦੀ ਸੀ ਆਪਣੀ ਸਿੱਕੇ ਦਾ। ਸ਼ਿਪਿੰਗ ਵਧੀ, ਸਾਡੇ ਵਰਗੇ ਟ੍ਰੇਨ ਹੋਏ, ਚਲੋ ਹੁਣ ਵੀ ਹੋ ਰਹੇ ਨੇ, ਪਰ ਜੇ ਉਹਦੀ ਜੜ ਜਿਹੜੀ ਸੀ ਉਹ ਉਦੋਂ ਦੀ ਬਣੀ ਪਈ, ਜਿਹਦੇ ਸਿਰ ਤੇ ਅੱਜ ਵੀ ਸਾਰੀ ਦੁਨੀਆ ਦੇ ਵਿੱਚ ਆਪਣਾ ਇੰਡੀਅਨ ਤੁਸੀਂ ਜਿਹੜੇ ਸੇਲਰਸ ਨੇ ਜਾਂ ਸ਼ਿਪਿੰਗ ਵਾਲੇ ਨੇ ਨਾ ਗੂੰਜਦਾ। ਵੱਡੀਆਂ ਦੇ ਕੰਪਨੀ ਜਿਵੇਂ ਹਰ ਜਿਸ ਤਰ੍ਹਾਂ ਮਲਟੀਨੈਸ਼ਨਲ ਨੇ ਕਿ ਆਪਣਾ ਗੂਗਲ ਹੋ ਗਿਆ, ਇਹ ਹੋ ਗਿਆ, ਉਹ ਹੋ ਗਿਆ, ਇਸੇ ਤਰ੍ਹਾਂ ਸ਼ਿਪਿੰਗ ਕੰਪਨੀਆਂ ਦੇ ਜਿੰਨੇ ਵੀ ਵੱਡੇ ਹੈਡ ਆਫਿਸ ਨੇ, ਦੇ ਆਰ ਹੈਡਡ ਬਾਏ ਇੰਡੀਅਨਸ।
ਸਰ ਇੱਕ ਬੜੀ ਅਹਿਮ ਚੀਜ਼ ਹੈ, ਜਿਵੇਂ ਆਪਾਂ ਆਜ਼ਾਦੀ ਦਾ ਜ਼ਿਕਰ ਕਰਦੇ ਹਾਂ, ਗੋਰੇ ਸਾਡੇ ਤੇ ਆਣ ਕੇ 200 ਸਾਲ ਰਾਜ ਕਰ ਗਏ, ਤਾਂ ਜਦੋਂ ਪੰਜਾਬ ਦਾ ਜ਼ਿਕਰ ਆਉਂਦਾ ਇੱਥੇ 100 ਸਾਲ ਦਾ ਜ਼ਿਕਰ ਆਉਂਦਾ, 100 ਤੋਂ ਕੁਝ ਘੱਟ ਸਾਲ ਨੇ, ਤਾਂ ਇਹ ਜ਼ਿਕਰ ਹਮੇਸ਼ਾ ਚੱਲਦਾ ਹੈਗਾ। ਪਰ ਇੱਕ ਬੜੀ ਅਹਿਮ ਚੀਜ਼ ਹੈ ਕਿ ਰਾਜ ਜਦੋਂ ਕੋਈ ਕਰਦਾ ਸਾਡੇ ਤੇ ਆਣ ਕੇ, ਉਹ ਇੱਕ ਤਰੀਕਾ ਹੁੰਦਾ ਉਹਨਾਂ ਦਾ ਕਿ ਸਾਡੇ ਉੱਤੇ ਰਾਜ ਕਿਵੇਂ ਕਰ ਗਏ। ਤੁਸੀਂ ਕਿਉਂਕਿ ਉਸ ਰਾਜ ਦੇ ਵਿੱਚੋਂ ਜਦੋਂ ਅਸੀਂ ਲੰਘਦੇ ਹਾਂ ਤਾਂ ਬੜੀਆਂ ਪਰੇਸ਼ਾਨੀਆਂ, ਅਸੀਂ ਆਜ਼ਾਦੀ ਦੀ ਅਸੀਂ ਗੱਲ ਕਰਦੇ ਹਾਂ, ਬਿਲਕੁਲ ਉਸ ਮਾੜੇ ਦੌਰ ਚੋਂ ਨਿਕਲੇ ਹਾਂ ਜਦੋਂ ਤੁਹਾਨੂੰ ਬਹੁਤ ਨੀਵੇਂ ਦਰਜੇ ਦਾ ਵਿਅਕਤੀ ਬਣਾ ਕੇ ਰੱਖਿਆ ਜਾਂਦਾ ਸੀ, ਤੁਹਾਡੇ ਉੱਪਰ ਜ਼ੁਲਮ ਢਾਇਆ ਜਾਂਦਾ ਸੀ। ਉਸ 'ਚੋਂ ਸਾਡੀ ਆਜ਼ਾਦੀ ਹੋਈ ਹੈ, ਚੰਗੀ ਗੱਲ ਹੈ, ਪਰ ਉਸ ਤੋਂ ਬਾਅਦ ਉਸ ਨੂੰ ਇੱਕ ਚੰਗੇ ਤਰੀਕੇ ਨਾਲ ਅੱਗੇ ਲੈ ਕੇ ਜਾਣਾ ਇਹ ਲੋਕਾਂ ਦੇ ਮਨਾਂ ਦੇ ਵਿੱਚ ਸੀਗਾ। ਪਰ ਇੱਕ ਚਰਚਾ ਚੱਲਦੀ ਹੈ, ਕਹਿੰਦੇ ਕਿ ਅਸੀਂ ਗੋਰੇ ਹੁਕਮਰਾਨਾਂ ਤੋਂ ਨਿਕਲ ਕੇ ਅਸੀਂ ਚਿੱਟੇ ਕੱਪੜਿਆਂ ਵਾਲਿਆਂ ਦੇ ਹੁਕਮਰਾਨਾਂ ਦੇ ਹੱਥਾਂ 'ਚ ਚੜ੍ਹ ਗਏ ਹਾਂ, ਇਹ ਵੀ ਸਾਡੇ ਨਾਲ ਉਸੇ ਤਰੀਕੇ ਨਾਲ ਵਤੀਰਾ ਕਰ ਰਹੇ। ਤੁਸੀਂ ਵੀ ਇਹ ਚੀਜ਼ਾਂ ਕੰਪੈਰੀਜ਼ਨ ਕਰਕੇ ਦੇਖਦੇ ਹੋ? ਇਹ ਨਹੀਂ, ਇਹ ਤਾਂ ਹੋ ਰਿਹਾ। ਇਹ ਤਾਂ ਦੇਖੋ ਕੰਪੇਅਰ ਨਾ ਕਿ ਮਤਲਬ ਤੁਸੀਂ ਨਹੀਂ ਵੇਖ ਰਹੇ ਤੇ ਮੈਂ ਦੱਸਾਂ ਜੀ, ਹੁਣ ਤੇ ਅੱਖਾਂ ਦੇ ਸਾਹਮਣੇ ਮੈਂ ਲੈਟ ਮੀ ਕਰੈਕਟ, ਸ਼ਾਇਦ ਤੁਹਾਡੇ ਤੋਂ ਕੀ ਕਹਿੰਦਾ ਸਲਿਪ ਆਫ ਟੰਗ ਹੋ ਗਈ ਕਿ ਕਾਲੇ ਗੋਰੇ ਹੈ ਨਾ ਕਿ ਉਹ ਨਹੀਂ, ਮੈਂ ਉਹ ਚਿੱਟੇ ਕੱਪੜੇ ਵਾਲੇ ਗਿਆ, ਹਾਂ ਅੱਜ ਚਿੱਟੇ ਕੱਪੜੇ ਵਾਲੇ ਬਣ ਗਏ ਨੇ, ਇਹ ਕਾਲੇ ਗੋਰੇ ਬਣ ਗਏ ਨੇ। ਉਹਦੇ ਵਿੱਚ ਦਿਸਦਾ ਪਿਆ ਕਿ ਕਿੱਥੇ ਅਸੀਂ ਜਾਣਾ ਸੀ, ਕਿੱਥੇ ਅਸੀਂ ਪਹੁੰਚ ਗਏ ਹਾਂ। ਇਹ ਤੇ ਉਹ ਗੱਲ ਹੋ ਗਈ ਜਿਵੇਂ ਅਗੇਨ ਆਪਣਾ ਪੰਜਾਬੀਆਂ ਠੇਠ ਐਗਜ਼ਾਮਪਲ ਦਿਆਂ ਕਿ ਬਈ ਮਾਂ ਪਿਓ ਆਪਣਾ ਜਿਹਨੂੰ ਕਹਿੰਦੇ ਢਿੱਡ ਵੱਢ ਕੇ ਮਿਹਨਤਾਂ ਕਰਕੇ ਬੱਚੇ ਨੂੰ ਪੜ੍ਹਾਉਂਦੇ ਨੇ, ਭਈ ਚੰਗੀ ਤੋਂ ਚੰਗੀ ਇਹਨੂੰ ਸਿੱਖਿਆ ਦੇਣੀ ਹੈ ਕਿ ਵੱਡਾ ਤੋਂ ਵੱਡਾ ਜੋ ਵੀ ਪੜ੍ਹਾਈ ਲਿਖਾਈ ਕਰਾ ਦਿਓ। ਤਾਂ ਕਹਿਣ ਦਾ ਮਤਲਬ ਮਾਂ ਪਿਓ ਨੇ ਆਪਣਾ ਢਿੱਡ ਕੱਟ ਕੇ ਮੁੰਡਾ ਪੜ੍ਹਾ ਲਿਆ, ਮੁੰਡੇ ਨੂੰ ਨੌਕਰੀ ਵੀ ਲਵਾਤੀ ਔਰ ਮੁੰਡਾ ਫਿਰ ਬਾਅਦ ਨਲਾਇਕ ਨਿਕਲ ਆਇਆ। ਇਹ ਸਾਡੇ ਮੁਲਕ ਨਾਲ ਹੋਇਆ ਜੀ। ਇਹ ਆਜ਼ਾਦੀ ਦੇਖੋ ਖੂਨ ਦੇ ਕੇ ਹੋਈ, ਕਿੰਨੇ ਮਤਲਬ ਕਹਿਣ ਦੀ ਲਈ ਲੱਖਾਂ ਸਿਰ ਗਏ, ਲੱਖਾਂ ਕੀ ਕੁਰਬਾਨੀਆਂ ਦਿੱਤੀਆਂ। ਤੁਸੀਂ ਇਸੇ ਆਜ਼ਾਦੀ ਆਈ, ਹੁਣ ਇਹ ਜਿਹੜੇ ਨਵੇਂ ਆ ਗਏ ਨੇ ਉਹ ਕਹਿੰਦੇ ਨੇ ਕਿਸੇ ਨੂੰ ਕੋਈ ਚੀਜ਼ ਆਸਾਨੀ ਨਾਲ ਮਿਲ ਜਾਏ ਉਹਦੀ ਵੈਲਿਊ ਨਹੀਂ ਰਹਿੰਦੀ। ਤੇ ਉਹ ਕਹਿੰਦਾ ਪੜ੍ਹਾ ਲਿਖਾ ਕੇ ਦੇਸ਼ ਨੂੰ ਬਣਾਤਾ ਸੀ। ਹੁਣ ਇਹ 2014 ਚਲੋ ਆਇਆ ਨੂੰ ਹੁਣ ਆਪਾਂ ਸਾਫ਼ ਗੱਲ ਕਰਨ ਦਾ ਵੇਲਾ 2014 'ਚ ਆਏ, ਸਭ ਕਹਿੰਦਾ ਪਲੇਟ ਦੇ ਉੱਤੇ ਮਿਲ ਗਿਆ। ਪਲੇਟ ਦੇ ਪਿੱਛੇ ਜਿਹੜੀ ਮਿਹਨਤ ਸੀ ਇਹਨਾਂ ਦੇਖੀ ਨਹੀਂ, ਐਂਡ ਕਹਿੰਦਾ ਕਮ ਈਜ਼ੀ ਗੋ ਈਜ਼ੀ, ਤੇ ਮੇਰੇ ਸਾਹਮਣੇ ਵੀ ਇਹਨਾਂ ਨੂੰ ਈਜ਼ੀ ਹੋ ਗਿਆ ਐਂਡ ਸਾਰਾ ਕੁਝ ਅੱਖਾਂ ਦੇ ਸਾਹਮਣੇ ਈਜ਼ੀਲੀ ਆਪਣਾ ਰੇਤ ਆਪਣੇ ਹੱਥੋਂ ਜਾ ਰਹੀ ਹੈ। ਤਾਂ ਦੈਟ ਇਜ਼ ਦ ਸੈਡ ਪਾਰਟ। ਸਰ ਵੈਸੇ ਤੁਸੀਂ ਪੰਜਾਬ ਨੂੰ ਆਜ਼ਾਦੀ ਦੇ ਮਾਇਨੇ 'ਚ ਜਦੋਂ ਤੋਲ ਕੇ ਦੇਖਦੇ ਆ, ਪੰਜਾਬ ਲਈ ਕਹਿੰਦੇ ਵੀ ਆਜ਼ਾਦੀ ਤਾਂ ਆਜ਼ਾਦੀ ਨਹੀਂ ਸੀ, ਕਿਉਂਕਿ ਪੰਜਾਬ ਦੋਹਾਂ ਪਾਸੇ ਦੀ ਅਸੀਂ ਗੱਲ ਕਰ ਲਈਏ, ਚਾਹੇ ਚੜ੍ਹਦੇ ਪੰਜਾਬ ਦੀ ਗੱਲ ਕਰ ਲਈਏ, ਚਾਹੇ ਲਹਿੰਦੇ ਪੰਜਾਬ ਦੀ ਗੱਲ ਕਰ ਲਈਏ, ਟ੍ਰੇਨਾਂ ਭਰੀਆਂ ਲਾਸ਼ਾਂ ਨਾਲ ਜਾਂਦੀਆਂ ਸੀ, ਭਰੀਆਂ ਲਾਸ਼ਾਂ ਨਾਲ ਆਉਂਦੀਆਂ ਸੀ, ਤਾਂ ਪੰਜਾਬ ਵੱਢਿਆ ਗਿਆ, ਪੰਜਾਬ ਟੁੱਕਿਆ ਗਿਆ, ਉਸ ਤੋਂ ਬਾਅਦ ਵੀ ਛੋਟਾ ਹੋਇਆ। ਲੱਗਦਾ ਕਿ ਪੰਜਾਬ ਲਈ ਆਜ਼ਾਦੀ ਉਸ ਤਰੀਕੇ ਦੀ ਆਜ਼ਾਦੀ ਹੈ ਜਿਸ ਦੀ ਪੂਰਾ ਮੁਲਕ ਗੱਲ ਕਰ ਰਿਹਾ ਇਸ ਵੇਲੇ? ਨਾ ਬਿਲਕੁਲ ਵੀ ਨਹੀਂ, ਬਿਲਕੁਲ ਨਹੀਂ। ਟਾਈਮ ਇਸ ਨੋ ਮਿੰਸਿੰਗ ਵਰਡ। ਪੰਜਾਬ ਦੀ ਆਜ਼ਾਦੀ ਦਾ ਤਾਂ ਬੇੜਾ ਗਰਕ ਕਰਤਾ ਇਹਨਾਂ ਨੇ। ਕਹਿੰਦੇ ਜਦੋਂ ਲੋੜ ਪੈਂਦੀ ਹੈ ਉਹ ਜਦੋਂ ਅੱਛਾ ਸਾਡੀ ਵੀ ਕੈਸੀ ਗੁਰੂ ਜੀ ਨੇ ਦਿੱਤੀ ਹੈ, ਅਸੀਂ ਕੋਈ ਪ੍ਰੋਬਲਮ ਹੈ ਸਭ ਤੋਂ ਅੱਗੇ ਵੱਧ ਜਾਂਦੇ ਹਾਂ। ਜਿੱਦਾਂ ਅਸੀਂ ਆਪਣੀ ਸਿੱਖੀ ਦੀ ਗੱਲ ਕਰਨੀ ਹੈ, ਜਿੱਦਾਂ ਅਸੀਂ ਆਪਣੇ ਹੱਕਾਂ ਦੀ ਗੱਲ ਕਰ, ਹੱਕ ਕਿਹੜੇ ਜਿਹੜੇ ਸਾਨੂੰ ਕੌਨਸਟੀਟਿਊਸ਼ਨ ਨੇ ਦਿੱਤੇ ਨੇ, ਇਹ ਮੇਰੇ ਹੱਕ ਨਹੀਂ ਤੁਹਾਡੇ ਹੱਕ ਨਹੀਂ, ਜਿਹੜੇ ਕਿ ਸਾਨੂੰ ਦੇਸ਼ ਦੇ ਸੁਖੀ ਦਾ ਕੌਨਸਟੀਟਿਊਸ਼ਨ ਨੇ ਦਿੱਤੇ ਨੇ, ਜਦੋਂ ਉਹਨਾਂ ਦੀ ਉਹਦੀ ਗੱਲ ਹੀ ਕਰਨੀ ਹੈ ਤੜਫ ਜਾਂਦੇ ਨੇ। ਤਾਂ ਉਹ ਸਾਫ਼ ਜੀ ਗੱਲ ਹੈ ਕਿ ਇਹ ਤਾਂ ਭਾਈ ਜਦ ਤੱਕ ਆਪਣੀ ਲੋੜ ਹੈ ਰੱਖੋ, ਅਦਰਵਾਈਜ਼ ਆਪਣਾ ਹੱਕ ਨਹੀਂ ਮੰਗਣਾ। ਤਾਂ ਇਹ ਸਾਫ਼ ਦਿਸਦਾ ਪਿਆ ਐਂਡ ਇਹ ਦਿਸ ਵਿਲ ਕਾਸਟ ਦ ਕੰਟਰੀ। ਇਹ ਪੱਕੀ ਗੱਲ ਹੈ। ਤੁਸੀਂ ਕਿਸੇ ਦਾ ਹੱਕ ਨਾ ਮਾਰ ਨਹੀਂ ਸਕਦੇ, ਡਿਲੇ ਕਰ ਸਕਦੇ ਹੋ। ਫਿਰ ਜਦੋਂ ਐਬਨੋਰਮਲ ਡਿਲੇ ਹੋ ਜਾਏ, ਜਦੋਂ ਅੱਤ ਹੋ ਜਾਏ, ਤਾਂ ਫਿਰ ਗੁਰੂ ਜੀ ਸਾਨੂੰ ਸਿਖਾਇਆ ਹੀ ਹੈ ਫਾਈਟ ਫॉर ਰਾਈਟ, ਤੇ ਇਹ ਤਾਂ ਗਲਤ ਕਰ ਰਹੇ ਨੇ ਨਾ। ਸਰ ਤੁਸੀਂ ਇਹ ਸਾਰਾ ਮਾਹੌਲ ਦੇਖਿਆ ਹੈਗਾ 47 ਦੀ ਜਦੋਂ ਅਸੀਂ ਗੱਲ ਕਰਦੇ ਤਾਂ ਉਹਦੀਆਂ ਚੀਜ਼ਾਂ ਵੀ ਤੁਹਾਡੇ ਤੱਕ ਪਹੁੰਚੀਆਂ ਹੋਣੀਆਂ? 100%। ਮੇਰੀ ਤਾਂ ਫੈਮਿਲੀ ਯਾਰ, ਸਾਡੇ ਤੇ ਮੈਂ ਤਾਂ ਚਲੋ ਲੱਕੀ ਲਿਆ ਇੱਧਰ ਫਾਦਰ ਆਰਮੀ ਸੀ ਤੇ ਮੈਂ ਇੱਧਰ ਜੰਮਿਆ, ਪਰ ਮੇਰੇ ਦਾਦਾ ਨਾਨਾ ਸਾਰੇ ਉਹਨਾਂ ਲਾਸ਼ਾਂ ਦੇ ਉੱਤੋਂ ਆਏ ਸੀ, ਕਈ ਗਏ, ਚਲੋ ਜੋ ਬਚ ਗਏ ਇਹਨਾਂ ਦੇ ਉਹਨਾਂ ਦੇ ਵਿੱਚੋਂ ਆਏ ਨਾ। ਤਾਂ ਮੈਂ ਤਾਂ ਜੋ ਸਮਝੋ ਫਸਟ ਹੈਂਡ ਫੈਮਿਲੀ ਦੇ ਵਿੱਚ ਸਫਰ ਕੀਤਾ ਸੀ ਐਂਡ ਉਦੋਂ ਪੈੜਾ ਸੀਨ ਤੇ ਨਾ ਕਦੀ ਹੋਇਆ, ਰੱਬ ਕਰੇ ਨਾ ਹੋਏ, ਪਰ ਜਿਹੜੇ ਇੰਡੀਕੇਸ਼ਨ ਠੀਕ ਨਹੀਂ ਲੱਗਦੇ ਪਗਾ ਕਰਾ ਕੇ। ਐਂਡ ਪਰ ਕਹਿਣ ਦੀ ਮਤਲਬ ਕਿ ਉਹਨੇ ਜ਼ੁਲਮ ਤੋਂ ਬਾਅਦ ਜਦੋਂ ਅਸੀਂ ਪੰਜਾਬ ਉੱਧਰੋਂ ਇੱਧਰ ਆਏ, ਇੰਡੀਆ ਦਾ ਬੇੜਾ ਰੁੜਿਆ ਪਿਆ ਸੀ, ਅਸੀਂ ਵੀ ਜਿਹਨਾਂ ਉਜੜੇ ਸਾਰੇ ਇੱਧਰ ਪਹੁੰਚੇ ਸਾਂ, ਬਟ ਵਿਦਿਨ ਨੋ ਟਾਈਮ ਪੰਜਾਬ ਬਿਕੇਮ ਨੰਬਰ 1 ਸਟੇਟ ਆਫ ਦ ਕੰਟਰੀ। ਔਰ ਪੰਜਾਬ ਦੇ ਸਿਰ ਤੇ ਆਪਣਾ ਦੇਸ਼ ਉੱਠਿਆ ਕਿਵੇਂ? 47 ਚ ਹੋਏ, 61 ਚ ਵਾਰ ਲੱਗ ਗਈ, ਰਾਈਟ। ਤੇ ਉਦੋਂ ਆਪਣੇ ਕੋਲ ਕੋਈ ਖਜ਼ਾਨਾ ਖਜ਼ੂਨਾ ਹੈ ਹੀ ਨਹੀਂ ਸੀ। ਫਿਰ ਪੰਡਿਤ ਨਹਿਰੂ ਜੀ ਨੇ, ਚਲੋ ਮੈਂ ਕਹੋਗੇ ਪੁਰਾਣੇ, ਉਹਨਾਂ ਨੇ ਬਾਈ ਸਿੱਧੇ ਵੀ ਸਾਡੇ ਲੋਕਾਂ ਦੇ ਅੱਗੇ ਕੀਤਾ ਵੀ ਵੀ ਨੀਡ ਹੈਲਪ, ਮਦਦ ਚਾਹੀਦੀ ਆ ਫੌਜ ਦੇ ਲਈ। ਹਾਂ ਓਕੇ ਭਾਈ, ਬਾਰਡਰ ਸੁਰੱਖਿਆ ਕਰਨੀ ਹੈ, ਅਸੀਂ ਇੱਕ ਫੋਰਸ ਬਣਾ ਰਹੇ ਹਾਂ। ਉਸ ਵੇਲੇ 263 ਕਰੋੜ
ਆਲ ਇੰਡੀਆ ਚੋਂ ਇਕੱਠਾ ਹੋਇਆ ਸੀ। ਸੁਣਨ ਵਾਲੀ ਗੱਲ ਹੈ, 263 ਆਲ ਇੰਡੀਆ ਚੋਂ ਇਕੱਠਾ ਆਇਆ ਸੀ ਤਾਂ ਅਰਾਊਂਡ 250 ਕਰੋੜ ਸਿਰਫ ਪੰਜਾਬ ਚੋਂ ਆਇਆ ਸੀ। ਅੱਛਾ, ਫਿਰ ਸੋਨਾ ਵੀ ਇਸ ਤਰ੍ਹਾਂ, ਹੁਣ ਮੈਨੂੰ ਐਗਜ਼ੈਕਟਲੀ ਪਤਾ ਨਹੀਂ, ਜੇ ਐਗਜ਼ਾਮਪਲ ਦੇ ਰਹੇ ਜੇ 100 ਕਿਲੋ ਸੋਨਾ ਇਕੱਠਾ ਹੋਇਆ ਸੀ ਨਾ ਆਲ ਇੰਡੀਆ ਚੋਂ, ਤੇ 95 ਕਿਲੋ ਪੰਜਾਬ ਚੋਂ ਆਇਆ ਸੀ, ਉਜੜੇ ਪੰਜਾਬ ਤੋਂ। ਇਹ ਤਾਂ ਸਾਡੀ ਸਪਿਰਿਟ ਹੈ। ਇਹਨੂੰ ਇਸ ਸਪਿਰਿਟ ਨੂੰ ਤੁਸੀਂ ਜੇ ਇਹਦੀ ਵੈਲਿਊ ਨਹੀਂ ਪਾਓਗੇ ਤੇ ਅਫਸੋਸ ਦੀ ਗੱਲ ਹੈ ਨਾ। ਤੋ ਮਤਲਬ ਇੱਕ ਉਹ ਕੌਮ ਜਿਹਨੇ ਦੇਸ਼ ਦੀ, ਔਰ ਅਜੇ ਵੀ ਕਰ ਰਹੇ ਨੇ, ਉਹਦੇ ਬਾਅਦ ਵੀ ਜਿੰਨੀਆਂ ਜੰਗਾਂ ਹੋਈਆਂ ਨੇ, ਕਾਰਗਿਲ ਲੈ ਲਓ, 71 65 ਦੀ ਹੋ ਗਈ, 70 ਦੀ ਹੋ ਗਈ, ਸਾਰੀਆਂ ਗਿਣ ਲਓ। ਮੈਨੂੰ ਲੱਗਦਾ ਕਿ ਸਾਰੀ ਜਿਹੜੀਆਂ ਬਾਰਡਰ ਏਰੀਆ ਇਹਨਾਂ ਦਾ ਤਾਂ ਜ਼ਿਆਦਾ ਬੁਰਾ ਹਾਲ ਹੁੰਦਾ ਸੀ ਉਸ ਬਿਲਕੁਲ, ਉਹ ਤਾਂ ਵੇਲੇ, ਇਹੀ ਬੰਕਰਾਂ ਦੇ ਵਿੱਚ ਰਾਤਾਂ ਕੱਟਣੀਆਂ। ਬਿਲਕੁਲ, ਪਿੰਡਾਂ 'ਚ ਅਸੀਂ ਰਿਹਾ ਬੇਟਾ, ਰਾਤੀ ਉਹ ਐਲ ਜਿਹਾ ਬਣਾ ਲਈਦਾ ਸੀ ਤੇ ਉੱਥੇ ਛੋਟੇ ਸਾਹਿਬ ਉਹਦੇ ਕੀ ਕੀਤਾ ਜਾ ਕੇ ਰਾਤੀ ਸਮਝਦਾ ਸੀ। ਇਹ ਤਾਂ ਮਤਲਬ ਕਿਸੇ ਸੁਣੀ ਸੁਣਾਈ ਗੱਲ ਨਹੀਂ, ਹੰਡੀ ਗੱਲ ਹੈ। ਤੇ ਉਹਨਾਂ ਚੋਂ ਹੁਣ ਆਪਾਂ ਵੇਖਿਆ, ਲੁੱਕ ਐਟ ਦੈਟ, ਜੇ ਆਪਾਂ ਇਹਨਾਂ ਗੱਲਾਂ ਚੋਂ ਗੱਲ ਕਰੀ, ਸਾਡੇ ਨਾਲ 47 ਦੇ ਆਸ-ਪਾਸ ਕਈ ਮੁਲਕ ਆਜ਼ਾਦ ਹੋਏ। ਚਾਈਨਾ ਲੈ ਲਓ, ਕੋਈ ਸਾਲ ਅੱਗੇ ਕੋਈ ਸਾਲ ਪਿੱਛੇ, ਅੱਜ ਵੇਖੋ ਕਿੱਥੇ ਨੇ। ਸਿੰਗਾਪੁਰ ਵੇਖੋ ਨਿਕਾ ਜਿਹਾ, ਮਲੇਸ਼ੀਆ ਨਿਕਾ ਜਿਹਾ, ਥਾਈਲੈਂਡ ਨਿਕਾ ਜਿਹਾ, ਸਾਡਾ ਪਰਸ਼ੀਅਨ ਗਲਫ ਦੇ ਵਿੱਚ ਅਜੇ ਊਂਠ ਚੱਲਦੇ ਸੀ 74 ਦੇ ਵਿੱਚ, ਮੈਂ ਅੱਖੀਂ ਵੇਖੇ ਨੇ। ਅੱਜ ਵੇਖੋ ਕਿੱਥੇ ਨੇ, ਅਸੀਂ ਕਿੱਥੇ ਹਾਂ। ਔਰ ਅਨਫੋਰਚੂਨੇਟਲੀ ਅਸੀਂ ਜ਼ਰੂਰ ਅੱਗੇ ਵਧੇ, ਪਰ ਅੱਜ ਵੀ ਆਰ ਐਬਸੋਲੂਟਲੀ ਹਾਈ ਸਪੀਡ ਬੈਕ ਗੇਟ ਜਾ ਰਹੇ ਹਾਂ। ਤੋ ਕਿੱਥੇ ਗਈਆਂ ਕੁਰਬਾਨੀਆਂ, ਕੁਰਬਾਨੀ ਦੀ ਕੀਮਤ ਕਿੱਥੇ ਗਈ, ਹੈ ਨਾ। ਤੇ ਇਹ ਤੇ ਹੁਣ ਜਿਹੜੇ ਬੈਠੇ ਨੇ ਸੱਤਾ 'ਚ, ਇਹਨਾਂ ਨੂੰ ਹੋਸ਼ 'ਚ ਆਉਣਾ ਪਏਗਾ ਕਿ ਆਪਣੇ ਪੈਰਾਂ ਤੇ ਕੁਲਾੜੀਆਂ ਨਾ ਮਾਰੋ। ਮੈਂ ਕੁਲਾੜੀ ਨਹੀਂ ਕਹਿੰਦਾ, ਕੁਲਾੜੀਆਂ ਨਾ ਮਾਰੋ। ਸਰ, ਇੱਕ ਬੜੀ ਅਹਿਮ ਚੀਜ਼ ਆ ਕਿ ਅੱਜ ਵੀ ਬਹੁਤ ਸਾਰੇ ਨੌਜਵਾਨ ਜਿਹੜੇ ਆ ਉਹ ਨਵੇਂ ਗਾਇਕਾਂ ਨੂੰ ਆਪਣਾ ਰੋਲ ਮਾਡਲ ਮੰਨਦੇ ਨੇ। ਕਲਾਕਾਰ ਜਿਹੜੇ ਹੋ ਗਏ, ਫਿਲਮੀ ਕਲਾਕਾਰ ਹੋ ਗਏ, ਜਿਹੜੇ ਟੀਵੀ ਤੇ ਆਉਂਦੇ ਨੇ, ਸਕਰੀਨਾਂ ਤੇ ਆਉਂਦੇ ਨੇ, ਜਾਂ ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਟਰੈਂਡ ਹੈ, ਇਹ 'ਤੇ ਜਿਹੜੇ ਜ਼ਿਆਦਾ ਲੋਕ ਪੋਪੂਲਰ ਹੋ ਜਾਂਦੇ ਨੇ, ਯੂਟਿਊਬਰਸ ਹੈਗੇ ਨੇ, ਉਹਨਾਂ ਨੂੰ ਲੋਕ ਫੋਲੋ ਕਰਨਾ ਸ਼ੁਰੂ ਕਰ ਦਿੰਦੇ ਨੇ। ਮੈਨੂੰ ਲੱਗਦਾ ਕਿ ਅੱਜ ਵੀ ਇੱਕ ਤਬਕਾ ਹੈਗਾ ਜਿਹੜਾ ਲਗਾਤਾਰ ਕਿਤਾਬਾਂ ਨਾਲ ਜੁੜਿਆ ਹੋਇਆ। ਉਹ ਸ਼ਹੀਦ ਭਗਤ ਸਿੰਘ ਦੀਆਂ ਕਿਤਾਬਾਂ, ਉਹਨਾਂ ਦੀ ਜੀਵਨੀ ਪੜ੍ਹਦਾ ਹੈਗਾ, ਊਧਮ ਸਿੰਘ ਦਾ ਜ਼ਿਕਰ ਕਰਦਾ ਹੈਗਾ। ਉਸ ਵੇਲੇ ਜਿਹੜੇ ਤਕੜੇ ਰਾਈਟਰਸ ਹੋਏ ਨੇ, ਜਿਹੜੇ ਹਮੇਸ਼ਾ ਸਮਾਜ ਦੇ ਵਿੱਚ ਸਮਾਜ ਦੀ ਗੱਲ ਕਰਦੇ ਰਹੇ ਨੇ, ਕੋਈ ਪਾਸ਼ ਨੂੰ ਪੜ੍ਹਦਾ ਹੈਗਾ, ਕੋਈ ਕਿਸੇ ਦੀ ਜ਼ਿਕਰ ਕਰਦਾ। ਤਾਂ ਤੁਹਾਡੇ ਦੌਰ ਦੇ ਵਿੱਚ ਵੀ ਜਿਹੜੇ ਰੋਲ ਮਾਡਲ ਆ, ਉਹਨਾਂ ਦਾ ਜ਼ਿਕਰ ਚੱਲਦਾ ਹੋਣਾ ਵੀ ਰੋਲ ਮਾਡਲ ਕੌਣ ਹੋਣਾ ਚਾਹੀਦਾ। ਤਾਂ ਉਸ ਵੇਲੇ ਤੁਹਾਡੇ ਪੁਰਖੇ ਜਿਹੜੇ ਉਹ ਵੀ ਕਹਾਣੀਆਂ ਕਿਸੇ ਸੁਣਾਉਂਦੇ ਹੋਣੇ ਆ। ਲੱਗਦਾ ਕਿ ਉਹ ਸਾਰਾ ਬਦਲ ਗਿਆ ਹੈਗਾ, ਉਸ ਵੇਲੇ ਕੁਝ ਹੋਰ ਗੱਲਾਂ ਹੁੰਦੀਆਂ ਸੀ, ਅੱਜ ਕੱਲ੍ਹ ਗੱਲਾਂ ਕੁਝ ਹੋਰ। 100% ਜਿਹਨੂੰ ਕਹਿੰਦਾ ਸੀ ਚੇਂਜ, ਉਹ ਕਹਿੰਦਾ ਮੈਂ ਸਿੱਧੀ ਗੱਲ ਇਹ ਉੱਤੇ ਥੱਲੇ ਹੋ ਗਿਆ। ਅੱਜ ਕੱਲ੍ਹ ਰੋਲ ਮਾਡਲ ਤੇ ਕੋਈ ਹੈ ਹੀ ਨਹੀਂ। ਰੋਲ ਮਾਡਲ ਤੇ ਪਤਾ ਲੱਗਦਾ ਕਥੀ ਤੇ ਕਰਨੀ ਵਾਲਾ ਜਿਹਦੇ ਨਾਲ। ਅੱਜ ਕੱਲ੍ਹ ਜਿਹੜੀ ਸਭ ਤੋਂ ਅਫਸੋਸ ਦੀ ਗੱਲ ਹੈ, ਚਲੋ ਜਿਸ ਤਰ੍ਹਾਂ ਜੇ ਆਪਾਂ ਗੱਲ ਕੀਤੀ ਆ ਕੀ ਕਹਿੰਦਾ ਸਿੰਗਰਸ ਐਂਡ ਐਕਟਰਸ ਐਂਡ ਆਲ, ਖਾਸ ਕਰ ਬੱਚਿਆਂ ਨੂੰ, ਕਿਉਂਕਿ ਰੋਲ ਮਾਡਲ ਹੁੰਦੇ ਨੇ, ਇਹਨਾਂ ਨੂੰ ਰੋਲ ਮਾਡਲ ਨਾ ਬਣਾਓ। ਇਹ ਸਾਰੇ ਜਿਹਨੂੰ ਕੀ ਕਹਿੰਦੇ ਫਿਲਮੀ ਹੀਰੋ ਨੇ, ਰੀਅਲ ਲਾਈਫ ਦੇ ਵਿੱਚ ਦੇ ਆਰ ਐਬਸੋਲੂਟਲੀ ਜ਼ੀਰੋ। ਅੱਗੇ ਮੈਨੂੰ ਕੁਝ ਕਹਿਣ ਦੀ ਲੋੜ ਨਹੀਂ, ਸਾਹਮਣੇ ਵੇਖ ਲਓ ਮੁਲਕ ਦੇ ਇੱਥੇ ਜਦੋਂ ਪ੍ਰੋਬਲਮ ਆਈ ਏ, ਇਹਨਾਂ ਚੋਂ ਕਿਸੇ ਨੇ ਵੀ ਕੁਝ ਕੀਤਾ? ਨੈਵਰ। ਤੇ ਜੇ ਕੀਤਾ ਵੀ ਹੈ ਯਾਰ, ਤੂੰ ਜੇ ਸਟੂਡੀਓ 'ਚ ਬਹਿ ਕੇ ਤੂੰ ਗਾਣੇ ਬਣਾਤੇ, ਉਹਦਾ ਕੀ ਫਾਇਦਾ ਆ? ਅਰੇ ਗੱਲ ਤੇ ਉੱਥੇ ਜੇ ਜੰਗ ਲੱਗਿਆ ਤੇ ਮੈਦਾਨ 'ਚ ਆਓ ਬਈ, ਉੱਥੇ ਨਾਲ ਖਲੋਵੋ, ਨਾਲ ਬੈਠੋ। ਤੇ ਜੇ ਤੁਸੀਂ ਗਾਣੇ ਹੀ ਬਣਾ ਸਕਦੇ, ਇਹਨਾਂ ਨੂੰ ਰੋਲ ਮਾਡਲ ਨਾ ਬਣਾਓ। ਦੇ ਆਰ ਰੀਅਲ ਹੀਰੋਜ਼, ਰੀਅਲ। ਵੇਖ ਲਓ ਅਕਸ਼ੇ ਕੁਮਾਰ, ਜਿੰਨੇ ਮੈਨੂੰ ਨਾਂ ਲੈਂਦੇ, ਮੈਨੂੰ ਇਹਨਾਂ ਤੋਂ ਮੈਨੂੰ ਕਹਿਣਾ ਹੁੰਦੀ ਹੈ। ਆ ਜਿੰਨੇ ਵੀ ਨੇ ਹੁਣ ਜੋ ਹਾਲਾਤ ਨੇ, ਇਹਨਾਂ ਨਾਲ ਵੀ ਜ਼ਿਆਦਤੀਆਂ ਹੋ ਰਹੀਆਂ ਨੇ, ਤੇ ਤੁਸੀਂ ਆਪਣੇ ਲਈ ਵੀ ਨਹੀਂ ਬੋਲ ਸਕਦੇ। ਇਹ ਤਾਂ ਮਰੀਅਲ ਲੋਕ ਨੇ ਯਾਰ। ਸੋ ਰੋਲ ਮਾਡਲ ਬਣਾਓ ਅਗੇਨ, ਜਿਨ੍ਹਾਂ ਨੇ ਕਰਕੇ ਵਿਖਾਇਆ ਹੈ। ਫੌਜ ਦੇ ਵਿੱਚ ਹੁਣ ਦੇਖੋ, ਜਿਵੇਂ ਕਾਰਗਿਲ ਦਾ ਆਪਣਾ ਜਿਹੜਾ ਹੁਣ ਲੇਟੈਸਟ, ਜਿਹਦੇ ਨਾਲ ਏਡੀ ਵੱਡੀ ਟ੍ਰੈਜਡੀ ਹੋਈ ਹੈ, ਕਾਰਗਿਲ ਦੇ ਜਾਨ ਦੀ ਬਾਜੀ ਲੈ ਕੇ, ਉਹ ਮੈਂ ਮਨੀਪੁਰ ਦੀ ਗੱਲ ਕਰ ਰਿਹਾ ਕਿਉਂਕਿ ਅੱਜ ਵੇਲੇ ਮਨੀਪੁਰ 'ਚ ਬੈਠਾ ਇੱਥੇ, ਹੀ ਕਮਸ ਬੈਕ, ਉਹ ਕਹਿੰਦਾ ਮੈਂ ਦੇਸ਼ ਨੂੰ ਬਚਾ ਲਿਆ, ਮੈਂ ਆਪਣੀ ਵਾਈਫ ਨੂੰ ਨਹੀਂ ਬਚਾ ਸਕਿਆ। ਔਰ ਉਹਦੀ ਵਾਈਫ ਨਾਲ ਕੀ ਹੋਇਆ? ਉਹਦੀ ਵਾਈਫ ਨੂੰ ਇੱਕਦਮ ਨਿਰਵਸਤਰ ਕੀਤਾ ਗਿਆ, ਪਰੇਡ ਕੀਤਾ ਗਿਆ, ਰੇਪ ਕੀਤਾ ਗਿਆ, ਐਂਡ ਦੈਨ ਸ਼ੀ ਵਾਸ ਕਿਲਡ। ਤੇ ਇਦੋਂ ਕੀ ਕਹਿਣ ਦੀ ਲੋੜ ਹੈ? ਤੁਸੀਂ ਇਹੋ ਜਿਹੇ ਮਤਲਬ ਕਿ ਫਿਲਮੀਆਂ ਨੂੰ ਕਰੋਗੇ, ਹੀਰੋ ਤੇ ਇਹਨੇ ਜਾਓ, ਉਹਦੇ ਤੋਂ ਮਾਫੀ ਮੰਗੋ, ਉਹਦੇ ਨਾਲ ਖਲੋ ਬਈ, ਚੱਲ ਮਤਲਬ ਅਸੀਂ ਨਹੀਂ ਸਭ ਬਚਾ ਸਕੇ, ਪਰ ਹੁਣ ਤੇ ਜਾ ਕੇ ਮਾਫੀਆਂ ਮੰਗੋ ਭਈ ਅਸੀਂ ਤੇਰੇ ਨਾਲ ਖਲੋਤੇ ਹਾਂ, ਕੀ ਕਰ ਸਕਦੇ ਹਾਂ। ਨਹੀਂ, ਸਭ ਤੋਂ ਪਹਿਲੀ ਗੱਲ ਤਾਂ ਮੈਨੂੰ ਲੱਗਦਾ ਕਿ ਇਹੀ ਕਰਨੀ ਚਾਹੀਦੀ ਸੀ। ਬਿਲਕੁਲ ਜੀ, ਬਿਲਕੁਲ। ਵੀ ਇਹ ਜੋ ਘਟਨਾ ਹੋਈ ਹੈ, ਵੀ ਅਸੀਂ ਨਹੀਂ ਚਾਹੁੰਦੇ ਸੀ ਇਦਾਂ ਦੀ ਚੀਜ਼ ਹੋਵੇ, ਅਸੀਂ ਮਾਫੀ ਮੰਗਦੇ ਕਿ ਸਾਡੇ ਰਾਜ ਦੇ ਵਿੱਚ ਤੁਹਾਡੇ ਨਾਲ ਇਹ ਚੀਜ਼ਾਂ ਹੋ ਰਹੀਆਂ। ਐਂਡ ਮੇਰੀ ਮਾਫੀ ਨਹੀਂ ਮੰਗੀ, ਮਾਫੀ ਮੰਗ ਕੇ ਜੇ ਕਦੇ ਫਿਰ ਗੱਲ ਖਤਮ ਹੋ ਜਾਏ, ਫਿਰ ਤਾਂ ਗੱਲ ਨਹੀਂ ਨਾ। ਨਾਲ ਹੁਣ ਜਿਵੇਂ ਸਾਡਾ ਦੇਖੋ ਫੌਜੀ ਸੀ, ਤੇਰਾ ਸਭ ਤੋਂ ਪਹਿਲਾਂ ਜਿਹੜਾ ਫਰਜ਼ ਬਣਦਾ ਸੀ, ਜਿਹੜਾ ਸਾਡਾ ਜਨਰਲ ਹੈ ਨਾ ਆਰਮੀ ਦਾ, ਇਹਦਾ ਬਣਦਾ ਸੀ ਜਾ ਕੇ ਮਾਫੀ ਮੰਗ। ਬਿਲਕੁਲ, ਉਹ ਜਾਂਦਾ। ਫਿਰ ਸਾਡੇ ਨਵਾਂ ਪੋਸਟ CDS ਜਿਹੜਾ ਬਣਿਆ ਤਿੰਨਾਂ ਦਾ ਕਰਕੇ, ਉਹ ਜਾਂਦਾ। ਉਹਦੇ ਬਾਅਦ ਆਪਣਾ ਡਿਫੈਂਸ ਮਿਨਿਸਟਰ ਜਾਂਦਾ। ਅਰੇ ਕਾਹਦੇ ਲਈ ਤੁਸੀਂ? ਉਹਦੇ ਬਾਅਦ ਕਿਉਂਕਿ ਇਹ ਘਟਨਾ ਮਨੀਪੁਰ, ਇਹ ਆਪਣੀ ਭਾਰਤ ਮਾਤਾ ਦੀ ਧਰਤੀ ਤੇ ਹੋਮ ਮਿਨਿਸਟਰ ਜਾਂਦਾ। ਜੇ ਹੋਮ ਮਿਨਿਸਟਰ ਜਾਂਦਾ, ਫਿਰ ਪ੍ਰਾਈਮ ਮਿਨਿਸਟਰ, ਚਲੋ ਪ੍ਰਾਈਮ ਮਿਨਿਸਟਰ ਸਾਡਾ ਕਿਤੇ ਜਾਂਦਾ ਨਹੀਂ, ਤੂੰ ਨਿੱਕੀਆਂ ਗੱਲਾਂ ਤੇ ਤੁਸੀਂ ਕੀ ਕਹਿੰਦੇ ਸੌਰੀ ਕਰਦੇ, ਰਿਐਕਟ ਕਰ ਦਿੰਦੇ। ਚਲੋ, ਤੇ ਉਮੀਦ ਤਾਂ ਕੋਈ ਨਹੀਂ, ਪਰ ਬੋਲ ਤੇ ਸਕਦਾ ਸੀ। ਔਰ ਸਭ ਤੋਂ ਵੱਡੀ ਜਿਹਨੂੰ ਤਰਾਸਦੀ ਕਹਿੰਦੇ ਆ,
इंडियन आर्मी दा सुप्रीम कमांडर कौन है? द प्रेजिडेंट, अ लेडी। अरे सुप्रीम कमांडर ऑफ द आर्मी, चलो पेपर ते ही है, यू आर अ लेडी। और एक लेडीज नाल उत्थे की हो रहा, तेरा मुंह तक नहीं खुलन दिया। इदों ज़्यादा अफसोस की गल होगी। एक मिनट, अपने एक आधी आज़ादी है, प्रेजिडेंट ऑफ इंडिया अ लेडी कि अपने जुल्म के बारे बोल नहीं सकती। मैं तो इन्हूं कहांगा जे पंजाबी च कहो लानत है, जे हिंदी च कहो धिक्कार है, अंग्रेजी इट्स एब्सोल्युटली शेमफुल एक्ट है। सारे दे उत्ते रिपीट करन लिया किते तो जनरल तो CDS तो अपना होम मिनिस्टर, डिफेंस मिनिस्टर, प्राइम मिनिस्टर, प्रेजिडेंट है। तुसीं काहदे हो यार? माई बाप हो तुसीं कंट्री दे, तुसीं एक राखी तुहाडा सारा काम है, पर एक लेडी है। असीं कहने जी देवी साडे देवियां दा मुल्क है, ये मुल्क देवियां दा है, गल्लां च करनियां देवियां ने। इदों ज़्यादा जुल्म हो सकदा कोई? अनइमैजिनेबल। 9 साल, एक 9 साल का 9 महीने का बच्चा शॉट डेड है। एक चर्चा ये भी ਚੱਲੀ ਹੋਈ ਹੈ, ਕਹਿੰਦੇ ਕਿ ਰਾਸ਼ਟਰਪਤੀ ਦਾ ਸਾਰੇ ਦਿਨ ਦਾ ਦਿਨਚਰਿਆ ਕੀ ਹੋਣੀ ਹੈ, ਉਹ ਤਾਂ PMO ਆਫਿਸ ਦੇ ਵਿੱਚੋਂ ਪਾਸ ਹੁੰਦਾ ਤੇ ਉਹਨਾਂ ਨੇ ਕਿਹੜਾ ਬਿਆਨ ਦੇਣਾ, ਕੀ ਗੱਲ ਕਰਨੀ ਹੈ, ਉਹ ਸਾਰੀ ਤੈਅ ਕੀਤਾ ਜਾਂਦਾ ਸਰਕਾਰ ਦੇ ਵੱਲੋਂ। ਤੇ ਉਹ ਦੇਖ ਰਹੇ ਹਨ, ਉਸ ਵੀਡੀਓ ਮੈਂ ਵੀ ਦੇਖਿਆ, ਤੇ ਦੇਖਣ ਦੇ ਬਾਅਦ ਅਫਸੋਸ ਹੁੰਦਾ ਯਾਰ, ਤੇ ਜੇ ਰਾਸ਼ਟਰਪਤੀ ਸੁਪਰੀਮ ਫਸਟ ਸਿਟੀਜ਼ਨ ਆਫ ਇੰਡੀਆ ਮਤਲਬ ਜਿਹੜਾ ਸੁਪਰੀਮ ਹੈ, ਉਹ ਕੈਨ ਓਵਰ ਰੂਲ ਐਵਰੀਬਾਡੀ। ਹੁਣ ਜਿਵੇਂ ਪਾਰਲੀਮੈਂਟ ਨਹੀਂ ਚੱਲੀ, ਉਹਨਾਂ ਨੇ ਇੱਕ ਲਫ਼ਜ਼ ਨਹੀਂ ਕਿਹਾ, ਬਈ ਕਿਉਂ ਨਹੀਂ ਕਰ ਰਹੇ, ਪ੍ਰੋਬਲਮ क्या है आपकी, है ना? प्राइम मिनिस्टर क्यों नहीं सी चल सकती? तो कहना मतलब कोई कैरेक्टर रहा ही नहीं, लीड दी हड्डी किसी दी है ही नहीं, तो तुम देश चला रहे हो, कहदा देश चला रहे हो, देश बिगाड़ रहे हो यार। ਸਰ ਇੱਕ ਬੜੀ ਅਹਿਮ ਚੀਜ਼ ਜਿਵੇਂ, ਕਿਉਂਕਿ ਆਪਾਂ ਗੱਲਾਂ ਕਰਦੇ ਕਰਦੇ ਇੱਕ ਮੈਨੂੰ ਲੱਗਦਾ ਕਿ ਇੱਕ ਬੜੀ ਅਹਿਮ ਚੀਜ਼ ਹੈਗੀ, ਜਿਵੇਂ ਦੇਸ਼ ਆਜ਼ਾਦੀ ਮਹਿਸੂਸ ਕਰ ਰਿਹਾ ਜਾਂ ਨਹੀਂ ਕਰ ਰਿਹਾ, ਇਹ ਬੜੀ ਜ਼ਰੂਰੀ ਗੱਲ ਹੈ ਇਸ ਵੇਲੇ ਸਮਝਣ ਵਾਲੀ। ਬਹੁਤ ਸਾਰੇ ਲੋਕਾਂ ਨੂੰ ਲੱਗਦਾ ਹੋਊਗਾ ਵੀ ਅਸੀਂ ਆਜ਼ਾਦ ਹੋਏ ਹਾਂ, ਕਿ ਤੁਸੀਂ ਉੱਦਾਂ ਦਾ ਰਾਜ ਚਾਹੁੰਦੇ ਸੀ ਜਿੱਦਾਂ ਗੋਰੇ ਸਾਡੇ ਤੇ ਰਾਜ ਕਰਦੇ ਸੀ, ਸਾਡੇ ਤੇ ਅਤਿਆਚਾਰ ਕਰਦੇ ਸੀ। ਬਹੁਤ ਸਾਰੀਆਂ ਤਸਵੀਰਾਂ ਲੋਕਾਂ ਦੇ ਮਨਾਂ ਦੇ ਵਿੱਚ ਬੈਠੀਆਂ ਹੋਈਆਂ ਨੇ, ਪਰ ਉਸ ਤੋਂ ਚੰਗੀ ਗੱਲ ਆ ਵੀ ਅਸੀਂ ਉਸ ਚੀਜ਼ ਚੋਂ ਨਿਕਲੇ ਹੈਗੇ, ਆਜ਼ਾਦ ਹੋਏ। ਪਰ ਜਿਹੜੀ ਆਜ਼ਾਦੀ ਸਾਨੂੰ ਮਿਲੀ ਹੈ, ਕਿ ਉਹ ਆਜ਼ਾਦੀ ਅਸੀਂ ਚੰਗੀ ਤਰ੍ਹਾਂ ਮਾਣ ਰਹੇ ਹਾਂ ਜਾਂ ਨਹੀਂ ਮਾਣ ਰਹੇ? ਤੁਸੀਂ ਗੋਰਿਆਂ ਦੇ ਰਾਜ ਨੂੰ ਤੇ ਅੱਜ ਦੇ ਰਾਜ ਨੂੰ ਜਦੋਂ ਕੰਪੈਰੀਜ਼ਨ ਕਰਦੇ, ਤੁਸੀਂ ਮੈਨੂੰ ਲੱਗਦਾ ਕਿ ਪਹਿਲਾਂ ਵੀ ਜ਼ਿਕਰ ਕਰਦੇ ਸੀ ਕਿ ਉਸ ਵੇਲੇ ਵੌਇਸ ਰਾਏ ਸੀਗੇ, ਇਹ ਕੰਪੈਰੀਜ਼ਨ ਤੁਸੀਂ ਕਿੱਦਾਂ ਕਰਕੇ ਦੇਖਦੇ ਹੋ? ਜਿਹੜੇ ਦੇਖੋ ਅੰਗਰੇਜ਼ ਕਹਿੰਦਾ ਉਹ ਨਾ ਜਾਤੀਆਂ ਕਦੇ, ਜਿਹੜੀਆਂ ਅੱਜ ਜਾਤੀਆਂ ਇਹੋ ਜਿਹੀਆਂ ਕਦੇ ਨਹੀਂ ਕਰਦੇ। ਉਹ ਦੇਖੋ ਦੇਵਰ ਰੂਲਰਸ, ਸਾਡੇ ਸੱਕੇ ਨਹੀਂ ਸੀ, ਉਹਨਾਂ ਨੇ ਰਾਜ ਕਰਨਾ। ਉਹਨਾਂ ਨੇ ਇੱਕ ਪੈਰਾਮੀਟਰ ਬਣਾਇਆ ਵੀ ਇਹ ਲਾਈਨ ਦੇ ਅੰਦਰ ਜੋ ਮਰਜ਼ੀ ਕਰ ਲਓ, ਲਾਈਨ ਕ੍ਰਾਸ ਕਰੋਗੇ ਫਿਰ ਅਸੀਂ ਤੁਹਾਨੂੰ ਕੀ ਫਿਰ ਟੰਗਾ ਕਰਾ ਕੇ। ਇਹ ਤਾਂ ਸਾਡੇ ਆਪਣੇ ਨੇ ਯਾਰ, ਹੈ ਨਾ? ਤੇ ਉਹ ਮਤਲਬ ਬੜਾ ਅਫਸੋਸ ਵਾਲਾ ਸੀਨ ਹੈ। ਕਿੱਥੇ ਉਹ ਬਗਾਨੇ, ਤੁਸੀਂ ਆਪਣੇ, ਤੁਹਾਨੂੰ ਅਸੀਂ ਪੀਕੀ ਦਾ ਵੋਟ ਦੇ ਕੇ ਲਾਇਆ। ਹੁਣ ਜਿਵੇਂ ਆਪਾਂ ਗੱਲ ਕਰ ਰਹੇ ਹਾਂ ਆਜ਼ਾਦੀ ਦੀ, ਆਜ਼ਾਦੀ ਤਦ ਤੱਕ ਹੈ ਜਦ ਤੱਕ ਯੂ ਆਰ ਸਿਟੀਜ਼ਨ ਆਫ ਦਾ ਕੰਟਰੀ। ਹੁਣ ਅਜੇ ਸਿਟੀਜ਼ਨ ਆ, ਇਹ ਸਾਨੂੰ ਦੁਬਾਰਾ ਪ੍ਰਜਾ ਬਣਾ ਰਹੇ ਨੇ, ਹੈ ਨਾ? ਸਬਜੈਕਟ, ਪ੍ਰਜਾ ਦੇ ਕੋਈ ਅਧਿਕਾਰ ਨਹੀਂ ਹੁੰਦੇ, ਤਾਂ ਸਾਨੂੰ ਇਹ ਦੇ ਗਏ ਫਰਮ ਸਿਟੀਜ਼ਨ ਸਾਡੇ ਹੱਕ ਹੁੰਦੇ ਨੇ, ਕੌਂਸਟੀਟਿਊਸ਼ਨ ਦਿੱਤੇ ਨੇ, ਅਸੀਂ ਆਹ ਕਰਨਾ, ਆਹ ਸਾਡੇ ਹੱਕ ਨੇ, ਆਹ ਸਾਡੀਆਂ ਡਿਊਟੀਜ਼ ਨੇ। ਤੇ ਉਹ ਇਹ ਖਤਮ ਕਰ ਰਹੇ ਨੇ। ਦੈਟ ਮੀਨ ਯਾਰ ਅਸੀਂ ਬੈਕ ਟੂ ਪ੍ਰਜਾ ਮੀਨਸ ਨੋ ਹੱਕ। ਤੇ ਜੇ ਨੋ ਹੱਕ ਫਿਰ ਤੁਸੀਂ ਗੁਲਾਮ ਤੋਂ ਫਿਰ ਗੁਲਾਮੀ ਤੇ ਆ ਗਏ ਫਿਰ ਤੋਂ, ਹੈ ਨਾ? ਤੇ ਇਸ ਕਰਕੇ ਭਗਤ ਸਿੰਘ ਤੇ ਆਪਣੇ ਸਰਾਭਾ ਜਿੰਨੇ ਵੀ ਆ, ਮੈਂ ਚੰਦਰ ਸ਼ੇਖਰ ਆਜ਼ਾਦ ਜਾਂ ਜਿੰਨੇ ਵੀ ਨੇ, ਇਸ ਲਈ ਉਹਨਾਂ ਖੂਨ ਦਿੱਤੇ ਚੜ੍ਹਦੀ ਜਵਾਨੀ ਚ ਯਾਰ। ਇਹ ਤੇ ਬਹੁਤ ਅਫਸੋਸ ਦੀ ਗੱਲ ਹੈ। ਤੁਸੀਂ ਇੱਕ ਜ਼ਿਕਰ ਕਰ ਰਹੇ ਸੀ, ਕਿਉਂ ਆਪਾਂ ਪਹਿਲਾਂ ਜਦੋਂ ਗੱਲ ਕਰ ਰਹੇ ਸੀ, ਕਹਿੰਦੇ ਕਿ ਜਿੱਦਾਂ ਉਸ ਵੇਲੇ ਵੌਇਸ ਰਾਈਸ ਲੈ ਕੇ ਸੀ, ਗੋਰੇ ਨੇ ਰਾਜ ਕਿੱਦਾਂ ਕੀਤਾ। ਬਿਲਕੁਲ। ਨਾਓ ਦਿਸ ਇਜ਼ ਫॉर ਦ ਕੰਟਰੀ, ਵੇਕ ਅਪ। ਇਹ ਹੁਣ ਇਹਨਾਂ ਨੇ ਫਾਰਮੂਲਾ ਕੀ ਲਾਇਆ? ਸਿੰਪਲ ਜੀ ਗੱਲ ਹੈ ਕਿ ਜਦੋਂ ਗੋਰੇ ਰਾਜ ਕਰਦੇ ਸੀ, ਐਟ ਦ ਪੀਕ 1 ਲੱਖ ਗੋਰਾ ਸੀ, 33 ਕਰੋੜ ਅਸੀਂ ਸਾਂ, ਠੀਕ ਹੈ? ਐਂਡ ਉਸ ਵੇਲੇ ਇੰਗਲੈਂਡ ਤੋਂ ਆਉਣ 'ਚ ਸੁਏਜ਼ ਕਨਾਲ ਨਹੀਂ ਸੀ ਬਣੇ, ਪੂਰਾ ਅਫਰੀਕਾ ਦਾ ਚੱਕਰ ਮਾਰ ਕੇ ਆਉਣਾ ਹੈ। ਤੇ ਕਹਾਵਾ ਸੀ 9 ਮਹੀਨੇ ਲੱਗਦੇ ਸੀ ਉਸ ਜ਼ਮਾਨੇ 'ਚ ਆਉਣ ਦਾ। ਕਹਿੰਦਾ ਮਤਲਬ ਅਥਾਰਟੀ ਉਹ ਤੋਂ ਸਾਡੇ ਤੋਂ 9 ਮਹੀਨੇ ਫਿਜ਼ੀਕਲੀ ਦੂਰ ਸੀ। ਐਮਰਜੈਂਸੀ 'ਚ ਕੋਈ ਚਿੱਠੀ ਵੀ ਪਾਣੀ ਤੇ ਤੀਜੇ ਮਹੀਨੇ ਪਹਿਲਾਂ ਨਹੀਂ ਸੀ ਪਹੁੰਚਦੀ। ਸਟਿਲ ਦੇ ਰੂਲਡ ਇਟ। ਕਿਵੇਂ ਦੇ ਰੂਲਡ ਇਟ ਆ? 1 ਲੱਖ ਬੰਦੇ ਨੇ 33 ਕਰੋੜ ਤੇ ਰਾਜ ਕੀਤਾ। ਕਿਵੇਂ ਰਾਜ ਕੀਤਾ? ਉਹ ਜਿਹੜਾ ਆਪਣਾ ਕੁਈਨ ਨੇ ਇੱਥੇ, ਕੁਈਨ ਜਾਂ ਕਿੰਗ ਨੇ ਇੱਥੇ ਲਾਤਾ ਆਪਣਾ ਜੋ ਵੀ ਵਾਇਸ ਕੀ ਕੀਤਾ, ਜੋ ਵੀ ਕਹਿੰਦੇ ਸੀ ਆਪਣਾ, ਉਹਨੇ ਅੱਗੇ ਆਪਣੇ ਚਮਚੇ ਖੜੇ ਕਰ ਦਿੱਤੇ। ਉਹਦੇ ਅੱਗੇ ਇਹਨਾਂ ਨੇ ਫਿਰ ਆਪਣੇ ਇੰਡੀਅਨ ਚਮਚੇ ਖੜੇ, ਜਿਵੇਂ ਰਾਏ ਸਾਹਿਬ ਬਣਾਤਾ, ਕਰਾ ਕਰਿਆ ਤਾ, ਤੇ ਉਹਨਾਂ ਦੇ ਥਰੂ ਇਹਨਾਂ ਨੇ ਜਾਲ ਫੈਲਾ ਲਿਆ, ਠੀਕ ਹੈ? ਔਰ ਫਿਰ ਸਾਰਾ ਆਪਣਾ ਇੰਡੀਆ ਨੂੰ ਕੰਟਰੋਲ ਕਰ ਲਿਆ। ਇਹ ਹੁਣ ਆਪਣਾ ਮੈਨੂੰ ਕਹਿਣ 'ਚ ਕੋਈ ਸ਼ੱਕ ਨਹੀਂ ਗੁਜਰਾਤੀ ਮਾਈਂਡ ਹੈ। ਇਹ ਗੁਜਰਾਤੀ ਮਾਈਂਡ ਇਜ਼ ਮਨੀ ਮਾਈਂਡ ਆ। ਤੇ ਇਹਨਾਂ ਕਿਹਾ ਕਿ ਯਾਰ ਜੇ ਇੰਨੀ ਦੂਰੋਂ ਰੂਲ ਕਰ ਸਕਦੇ ਸੀ ਤੇ ਵਾਈ ਨਾਟ ਅਸ। ਇਹਨਾਂ ਦੋ ਹਿਸਟਰੀ 'ਚੋਂ 2 ਚੀਜ਼ਾਂ ਸਿੱਖੀਆਂ ਜਿਹੜੀਆਂ ਫਾਲਤੂ ਚੀਜ਼ਾਂ ਸਿੱਖੀਆਂ, ਚੱਲਦੀ ਕੋਈ ਚੀਜ਼ ਨਹੀਂ ਕੀ। ਹਿਟਲਰ ਦਾ ਜ਼ੁਲਮ ਸਿੱਖਿਆ ਜੋ ਚੱਲ ਰਿਹਾ। ਹਿਟਲਰ ਨੇ ਕੀ ਕੀਤਾ ਸੀ? ਪਹਿਲਾਂ ਕਮਿਊਨਿਸਟ ਮਾਰੇ, ਫਿਰ ਇਹ ਮਾਰੇ, ਫਿਰ ਜਿਊਜ਼ ਮਾਰੇ। 60 ਲੱਖ ਜਿਊ ਉਸ ਵੇਲੇ ਮਾਰਿਆ ਗਿਆ ਸੀ। ਬਿਲਕੁਲ ਜਲਾਏ ਗਏ। ਕੀ ਕੀਤਾ? ਗੈਸ ਚੈਂਬਰ। ਇਹੀ ਫਾਰਮੂਲਾ ਐਸੇ ਲਾ ਲਿਆ ਜੀ, ਇੱਕ ਨਾ ਕੀ ਕੀਤਾ, ਰਾਖਸ਼ ਬਣਾ ਦਿਓ, ਅਸਲ ਮੁਸਲਮਾਨਾਂ ਨੂੰ ਬਣਾਇਆ ਹੋਇਆ। ਉਧਰ ਲਾਤਾ।
ਦੂਜਾ ਜਿਵੇਂ ਗੋਰਿਆਂ ਨੇ ਸਾਰੀ ਥਰੂ ਦਾ ਕੀਤੀ ਸੀ ਆਪਣਾ ਬੰਦੇ India ਲਾਏ ਸੀ ਉੱਪਰ। ਬੰਦੇ, ਤਾਂ ਇਹਨਾਂ ਨੇ ਹੁਣ ਸੇਮ ਫਾਰਮੂਲਾ ਲਾ ਦਿੱਤਾ। ਹੁਣ ਤੁਹਾਨੂੰ ਜਿਵੇਂ ਦਿੱਲੀ ਦਾ ਕੀਤਾ, ਗਵਰਨਰ ਚੁਣੀ ਹੋਈ ਸਰਕਾਰ ਨਾ ਦੀ, ਗਵਰਨਰ ਕੋ ਸਾਰੀਆਂ ਪਾਵਰਾਂ। ਜੇ ਇੱਕ ਜਗ੍ਹਾ ਹੋ ਗਈ, ਇਟ ਇਜ਼ ਅੰਡਰਸਟੂਡ ਕਿ ਦੈਟ ਮੀਨਸ ਸਾਡੇ 29 ਸਟੇਟ ਆ ਜਿੰਨੇ ਵੀ ਕਰ ਸਕਦੇ ਨੇ, ਤਾਂ ਉੱਥੇ ਗਵਰਨਰ ਲੱਗ ਗਏ, ਇਹਨਾਂ ਦੇ ਬੰਦੇ ਲੱਗ ਗਏ। ਅੱਛਾ, ਫਿਰ ਜੇ ਰੂਲ ਕਰਨ ਲਈ ਚਾਹੀਦਾ ਕੀ ਹੁੰਦਾ? ਸਭ ਤੋਂ ਪਹਿਲਾਂ ਚਾਹੀਦੀ ਤਾਂ ਤੁਹਾਨੂੰ ਪੈਸਾ, ਫਿਰ ਆਰਮੀ, ਫਿਰ ਇੰਟਰਨਲ ਸਿਕਿਉਰਿਟੀ, ਐਂਡ ਫਿਰ ਜਿਹਨੂੰ ਕਹਿੰਦਾ ਲੋਕਾਂ ਨੂੰ ਕਹਿੰਦਾ ਜਿਵੇਂ ਹਰ ਰਾਜੇ ਦੀ ਇੱਕ ਹੁੰਦੀ ਸੀ ਨਾ ਗੁਪਤ ਸੈਨਾ। ਹੁਣ ਮੈਂ 1 ਬਾਏ 1 ਚੱਲਣਾ। ਦੇਸ਼ ਚਲਾਉਣ ਲਈ ਇਹਨਾਂ ਨੇ GST ਕਰ ਲਈ, ਦੈਟ ਮੀਨਸ ਸਾਰੇ ਮੁਲਕ ਦਾ ਪੈਸਾ, ਸਾਰਾ ਪੈਸਾ ਇਹਨਾਂ ਕੋਲ, ਮਤਲਬ ਹਰ ਸਟੇਟ ਦਾ ਪੈਸਾ ਉਹਦਾ ਪਹਿਲਾਂ ਤੁਹਾਡੇ ਕੋਲ, ਪਹਿਲਾਂ ਉਧਰ ਜਾਊਗਾ, ਉਹ ਤੋਂ ਬਾਅਦ ਵੰਡਣਗੇ। ਪੈਸੇ ਆ ਗਏ ਸਾਡੇ ਕੋਲ। ਫੌਜ ਆਪਣਾ ਤਿੰਨਾਂ ਦਾ ਇੱਕ ਹੈੱਡ ਬਣਾ ਦਿੱਤਾ। ਜਦੋਂ ਦਾ ਇੰਡੀਆ ਹੋਇਆ ਕਦੀ ਨਹੀਂ ਸੀ ਬਣਿਆ। ਚਲੋ ਜੇ ਤੁਸੀਂ ਬਣਾਇਆ ਨੋ ਪ੍ਰੋਬਲਮ, ਬਟ ਉਹ ਹੁਣ ਆਪਣਾ ਪ੍ਰੈਜ਼ੀਡੈਂਟ ਨੂੰ ਰਿਪੋਰਟ ਨਹੀਂ ਕਰਦਾ। ਸੁਪਰੀਮ ਕਮਾਂਡਰ ਅਜੇ ਔਨ ਪੇਪਰ ਹੀ ਸਾਡਾ ਪ੍ਰੈਜ਼ੀਡੈਂਟ ਆ। ਦਿਸ ਗਾਏ ਜਿਹੜਾ CDS ਹੈ, ਇਹ ਰਿਪੋਰਟਸ ਦਾ ਆਪਣਾ PMO, ਠੀਕ ਹੈ। ਹੁਣ ਪੈਸੇ ਮੇਰੇ ਕੋਲ ਆ ਗਏ, ਪ੍ਰਾਈਮ ਮਿਨਿਸਟਰ ਫੌਜ ਮੇਰੇ ਕੋਲ, ਤਿੰਨੀ ਫੌਜਾਂ ਆ ਗਈਆਂ, ਫੌਜ ਆ ਗਏ ਮੇਰੇ ਕੋਲ ਆ ਗਏ। ਤੇ ਉਹ ਕੀ ਕੀਤਾ, ਪੁਲਿਸ, ਇੰਟਰਨਲ ਸਿਕਿਉਰਿਟੀ, ਤੁਹਾਨੂੰ ਉਹ ਤਾਂ ਪਹਿਲੀ ਹੈਗੇ, ਜੋ ਵੀ ਸਾਹਿਬ ਲਾ ਕੇ ਜਿਹੜੇ DGP ਲੱਗਣੇ ਉਹ ਤਾਂ ਪਹਿਲੀ ਉਹ ਸੈੱਟ ਹੋ ਗਏ, ਸੈਂਟਰ ਦੇ ਵਿੱਚ ਪਤਾ ਹੁੰਦਾ। ਹਾਂ, ਹੁਣ ਉਹਦੇ ਬਾਅਦ ਰਹਿ ਗਈ ਆ ਕਿ ਜੋ ਹੁੰਦੇ ਸੀ ਗੁਪਤ ਵਿਭਾਗ, ਉਹਦੇ ਵਿੱਚ ED ਮੇਰੇ ਕੋਲ ਹੋ ਗਈ, ਇਨਕਮ ਟੈਕਸ ਮੇਰੇ ਕੋਲ, CBI ਮੇਰੇ ਕੋਲ ਹੋ ਗਈ। ਹੁਣ ਇਸੇ ਕਰਕੇ ਸਾਰੇ ਫਟਕਦੇ ਨੇ ਨਾ। ਹਾਂ, ਤਾਂ ਜਦੋਂ ਤੁਹਾਡੇ 'ਚ ਚੀਜ਼ਾਂ ਇਹਨਾਂ ਕੋਲ ਆ ਗਈਆਂ, ਇਹ ਆ ਗਈਆਂ ਨੇ ਇਹਨਾਂ ਕੋਲ, ਤਾਂ ਉਸੇ ਫਾਰਮੂਲੇ ਨਾਲ ਇਹ ਹੁਣ ਰੂਲ ਕਰਨ ਇਹਨਾਂ ਨੇ ਕਿ ਭਾਈ ਆਪਾਂ ਰੂਲ ਕਰਨੇ, ਸਾਨੂੰ ਕੀ ਲੋੜ ਹੈ। ਕਹਿਣ ਦਾ ਮਤਲਬ 140 ਕਰੋੜ ਨੂੰ ਹੁਣ ਇਹ 3 ਬੰਦੇ ਰੂਲ ਕਰਨਗੇ, ਸੇਮ ਫਾਰਮੂਲਾ ਜੋ ਅੰਗਰੇਜ਼ ਦਾ ਲਾਇਆ ਸੀ। ਆਈ ਹੋਪ ਆਈ ਐਮ ਕਲੀਅਰ ਔਨ ਦੈਟ। ਬਿਲਕੁਲ, ਹਾਂ, ਤਾਂ ਉਹਦੇ ਨਾਲ ਕਰਨਾ ਐਂਡ ਮੌਜ ਮੰਨੋ, ਐਂਡ ਦੈਟ ਮੀਨਸ ਅੱਛਾ ਉਹ ਕਰਕੇ ਫਿਰ ਸਾਡਾ ਕੀ ਕਨਸਟੀਟਿਊਸ਼ਨ ਕਿਹਾ, ਵਨਸ ਅਗੇਨ ਆਈ ਰਿਪੀਟ, ਫਰਮ ਸਿਟੀਜ਼ਨਸ ਵੀ ਬਿਕਮ ਸਬਜੈਕਟ। ਕਹਿੰਦਾ ਮਤਲਬ ਫਰਮ ਨਾਗਰਿਕ ਅਸੀਂ ਪ੍ਰਜਾ ਬਣ ਗਏ। ਕੋਈ ਹੱਕ ਨਹੀਂ, ਕੋਈ ਚੁੱਕ ਕੇ ਮਰਜ਼ੀ ਲਾ ਜਾਓ। ਜਿਵੇਂ ਜਨਾਨੀਆਂ ਦਿਨ ਰਾਤ ਜੋ ਕਰਦੇ, ਇਹ ਫਿਰ ਆਫੀਸ਼ੀਅਲ ਹੋ ਜਾਣਾ। ਉਹ ਪੁਰਾਣੇ ਜ਼ਮਾਨੇ ਤੁਹਾਨੂੰ ਪਤਾ ਕੀ ਹੁੰਦਾ ਸੀ, ਮੈਂ ਦੂਰ ਨਹੀਂ ਜਾਣਾ, ਚੰਗਾ ਲੱਗੇ ਮਾੜਾ ਲੱਗੇ। ਜਦੋਂ ਗੋਰੇ ਸੀ ਸਾਡੇ ਤੋਂ ਇੱਥੇ ਘੰਟੇ ਦਾ ਰਾਹ ਹੈ ਪਟਿਆਲਾ। ਮਹਾਰਾਜ ਦੇ ਕਿੰਨੇ ਰਾਣੇ ਸੀ? 360 ਇੰਨੇ ਸੀ। ਕਿਉਂ? ਕਿਉਂਕਿ ਪ੍ਰਜਾ ਸੀ। ਦੈਨ ਜਿਹੜਾ ਉਹਨੂੰ ਜਨਾਨੀਆਂ ਨੂੰ ਚੁੱਕ ਕੇ ਲਾਇਆ, ਇਹ ਘਰ ਹੋਏਗਾ। ਜੇ ਕੋਈ ਗੱਲ ਖਤਮ ਹੈ, ਉਹ ਜਿਵੇਂ ਜਾ ਰਿਹਾ ਗੱਡੀ ਤੇ, ਕੋਈ ਚੰਗੀ ਲੱਗੀ ਮਾੜੀ ਲੱਗੀ। ਨਹੀਂ, ਤਾਂ ਅੰਕੜੇ ਕਹਿ ਰਹੇ ਨੇ ਅੱਜ ਕੱਲ, ਪਿੱਛੇ ਜੇ ਰਿਪੋਰਟਾਂ ਆਈਆਂ, ਕਹਿੰਦੇ ਕਿ ਪੂਰੇ ਦੇਸ਼ ਦੇ ਵਿੱਚੋਂ ਕੁੜੀਆਂ 12-13 ਵੱਡੇ ਪੱਧਰ ਤੇ, ਉਹ ਗਿਣਤੀ ਦਾ ਕੋਈ ਅੰਤ ਨਹੀਂ, ਵੱਡੇ ਪੱਧਰ ਤੇ ਗਿਣਤੀ ਵੱਧ ਰਹੀ ਹੈ। ਹਰ ਸਾਲ ਬਹੁਤ ਸਾਰੀਆਂ ਲੜਕੀਆਂ ਜਿਹੜੀਆਂ ਨੇ ਉਹ ਗਾਇਬ ਹੋ ਜਾਂਦੀਆਂ ਨੇ। ਐਂਡ ਜਿਹਨੂੰ ਕਹਿੰਦੇ ਪੁੱਟ 2 and 2 ਟੂਗੇਦਰ, ਜਿਸ ਤਰ੍ਹਾਂ ਜੇ ਟੋਟਲ ਮੈਨੂੰ ਗਲਤੀ ਨਾਲ ਲੱਗੇ 13 ਲੱਖ ਇਹ ਕਿਹਾ, ਤੇ ਉਹਦੀ ਹਾਈ ਪਰਸੈਂਟੇਜ ਫਰਮ BJP ਰੂਟ ਸਟੇਟਸ ਆ, ਗੁਜਰਾਤ, ਮੱਧ ਪ੍ਰਦੇਸ਼, ਇੱਥੋਂ। ਤੇ ਹੁਣ ਇਮੈਜਿਨ ਕਰ ਲਓ, ਜਦੋਂ ਸਿਰ ਤੇ ਬਹਿ ਗਏ ਤੇ ਕਨਸਟੀਟਿਊਸ਼ਨ ਖਤਮ ਹੋ ਗਿਆ, ਅੱਗੇ ਤਾਂ ਕਹਿੰਦਿਆਂ ਸੋਚਦਿਆਂ ਸ਼ਰਮ ਆਉਂਦੀ ਹੈ ਯਾਰ। ਸਰ, ਬੜੀਆਂ ਚੀਜ਼ਾਂ ਸੋਚ ਕੇ ਬੰਦਾ, ਫੌਜ ਦੇ ਤਿੰਨੇ ਜਿਹੜੇ ਪੜਾਅ ਹੈਗੇ ਨੇ, ਚਾਹੇ ਉਹ ਗਰਾਊਂਡ ਤੇ ਰਹਿ ਕੇ ਫੌਜ ਦੇ ਵਿੱਚ ਜ਼ਿੰਮੇਵਾਰੀ ਨਿਭਾਉਣੀ ਹੋਵੇ, ਪਾਣੀ ਤੇ ਰਹਿ ਕੇ ਮੈਰੀਨ ਬਣ ਕੇ ਜ਼ਿੰਮੇਵਾਰੀ ਨਿਭਾਉਣੀ ਹੋਵੇ, ਜਾਂ ਪਾਇਲਟ ਬਣ ਕੇ ਏਅਰ ਫੋਰਸ ਦੇ ਵਿੱਚ ਆਪਣੀ ਜ਼ਿੰਮੇਵਾਰੀ ਨਿਭਾਉਣੀ ਹੁੰਦੀ, ਬੰਦਾ ਬੜੇ ਜਜ਼ਬੇ ਨਾਲ ਜਾਂਦਾ। ਤੁਸੀਂ ਜਦੋਂ ਗਏ ਸੀਗੇ, ਉਸ ਵੇਲੇ ਇੱਕ ਬੜੀ ਭਾਵਨਾ ਹੁੰਦੀ ਬੰਦੇ ਦੇ ਵਿੱਚ, ਅਸੀਂ ਜ਼ਿੰਮੇਵਾਰੀ ਨਿਭਾਉਣੀ ਆ। ਔਕੜਾਂ ਬਹੁਤ ਹੁੰਦੀਆਂ, ਇਹ ਜਿਹੜੀਆਂ ਔਕੜਾਂ ਤੁਸੀਂ ਉਸ ਵੇਲੇ ਕੁਝ ਉਦਾਹਰਨਾਂ ਦੇ ਤੌਰ ਤੇ ਸਮਝਾਉਣੀਆਂ। ਹੁਣ ਜਿਵੇਂ ਤੁਸੀਂ ਜ਼ਿਕਰ ਕਰ ਰਹੇ ਸੀਗੇ ਕਿ ਜਦੋਂ ਸਮੁੰਦਰ ਦੇ ਵਿੱਚ ਤੂਫਾਨ ਆਉਂਦਾ ਤਾਂ ਉਹਦਾ ਕੋਈ ਅੰਤ ਨਹੀਂ ਹੁੰਦਾ, ਇਹ ਵੀ ਹੁੰਦਾ ਵੀ ਅੱਜ ਵੀ ਗਏ ਤੇ ਕੱਲ ਵੀ ਗਏ। ਤਾਂ ਉਹ ਸਾਰੇ ਸਮੇਂ ਦੇ ਨਾਲ, ਜਿਵੇਂ ਤੁਸੀਂ ਕੁਝ ਉਦਾਹਰਨਾਂ ਦੇ ਸਮੇਂ ਸਮਝਾਉਣਾ ਹੋਵੇ ਵੀ ਤੁਹਾਡੇ ਨਾਲ ਕੋਈ ਨਿੱਜੀ ਚੀਜ਼ਾਂ ਇਦਾਂ ਦੀਆਂ ਹੋਈਆਂ। ਅਰੇ ਤੂਫਾਨ 2-3 ਵਾਰੀ ਐਸੇ ਸੀ ਕਿ ਭਾਵੇਂ ਮਸ਼ੀਨਰੀ ਹੈ ਹਾਈਲੀ ਰਿਲਾਇਬਲ, ਪਰ ਇੱਕ ਸਟੇਜ ਆ ਜਾਂਦੀ ਹੈ ਕਿ ਮਸ਼ੀਨਰੀ ਚੱਲ ਰਹੀ ਹੈ, ਪਰ ਕੀ ਕਹਿੰਦਾ ਉਹ ਮੁਕਾਬਲਾ ਨਹੀਂ ਕਰ ਸਕਦੇ ਉਸ ਤੂਫਾਨ ਦਾ ਤਾਂ ਕੋਈ ਅੰਤ ਨਹੀਂ ਹੁੰਦਾ। ਤੇ 3 ਵਾਰੀ ਮੇਰੀ ਲਾਈਫ 'ਚ ਆਇਆ ਕਿ ਉਹ ਸਟੇਜ ਸੀ ਕਿ ਦੇਖੋ ਸਾਨੂੰ ਟ੍ਰੇਨ ਕੀਤਾ ਜਾਂਦਾ, ਜਦੋਂ ਤੂਫਾਨ ਆਏਗਾ ਤੇ ਬਾਈ ਜਿਵੇਂ ਮੈਂ ਸਿੰਪਲ ਕਰਕੇ ਨਾ ਕਿ ਤੂਫਾਨ ਆਇਆ ਤੇ ਤੁਸੀਂ ਇੱਧਰ ਮੂਵ ਕਰਕੇ ਚੱਲਣਾ, ਇਹ ਸਪੀਡ ਕਰਕੇ ਚੱਲਣੀ ਹੈ, ਸਾਰਾ ਕੁਝ ਇੱਕਦਮ ਸਮਝਾਇਆ ਜਾਂਦਾ। 3 ਵਾਰੀ ਸਿਚੁਏਸ਼ਨ ਉਹ ਆਈ ਸੀ ਕਿ ਜਿੰਨਾ ਮੈਂ ਸਿੱਖਿਆ ਸੀ, ਜਿੰਨਾ ਮੇਰੇ ਕਪਤਾਨ, ਚਲੋ ਮੈਂ ਉਦੋਂ ਛੋਟਾ ਸੀ ਤੇ ਮੇਰੇ ਕਪਤਾਨ ਨੇ ਮਤਲਬ ਜਿਨ੍ਹਾਂ ਦੇ 25-30 ਸਾਲ ਦੇ ਐਕਸਪੀਰੀਅੰਸ ਸੀ, ਫਿਰ ਉਦੋਂ ਛੋਟਾ ਹੁੰਦੇ ਬੱਚੇ ਸਾਰੇ ਜਹਾਜ਼ ਦੇ ਉੱਤੇ ਜਿੰਨੀ ਅਕਲ ਸੀ ਲਾ ਲਈ, ਐਂਡ ਕੋਈ ਚਾਰਾ ਨਹੀਂ ਚੱਲ ਰਿਹਾ। ਸਿੱਧੀ ਜਿਹੀ ਗੱਲ ਰਿਹਾ ਉਦੋਂ ਕਿ ਅਸੀਂ ਚੱਲ ਬਈ ਰੱਬਾ ਬਚ ਗਏ ਤੇ ਬਚ ਗਏ। ਇਹੋ ਜਿਹੀਆਂ ਸਿਚੁਏਸ਼ਨ ਆਈਆਂ ਨੇ ਮੇਰੇ ਨਾਲ। ਦੈਟ ਜਿਹੜਾ ਵੀ ਸੇਲ ਕਰਦੇ ਨੂੰ ਇਹ ਆਉਂਦੀਆਂ ਨੇ। ਸੋ ਜਿਹਨੂੰ ਕਹਿੰਦਾ ਉਹ ਜਾਨ ਦੀ ਬਾਜੀ ਲੱਗਦੀ ਕਰਾ ਕੇ ਨਾ। ਅੱਛਾ, ਹੁਣ ਜੇ ਮੈਂ ਉਹਨੂੰ ਹੋਰ ਨੇੜੇ ਲੈ ਕੇ ਆਵਾਂ ਤੇ ਫੌਜੀਆਂ ਦੀ ਮੈਂ ਗੱਲ ਕਰਨਾ, ਜਿਹੜੇ ਆਪਣੀ ਮਤਲਬ ਸਾਰੀਆਂ ਫੋਰਸਿਸ ਤੋਂ ਲਾਰਜ ਨੰਬਰ ਆਪਣਾ ਫੌਜ ਦਾ ਹੈਗਾ, ਜਿਹੜੇ ਜ਼ਮੀਨ ਆਰਮੀ ਦਾ। ਅਰੇ 2 ਗੱਲਾਂ ਦੀ ਇੱਕ ਗੱਲ ਜਾਂ 100 ਗੱਲਾਂ ਦੀ ਇੱਕ ਗੱਲ ਕਰਾਂ, ਤੁਹਾਨੂੰ -50 ਤੇ ਵੀ ਜਾਣਾ ਪੈਂਦਾ। -50 ਟੈਂਪਰੇਚਰ ਮਤਲਬ ਕਿ ਸੀਆਚੀਨ ਵਾਲੇ ਪਾਸੇ ਕਿ ਮਤਲਬ ਤੁਹਾਡਾ ਕੋਲ ਤੁਹਾਡਾ ਬਲੱਡ ਵੀ ਜਮਣਾ ਸ਼ੁਰੂ ਹੋ ਜਾਂਦਾ, ਐਵਰੀਥਿੰਗ ਇਜ਼ ਫਰੋਜ਼ਨ।
ਠੀਕ ਹੈ, -50 ਐਂਡ ਉਹੀ 6 ਮਹੀਨਿਆਂ ਬਾਅਦ ਤੁਸੀਂ ਰਾਜਸਥਾਨ ਤੋਂ ਸਕਦੇ ਹੋ +50। ਇਹਦੇ 'ਚ ਮੈਂ ਕਹਿੰਦਾ ਤੁਸੀਂ ਕੱਖ ਵੀ ਨਾ ਕਰੋ, ਤੁਸੀਂ -50 ਤੇ -50 ਬਹਿ ਕੇ ਵਿਖਾ ਦਿਓ। ਬਟ ਉਹ ਰਿਐਲਿਟੀ 'ਚ ਉੱਥੇ ਉਹ ਐਕਸਰਸਾਈਜ਼ ਉਹ ਵੀ ਕਰਨੀ ਹੈ, ਉਹ ਸਵੇਰੇ ਪੈਟਰੋਲ ਕਰਨਾ ਹੀ ਕਰਨਾ, ਰਾਤੀ ਜਿਹੜਾ ਚੱਕਰ ਮਾਰਨਾ ਹੀ ਮਾਰਨਾ। ਤਾਂ ਕਹਿਣ ਦਾ ਮਤਲਬ ਜਿੱਥੇ ਬੰਦਾ ਬਹਿ ਨਹੀਂ ਸਕਣਾ, ਤੁਸੀਂ ਡਿਊਟੀਆਂ 100% ਕਰਨੀਆਂ ਨੇ। ਬਿਲਕੁਲ, ਕਿਉਂਕਿ ਸਿਆਚਨ ਵਾਲੇ ਪਾਸਿਓਂ ਕਈ ਵਾਰ ਘਟਨਾਵਾਂ ਸਾਹਮਣੇ ਆ ਚੁੱਕੀਆਂ, ਉੱਥੇ ਬਰਫ਼ ਦੇ ਤੋਦੇ ਡਿੱਗ ਜਾਂਦੇ ਨੇ, ਤਾਂ ਕਈ ਵਾਰ ਜਵਾਨ ਸ਼ਹੀਦ ਹੋਏ ਨੇ। ਜਦੋਂ ਅਸੀਂ ਰਾਜਸਥਾਨ ਦੀ ਗੱਲ ਕਰਦੇ, ਮੈਨੂੰ ਲੱਗਦਾ ਕਿ ਬਾਰਡਰ ਹੀ ਬੜਾ ਲੰਬਾ ਤੇ ਹੈ ਵੀ ਪੂਰਾ ਰੇਗਿਸਤਾਨ ਉੱਥੇ, ਪੂਰਾ। ਮੈਂ ਕਹਿੰਦਾ 50 ਡਿਗਰੀ ਟੈਂਪਰੇਚਰ, ਟੈਂਟ ਦੇ ਉੱਤੇ ਥੋੜੀ ਗੱਲ ਚੱਲਦੀ ਹੈ ਨਾ। ਤਾਂ ਮੈਂ ਤਾਂ ਇੱਕ ਸਿੰਪਲ ਕਹਿੰਦਾ, ਤੁਸੀਂ ਬਹਿ ਕੇ ਵਿਖਾ ਦਿਓ ਯਾਰ। ਇੱਥੇ ਤੇ ਉੱਥੇ ਰਹਿ ਕੇ ਡਿਊਟੀਆਂ ਕਰਨੀਆਂ ਪੈਂਦੀਆਂ ਨੇ। ਪਿੱਠੂ 50 ਕਿਲੋ ਦਾ ਹੁੰਦਾ ਹੀ ਹੁੰਦਾ, ਭਾਵੇਂ ਇੱਧਰ ਹੋ ਤੇ ਭਾਵੇਂ ਇੱਧਰ ਹੋ। ਸਰ, ਮੈਨੂੰ ਇੱਕ ਬੜੀ ਅਹਿਮ ਚੀਜ਼ ਲੱਗਦੀ, ਕਹਿੰਦੇ ਕਿ ਜਿਹੜੀ ਪੋਲਿਟਿਕਸ ਆ ਉਹ ਇੱਕ ਦਾਇਰੇ ਦੇ ਵਿੱਚ ਰਹੇ ਤਾਂ ਚੰਗੀ ਗੱਲ ਹੈ, ਪਰ ਜਿਹੜੇ ਹਾਲਾਤ ਬਣਦੇ ਜਾ ਰਹੇ ਨੇ, ਕਹਿੰਦੇ ਕਿ ਪੋਲਿਟਿਕਸ ਸਾਰੀਆਂ ਚੀਜ਼ਾਂ ਦੇ ਉੱਪਰ ਇੱਕ ਸੁਪਰੀਮ ਪਾਵਰ ਬਣਦੀ ਜਾ ਰਹੀ ਹੈ, ਉਹ ਸਾਰੀਆਂ ਚੀਜ਼ਾਂ ਨੂੰ ਵਰਤ ਰਹੀ ਹੈ, ਤੇ ਇਹ ਬੜੀ ਖਤਰਨਾਕ ਮੈਨੂੰ ਲੱਗਦਾ ਕਿ ਸਥਿਤੀ ਬਣ ਜਾਂਦੀ ਜਾਂ ਖਤਰਨਾਕ ਰੁਝਾਨ ਹੈਗਾ। ਤੁਸੀਂ ਵੀ ਪਿਛਲੇ ਸਮੇਂ ਦੇ ਵਿੱਚ ਨੋਟਿਸ ਕੀਤਾ ਹੋਣਾ ਕਿ ਲੱਗਦਾ ਕਿ ਆਰਮੀ ਹੋ ਗਈ, ਫੌਜ ਜਾਂ ਫੌਜ ਦੇ ਤਿੰਨੇ ਜਿਹੜੇ ਪੜਾਅ ਹੈਗੇ ਨੇ, ਇਹਨਾਂ ਨੂੰ ਵੀ ਕਿਤੇ ਨਾ ਕਿਤੇ ਇਹਨਾਂ ਦੇ ਵਿੱਚ ਜਿਹੜੀਆਂ ਘਟਨਾਵਾਂ ਹੋ ਰਹੀਆਂ ਜਾਂ ਇਹਨਾਂ ਦੀ ਜਿਹੜੀ ਚੀਜ਼ ਆ ਉਹ ਵੀ ਪੋਲੀਟੀਸਾਈਜ਼ ਹੋ ਰਹੀ ਹੈ। ਇਹਦੇ ਵਿੱਚ ਵੀ ਕੋਈ ਸ਼ੱਕ ਨਹੀਂ ਇਹਦੇ 'ਚ। ਜਦੋਂ ਹੁਣ ਟੌਪ ਦੇ ਨੇ ਯਾਰ, ਸਿੱਧੀ ਵੇਖੋ, ਉਹ ਵਨ ਰੈਂਕ ਵਨ ਪੈਨਸ਼ਨ ਚੱਲਦੀ ਸੀ। ਇਹਦੇ ਰੈਪਰੈਜ਼ੈਂਟੇਟਿਵ ਕੌਣ ਨੇ? ਸੀਨੀਅਰਸ। ਕਿੰਨੇ ਸਾਲਾਂ ਤੋਂ ਸੁਣ ਗਿਆ। ਅਰੇ ਜਿਹੜਾ ਬੰਦਾ ਫੌਜ 'ਚ ਮੁਕਾਬਲਾ ਕਰਦਾ ਨਹੀਂ ਡਰਦਾ, ਉਹ ਪੋਲੀਟੀਸ਼ੀਅਨ ਦੇ ਗੱਲਾਂ ਕਰਦੇ ਡਰ ਜਾਂਦਾ। ਕਿਉਂ ਨਾ? ਇੰਨੇ ਸਾਲ ਅਜੇ ਵੀ ਉੱਥੇ ਜਾਓ ਨਾ, ਆਪਣਾ ਜੰਤਰ ਮੰਤਰ, ਫੌਜੀ ਅਜੇ ਵੀ ਬੈਠੇ ਨੇ, ਤੇ ਇਹ ਕਦੇ ਪੋਲੀਟੀਸ਼ੀਅਨ ਦੀ ਹੈਗੀ ਕਰ ਕਰਾ ਕੇ। ਸੋ ਦਿਸ ਇਜ਼ ਵੈਰੀ ਬੈਡ ਹੈ ਕਰ। ਕਿਉਂਕਿ ਮੈਨੂੰ ਇਹ ਸਾਰੀ ਚੀਜ਼ ਮੈਂ ਤਾਂ ਸਮਝਣ ਦੀ ਕੋਸ਼ਿਸ਼ ਤੁਹਾਡੇ ਜ਼ਿਹਨ ਤੋਂ ਕਰਨ ਦੀ ਕੋਸ਼ਿਸ਼ ਕਰ ਰਿਹਾ, ਕਿਉਂਕਿ ਜਦੋਂ ਪੁਲਵਾਮਾ ਦਾ ਅਟੈਕ ਹੁੰਦਾ ਤਾਂ ਵੱਡੇ ਪੱਧਰ ਤੇ ਸਵਾਲ ਉੱਠਦੇ ਨੇ ਕਿ ਉਹਦੇ ਪਿੱਛੇ ਰਾਜਨੀਤਿਕ ਕਾਰਨ ਸੀ, ਤੇ ਉਸ ਤੋਂ ਬਾਅਦ ਜਿਹੜੀ 에ਅਰ ਸਟ੍ਰਾਈਕ ਹੁੰਦੀ ਹੈ, ਕਹਿੰਦੇ ਉਹਦੇ ਵਿੱਚ ਵੀ ਬਹੁਤ ਸਾਰੇ ਰਾਜਨੀਤਿਕ ਕਾਰਨ ਸੀ, ਤੇ ਉਸ ਤੋਂ ਬਾਅਦ ਸਰਕਾਰ ਇੱਕ ਵੱਡੀ ਬਹੁਮਤ ਹਾਸਲ ਕਰਨ ਦੇ ਵਿੱਚ ਕਾਮਯਾਬ ਰਹਿੰਦੀ ਹੈ। ਕੋਈ ਹੁਣ ਦੇਖੋ, ਮੇਰੇ ਕਹਿਣ ਦੀ ਲੋੜ ਨਹੀਂ, ਮੈਂ ਤਾਂ ਕਹਿ ਰਿਹਾ ਹਾਂ, ਪਰ ਹੋ ਸਕਦਾ ਤੁਸੀਂ ਕਹੋ ਜੇ ਡੋਂਟ ਵੈਲਿਊ ਮਾਈ ਵਰਡ। ਯਾਰ ਹੁਣ ਆਪਣੇ ਜੰਮੂ ਕਸ਼ਮੀਰ ਦੇ ਰਾਜਪਾਲ ਸਤਪਾਲ ਮਲਿਕ, ਉਹ ਆਪਣੇ ਨਾਂ ਦੇ ਸਤਪਾਲ ਨੇ, ਉਹਨਾਂ ਦੀ ਪਰਸਨੈਲਿਟੀ ਤੋਂ ਪਤਾ ਲੱਗਾ ਸੱਚ ਬੋਲਣ ਦੇ ਨੇ। ਉਹਨਾਂ ਠੋਕ ਕੇ ਕਲੀਅਰਲੀ ਕਹਿਤਾ ਕਿ ਸਾਡੀ ਮੂਰਖਤਾ ਸੀ। ਸਾਡੀ ਮੂਰਖਤਾ ਮਤਲਬ ਹੀ ਟੇਕਿੰਗ ਦਾ ਬਲੇਮ, ਪਰ ਮੂਰਖਤਾ ਤਾਂ ਉਦੋਂ ਹੀ ਸੀ ਕਿ ਤੁਸੀਂ 2500 ਦੀ ਫੌਜ ਲੈ ਕੇ ਜਾਓ, ਸੜਕਾਂ 'ਤੇ ਲੈ ਕੇ ਜਾਓ, ਕੋਈ ਡਿਫੈਂਸ ਨਹੀਂ, ਕੋਈ ਡਰੋਨ ਨਹੀਂ, ਕੋਈ ਹੈਲੀਕਾਪਟਰ ਨਹੀਂ। ਐਂਡ ਸਤਪਾਲ ਮਲਿਕ ਜੀ ਕਲੀਅਰ ਕਹਿੰਦੇ ਇਹ ਕਰਵਾਇਆ ਗਿਆ ਸੀ। ਆਈ ਟੋਟਲੀ ਐਗਰੀ ਵਿਦ ਹਿਮ। ਅਤੇ ਉਹਨਾਂ ਦਾ 10 ਦਿਨ ਤੋਂ 300 ਕਿਲੋ RDX 300 ਕਿਲੋ RDX ਲੈ ਕੇ, ਤੂੰ 3 ਕਿਲੋ ਲੈ ਕੇ ਨਹੀਂ ਫਿਰ ਸਕਦੇ। ਐਂਡ ਦੈਟ ਗਾਇ ਵਾਸ ਮੂਵਿੰਗ ਅਰਾਊਂਡ। ਸੋ ਸਤਪਾਲ ਜੀ ਕਲੀਅਰਲੀ ਕਹਿ ਰਹੇ ਨੇ ਇਹ ਕਰਵਾਇਆ ਗਿਆ ਸੀ। ਇਹ ਵੀ ਜ਼ਿਕਰ ਆਉਂਦਾ ਕਿ ਚਿੱਠੀਆਂ ਵੀ ਲਿਖੀਆਂ ਗਈਆਂ ਸੀ ਕਿ ਵੀ 에ਅਰ ਮਾਰਗ ਦੇ ਜ਼ਰੀਏ, ਹਵਾਈ ਰਾਹ ਦੇ ਜ਼ਰੀਏ ਇਹਨਾਂ ਨੇ ਰਿਕੁਐਸਟਡ, ਇਹ ਔਨ ਰਿਕਾਰਡ ਹੈ, ਕੋਈ ਕਰ ਨਹੀਂ ਸਕਦਾ। ਫਿਰ ਕੋਈ ਜਦੋਂ ਕਨਵੋਏ ਚੱਲਦਾ ਯਾਰ, ਜਦੋਂ ਫੌਜ ਵੀ ਚੱਲਦੀ ਹੈ ਨਾ, ਟੈਂਕ ਚੱਲਦੀ, ਜਦੋਂ ਆਪਣੀ ਚੱਲਦੀ ਹੈ, ਤੇ ਆਦੇ ਬਾਰੇ ਪੂਰੀ ਪ੍ਰਿਪਰੇਸ਼ਨ ਹੁੰਦੀ ਹੈ। ਨਥਿੰਗ ਐਟ ਆਲ ਕਰ ਗਿਆ। ਤਾਂ ਪੁਲਵਾਮਾ ਦੇ ਸਿੱਧਾ ਕਹਿ ਰਹੇ ਕਰਾਇਆ ਗਿਆ ਸੀ। ਹੁਣ ਆਪਾਂ ਇੱਕ ਸਟੈਪ ਆ ਜਾਂਦੇ ਹਾਂ ਬਾਲਾਕੋਟ। ਮੈਨੂੰ ਕਹਿਣ 'ਚ ਕੋਈ ਇਹਦੇ ਤੋਂ ਰਾਜ ਨਹੀਂ ਕਿ ਬਾਲਾਕੋਟ ਵਾਜ ਪਿਓਰ ਡਰਾਮਾ। ਇਹ ਹੁਣ ਕਹਿੰਦੇ ਨੇ ਜੀ ਸੈਨਾ ਪੇ ਇਹ ਥੋੜ੍ਹੀ ਜਿਹੀ ਗਲਤ ਕਰੋਗੇ ਅਸੀਂ ਚੁੱਪ ਰਹਾਂਗੇ। ਅਪ ਟੂ ਵਾਟ ਲਿਮਿਟ? ਕਦੇ ਵੀ ਤੁਸੀਂ ਕਹਿੰਦੇ ਜੇ ਤੁਸੀਂ ਕਿਸੇ ਦਾ ਲਿਹਾਜ਼ ਕਰੋਗੇ ਨਾ, ਤੇ ਫਿਰ ਤੁਸੀਂ ਯੂ ਕੈਨ ਨਾਟ ਬੀ ਓਨੈਸਟ, ਹੈ ਨਾ। ਲਿਹਾਜ਼ ਹੋ ਜੀ ਕਦੀ ਸੈਨਾ ਦਾ ਨਾਮ ਲੈਣਾ, ਫਿਰ ਕਿਉਂ ਨਹੀਂ ਲੈਣਾ, ਹੈ ਨਾ। ਅੱਛਾ ਦੇਖੋ, ਉੱਥੇ ਜਦੋਂ ਬਾਲਾਕੋਟ ਕੀਤਾ ਤੇ ਅਜੇ ਅਟੈਕ ਬਾਅਦ 'ਚ ਹੋਇਆ, ਤੇ ਪਹਿਲਾਂ ਸਾਡੇ ਡਿਫੈਂਸ ਮਿਨਿਸਟਰ ਮੇਰੇ ਖਿਆਲ ਸ਼ਾਹ ਸਾਹਿਬ होम मिनिस्टर डिफेंस जो भी मेरे का होम मिनिस्टर सी होता कि हमने जी उनके 300-400 मार दिए। कितने कोई गिनती नहीं, कोई सबूत नहीं, कख नहीं। अच्छा हम बंदा पुछता भी, अच्छा नहीं मैं होर सिंपल करा, एक जो मामूली तो मामूली बदमाश होना, जो चोरी डाका कितने करते हैं 4-5 मिल के, तो डाके के बाद इमीडिएटली वो डिस्पर्स हो जाते हैं। हकीकत है जिमें अखबार च आते रहते, जिमें लुधियाने लुटिया, 2 इधर चले गए, 3 उधर फैल जाते हैं, मतलब है ना। बदमाशा का काम करे भज जाओ। ये पुलवामा के बाद उत्थे 300 बंदा इकट्ठा बैठा, कभी हो सकता है? 300 ਉੱਥੇ ਬੈਠਾ। ਇਹ ਤਾਂ ਆਮ ਜੀ ਮੈਨੂੰ ਲੱਗਦਾ ਕਿ ਇਹ ਚੀਜ਼ ਹੈਗੀ, ਆਮ ਜਿਹਾ ਤਰੀਕਾ ਹੈਗਾ ਵੀ ਐਕਸ਼ਨ ਕੀਤਾ, ਉਸ ਤੋਂ ਬਾਅਦ ਸਿੰਪਲ ਵੱਖ-ਵੱਖ ਥਾਵਾਂ ਤੇ ਚਲੇ ਜਾਓ। ਛੋਟਾ ਕ੍ਰਿਮੀਨਲ ਜਦੋਂ ਸਮਾਗ ਨਹੀਂ ਮਿਲੇ, ਇੰਨੀ ਅਕਲ ਹੈਗੀ ਕਿ ਭੱਜ ਜਾਓ ਯਾਰ। ਤੇ ਤੁਸੀਂ ਕਹਿ ਰਹੇ ਹੋ ਜੀ ਅਸੀਂ 300-400 ਮਾਰ ਦਿੱਤਾ। ਹੁਣ ਮੈਂ ਜਵਾਬ ਦੇਣਾ 300-400 ਕਿਉਂ ਮਾਰ ਦਿਆ? ਇਹ ਫਿਗਰ ਇਹਨਾਂ ਨੇ 600 ਨਹੀਂ ਕਿਹਾ, ਇਹਨਾਂ ਨੇ 200 ਨਹੀਂ ਕਿਹਾ। ਵਾਈ 300 and 400? ਕਿਉਂਕਿ ਇਲੈਕਸ਼ਨ ਤੋਂ ਪਹਿਲਾਂ ਆਪਣਾ ਪੁਲਵਾਮਾ ਜੋ ਹੋਇਆ, ਤੇ ਇਲੈਕਸ਼ਨ ਤੋਂ ਪਹਿਲਾਂ ਆਪਣੇ ਇਹੀ ਸ਼ਾਹ ਸਾਹਿਬ ਤੇ ਮੋਦੀ ਸਾਹਿਬ ਜਿੰਨੇ ਵੀ ਪੁਰਾਣੇ ਆਪਣੇ ਬਣੇ ਨੇ, ਇਹ ਸਾਰਿਆਂ ਦਾ ਡਾਇਲੌਗ ਸੀ ਜੀ ਹਮ ਇੱਕ ਸਰ ਕੇ ਬਦਲੇ 10 ਸਰ ਲੈ ਕੇ ਆएंगे। ਠੀਕ ਹੈ। ਸਾਡੇ ਫੌਜੀ 42 ਜਦ ਚਿਥੜੇ ਉੱਡ ਗਏ ਸੀ।
ਹੈ ਨਾ। ਤੇ ਇਹਨਾਂ ਨੂੰ ਜਸਟੀਫਾਈ ਕਰਨ ਲਈ ਸਾਡੇ 42 ਗਏ ਨੇ ਤੇ ਚਲੋ ਜੀ 10 ਗੁਣਾ ਕਰਕੇ ਬੋਲ ਦਿਓ, ਸਬੂਤ ਦੱਸੋ ਨਾ ਯਾਰ। ਸਾਡੇ ਤੇ ਜਿਸ ਵਿਚਾਰਾਂ ਚਿੱਥੜੇ ਉੱਡੇ ਪਏ ਸੀ ਤੇ ਅੱਜ ਇਹ ਕਹੋ ਜੀ ਤੁਸੀਂ ਫੌਜ ਦੇ ਉੱਤੇ ਕਰ ਦਿਓ। ਫੌਜ ਦੇ ਉੱਤੇ ਬਿਲਕੁਲ ਨਹੀਂ, ਤੁਹਾਡੀ ਪੋਲੀਟੀਕਲ ਮਾਈਂਡ ਦੇ ਉੱਤੇ ਗੱਲਾਂ ਕਰ ਰਹੀਆਂ ਸੀ ਇਹ ਤਾਂ ਮੂਰ ਆਪਣਾ ਹੁਣ ਮੂਰਖ ਨਹੀਂ ਬਣਦੀ। ਦੂਜਾ ਇੱਕ ਮੈਂ ਹੋਰ ਗੱਲ ਕਰਾਂ, ਮਤਲਬ ਫਿਰ ਗੱਲਾਂ 'ਚੋਂ ਗੱਲ ਨਿਕਲਦੀ ਹੈ। ਹੁਣ ਜਿਵੇਂ ਆਪਣਾ ਬੈਕ ਟੂ ਮਨੀਪੁਰ, ਉਹ ਜਿਹੜਾ ਸਿਪਾਹੀ ਦੀ ਵਾਈਫ ਨੂੰ, ਫੌਜੀ ਦੀ ਵਾਈਫ ਨੂੰ ਨਿਰਵਸਤਰ ਕਰਕੇ ਰੇਪ ਕਰਕੇ ਮਾਰ ਦਿੱਤਾ, ਤੁਹਾਨੂੰ ਮਤਲਬ ਲੱਗਦਾ ਕਿ ਫੌਜ ਦੇ ਵਿੱਚ ਮੈਸੇਜ ਨਹੀਂ ਗਿਆ? ਸਾਡੀ ਸਾਰੀ ਫੌਜ ਮਤਲਬ ਮਿਲਾ ਕੇ ਜੇ ਆਪਾਂ ਅਸੀਂ ਘਰ-ਬਾਰ ਛੱਡ ਕੇ ਹਰ ਬੰਦੇ ਨੂੰ ਪਤਾ ਹੈ, ਐਸ ਵੇਲੇ ਆਲ ਇੰਡੀਆ ਸਭ ਨੂੰ ਪਤਾ ਹੈ, ਫੌਜੀ ਹਰ ਇੱਕ ਨੂੰ ਪਤਾ ਹੈ ਕਿ ਇੱਕ ਸਾਡੇ ਫੌਜੀ ਦੀ ਵਾਈਫ ਨੂੰ ਜਿਹੜਾ ਸਾਡੀ ਜਾਨ ਲੈਂਦਾ ਸੀ ਉਹਦੇ ਨਾਲ ਇਹ ਹੋਇਆ। ਇਹ ਕੀ ਇਫੈਕਟ ਕਰੇਗਾ ਉੱਤੇ ਫੌਜ ਦੇ ਉੱਤੇ? ਇਹ ਉਹਨਾਂ ਦੇ ਆਮ ਜ਼ਿਹਨ 'ਚ ਇਹੀ ਹੁੰਦਾ ਕਿ ਅਸੀਂ ਦੇਸ਼ ਦੀ ਸੁਰੱਖਿਆ ਲਈ ਸਾਡਾ ਪਰਿਵਾਰ ਵੀ ਸੁਰੱਖਿਅਤ ਹੋਊਗਾ ਪਿੱਛੋਂ। ਤੇ ਤੁਸੀਂ ਇੱਧਰ ਲਾ ਰਹੇ ਹੋ ਪਿੱਛੇ, ਤੇ ਇਹ ਮੈਸੇਜ ਨਹੀਂ ਕਿਹਾ ਹੈਗਾ। ਤੇ ਜੇ ਮੈਸੇਜ ਗਿਆ ਹੈ ਤੇ ਉਹ ਬੰਦੇ ਦੇ ਹੌਸਲੇ ਤੇ ਕੀ ਹੋਏਗਾ? ਕਹਿੰਦਾ ਸਹੀ ਜਗ੍ਹਾ ਲੱਗੇ, ਜੰਗ ਹੌਸਲਾ ਨਾਲ ਜਿੱਤੀ ਜਾਂਦੀ ਹੈ। ਹੌਸਲਾ, ਤੁਸੀਂ ਤਾਂ ਹੌਸਲਾ ਤੋੜਨ ਰਹੇ ਹੋ। ਕਿਉਂ? ਦੋਨਾਂ ਸੈਨਾ ਦੇ ਕੋਲ ਸ਼ਸਤਰ ਉਹੀ ਹੁੰਦੇ ਨੇ, ਹੈ ਨਾ। ਮਤਲਬ ਜਿਵੇਂ ਮੇਰੇ ਕੋਲ BMW, ਉਹਦੇ ਕੋਲ Audi ਹੈ, ਉਸ ਕਹਿੰਦਾ ਸ਼ਸਤਰ ਉਹੀ ਨਹੀਂ। ਮੇਰੇ ਕੋਲ 47 ਹੈ, ਉਹਦੇ ਕੋਲ ਛੋਟੀਆਂ, ਕੁਆਲਿਟੀ ਸਭ ਸੇਮ ਹੁੰਦੀ ਹੈ। ਗੱਲ ਆ ਜਾਂਦੀ ਕਿ ਉਹਨੂੰ ਚਲਾਉਣ ਵਾਲਾ ਕੌਣ ਹੈ। ਤੇ ਸਾਡੀ ਫੌਜ ਇਸ ਵੇਲੇ ਨੰਬਰ 1 ਦੁਨੀਆ ਦੇ ਵਿੱਚ ਹੈ ਤੇ ਜਿਗਰੇ ਕਰਕੇ ਵੇ, ਤੇ ਤੁਸੀਂ ਉਸ ਹੌਸਲੇ ਨੂੰ ਮਾਰਨ ਰਹੇ ਹੋ। ਕਿੱਡੇ ਮੂਰਖ ਹੋ, ਕਿੱਡੇ ਬੇਵਕੂਫ ਹੋ। ਪਿੱਛੇ ਅਗਨੀਵੀਰ ਵਾਲੀ ਘਟਨਾ ਜਿਹੜੀ ਹਾਂ ਉਹ ਫਿਰ ਨਿਕਲੀ। ਹੁਣ ਦੱਸੋ ਮਾਹੌਲ ਜਿਹੜਾ ਬਣਿਆ ਸੀ, ਆਜ਼ਾਦੀ ਦੀ ਗੱਲ ਕਰਨੇ ਆ। ਟ੍ਰੇਨ ਦੇ ਵਿੱਚ ਇੱਕ ਮੁੰਡਾ ਆਪਣਾ, ਚਲੋ ਨਾਂ ਤਾਂ ਨਹੀਂ ਯਾਦ ਰਹਿੰਦੇ, ਉਹਦਾ ਆਰਗੂਮੈਂਟ ਪਹਿਲਾਂ ਸ਼ੁਰੂ ਹੁੰਦਾ ਆਪਣੇ ਜੋ ਪੜ੍ਹਿਆ ਲਿਖਿਆ ਸਾਹਮਣੇ ਵੇ ਆਪਣੇ ਸੀਨੀਅਰ ਨਾਲ, ਇਹੀ ਪੋਲੀਟੀਕਲ ਆਪਣੇ ਬਈ ਜੋ ਵੀ ਹੈ ਪੋਲੀਟੀਕਲ ਹੋਇਆ ਮਸਲੇ ਤੇ ਬਿਲਕੁਲ। ਤੇ ਕਿਉਂਕਿ ਆਰਗੂਮੈਂਟ ਹੋਈ, ਇੱਕ ਸਿਪਾਹੀ ਆਪਣੇ ਐਸਏ ਨੂੰ ਸ਼ੂਟ ਕਰਦਾ ਪਹਿਲਾਂ, ਫਿਰ ਉੱਥੇ ਜਿੰਨੇ ਮੁਸਲਮਾਨ ਟੋਪੀ 'ਚ ਮਤਲਬ ਦੇਖਿਆ ਮਤਲਬ ਠਾ ਮਾਰ ਕੇ। ਐਂਡ ਇਦੋਂ ਭੈੜੀ ਗੱਲ ਤਾਂ ਕੋਈ ਨਹੀਂ, ਉਦੋਂ ਡਬਲ ਟ੍ਰਿਪਲ 10 ਗੁਣਾ ਭੈੜੀ ਗੱਲ ਇਹ ਵੇ ਕਿ ਉਸ ਬਾਰੇ ਕੋਈ ਗੱਲ ਹੀ ਨਹੀਂ ਹੋ ਰਹੀ ਹੁਣ। ਫਿਰ ਦੂਜੀ ਗੱਲ ਨੋਟ ਕਰਨਾ, ਗੱਲ ਛੋਟੀ ਹੈ ਪਰ ਮੈਸੇਜ ਬਹੁਤ ਵੱਡਾ ਹੈ। ਕਸ਼ਮੀਰ ਦੇ ਵਿੱਚ ਇੱਕ ਬੁਰਹਾਨ ਕੋਈ ਅੱਤਵਾਦੀ ਹੋਇਆ ਸੀ, ਯਾਦ ਮਤਲਬ ਕਹਿਣਾ ਨਹੀਂ ਚਾਹੀਦਾ, ਕੋਈ ਸੋਹਣਾ ਮੁੰਡਾ ਸੀ, ਉਹ ਪੋਸਟਰ ਬॉय ਬਣ ਗਿਆ। ਬਹੁਤ ਸਾਰੀਆਂ ਤਸਵੀਰਾਂ ਪੋਸਟਰ ਬॉय ਬਣ ਗਿਆ ਉਹਦੀ ਪਰਸਨੈਲਿਟੀ ਕਰਕੇ ਕਿ ਵੀ ਪੜ੍ਹਿਆ ਲਿਖਿਆ ਮੁੰਡਾ ਐਂਡ ਸੋਹਣਾ ਸੁਨੱਖਾ। ਥੀਸ ਥਿੰਗਸ ਮੈਟਰ। ਤੁਸੀਂ ਕਿਸੇ ਨੂੰ ਮਾਡਲ ਵੀ ਬਣਾਉਣਾ, ਚੰਗੇ ਤੋਂ ਚੰਗਾ ਪਲੇਅਰ ਹੋਏ ਤੇ ਤੁਸੀਂ ਉਰਾ ਦਿਓ। ਅੱਜ ਇਹਦੀ ਵੇਖੋ ਤੁਸੀਂ, ਇਹਦੀ ਫੋਟੋ ਕਿਹੋ ਜਿਹੀ ਲਾ ਰਹੇ ਨੇ, ਫੋਟੋ ਦੇਖੀ ਦੀ ਕਿਸੇ ਪਾਸੇ ਲੱਗਦਾ ਕ੍ਰਿਮੀਨਲ ਹੈ, ਐਨਕਾਂ ਸ਼ੈਨਕਾਂ ਲਾ ਕੇ। ਤੂੰ ਸਾਡੇ ਆਧਾਰ ਕਾਰਡ ਦੀ ਉਹਦੀ ਫੋਟੋ ਲਾਓ ਨਾ। ਇਸੇ ਤਰ੍ਹਾਂ ਕੋਈ ਮੁਸਲਮਾਨ ਤੋਂ ਕੋਈ ਕਿਤੇ ਘੱਟ ਵੱਧ ਹੋ ਜਾਏ, ਉਹਦੀ ਐਸੀ ਖੂੰਖਾਰ ਸ਼ਕਲ ਵਿਖਾਉਂਦੇ ਨੇ। ਟਰੂ, ਹਾਂ। ਤੇ ਤੁਸੀਂ ਇਹਨਾਂ ਨੂੰ ਹੀਰੋ ਬਣਾ ਲਿਆ। ਤੇ ਉਹਨੇ ਮਤਲਬ ਓਪਨ ਗੋਲੀ ਮਾਰ ਗਿਆ, ਉਹਦੇ ਬਾਰੇ ਕੋਈ ਗੱਲਬਾਤ ਹੀ ਨਹੀਂ ਹੋ ਰਹੀ। ਮਨੀਪੁਰ ਦੀ ਗੱਲਬਾਤ ਨਹੀਂ, ਮੈਂ ਆਪਣੇ ਮੇਵਾਤ ਦੀ ਗੱਲ ਕਰਨੀ, ਇਦੋਂ ਇਸ ਤੇ ਇਦੋਂ ਜ਼ਿਆਦਾ ਹੋਰ ਕੀ ਹੋਏਗਾ। ਸਰ ਵੈਸੇ ਜਿੱਦਾਂ ਦੇ ਹਾਲਾਤ ਨੇ, ਇੱਕ ਬੰਦਾ ਚੰਗੀ ਭਾਵਨਾ ਨਾਲ, ਜਿਵੇਂ ਤੁਸੀਂ ਜ਼ਿਕਰ ਕਰ ਰਹੇ ਹੋ, ਕਿ ਬੜਾ ਇਹ ਸੋਚ ਕੇ ਜਾਂਦਾ ਕਿ ਕਈਆਂ ਦੀ ਪੀੜ੍ਹੀ ਦਰ ਪੀੜ੍ਹੀ ਇਹ ਚੀਜ਼ਾਂ ਚੱਲਦੀਆਂ ਨੇ ਵੀ ਅਸੀਂ ਦੇਸ਼ ਦੀ ਸੁਰੱਖਿਆ ਕਰਨੀ ਆ, ਸੋ ਵਟ ਮੇ ਵੀ ਜੋ ਵੀ ਹੁੰਦਾ ਹੋਈ ਜਾਵੇ, ਕੋਈ ਨਹੀਂ। ਪੋਲੀਟਿਕਸ ਜਿਹੜੇ ਬੰਦੇ ਕਰਦੇ ਉਹਨਾਂ ਨੇ ਆਪਣਾ ਕੰਮ ਕਰਨਾ, ਪਰ ਸਾਡਾ ਕੰਮ ਹੈਗਾ ਦੇਸ਼ ਦੀ ਰੱਖਿਆ ਕਰਨਾ। ਸਾਡਾ ਪਰਿਵਾਰ ਪਹਿਲਾਂ ਤੋਂ ਕਰਦੇ ਆਉਂਦੇ ਆ, ਕਈਆਂ ਦੇ 5ਵੀਂ 6ਵੀਂ ਪੀੜ੍ਹੀ ਇਸੇ ਵਿੱਚ ਲੱਗੀ ਹੋਈ ਹੈ। ਤਾਂ ਲੱਗਦਾ ਕਿ ਇੱਦਾਂ ਦੀਆਂ ਚੀਜ਼ਾਂ ਵੱਡੇ ਪੱਧਰ ਤੇ ਅਸਰ ਕਰਦੀਆਂ, ਫਿਰ ਉਹ ਕਹਿੰਦਾ ਵੀ ਅਸੀਂ ਕਿਹਦੇ ਲਈ ਜਾ ਰਹੇ ਹਾਂ। ਇਹ ਅਸਰ ਨਾ, ਹਰ ਚੀਜ਼ ਦਾ ਅਸਰ ਹੌਲੀ ਹੌਲੀ ਹੁੰਦਾ ਹੈ ਨਾ। ਹੁਣ ਜਿਹੜਾ ਬਾਰਡਰ 'ਤੇ ਵੇ ਉਹ ਤਾਂ ਕਦੀ ਵਾਪਸ ਨਹੀਂ ਆਏਗਾ, ਉਹ ਟ੍ਰੇਨਿੰਗ ਹੋ ਚੁੱਕੀ, ਉਹਨੂੰ ਕਰੇਗਾ। ਪਰ ਇਹ ਅਸਰ ਪਏਗਾ। ਹੁਣ ਜਿਵੇਂ ਪਹਿਲੀ ਅਸਰ ਤਾਂ ਪਹਿਲਾਂ ਹੀ ਪਾ ਦਿੱਤਾ ਇਹਨਾਂ ਨੇ। ਫੌਜ ਇੱਕ ਕਰੀਅਰ ਹੁੰਦੀ ਸੀ, ਹੁਣ 4 ਸਾਲ ਦਾ ਕਰੀਅਰ ਰਹਿ ਗਿਆ, ਤੇ ਅਸਰ ਤਾਂ ਉੱਥੇ ਪਹਿਲਾਂ ਹੀ ਪੈ ਗਿਆ। ਤੇ ਇਹ ਤੇ ਪਹਿਲਾਂ ਕਿ ਇੱਕ ਨੌਜਵਾਨ ਹੁਣ ਵਿਦੇਸ਼ਾਂ ਵੱਲ ਜਾ ਰਹੇ ਹਨ। ਬਿਲਕੁਲ, ਤੁਸੀਂ ਇੱਧਰ ਗਿਣਤੀ ਦਾ ਫਰਕ ਪਊਗਾ ਉਸ ਹਿਸਾਬ ਨਾਲ 100% ਪਏਗਾ। ਫਰਕ ਫਿਰ ਸਲੋਲੀ ਦਿਸੇਗਾ ਨਾ। ਹੁਣ ਜਿਵੇਂ ਕਿਹਦਾ ਅਗਨੀਵੀਰ ਨੇ, ਇਹ ਟ੍ਰੇਨ ਹੋ ਕੇ ਆ ਗਏ, ਆਉਣੇ ਸ਼ੁਰੂ ਹੋ ਜਾਣਗੇ, ਤੇ ਜਦੋਂ ਫਿਰ ਘਰ ਬਹਿਣਗੇ ਪਰ ਟ੍ਰੇਨਿੰਗ ਕਰ ਰਹੇ ਆ ਕਰਕੇ ਬੜਾ ਜੀ ਡਾਇਲੌਗ ਮਾਰਤਾ ਜੀ ਇਹਨਾਂ ਨੂੰ ਇੰਨੇ 10-11 ਲੱਖ ਇਕੱਠਾ ਮਿਲ ਜਾਏਗਾ। 11 ਲੱਖ ਨਾਲ ਬੰਦਾ ਕੀ ਕਰ ਸਕਦਾ? ਸੁਣ, ਉਹ ਠੇਲਾ ਵੀ ਨਹੀਂ ਪਾ ਸਕਦਾ। ਤਾਂ ਕਹਿਣ ਦਾ ਮਤਲਬ ਤੁਸੀਂ ਉਹਨੂੰ ਇੰਨੇ ਕਰਨ ਦੇ ਬਾਅਦ ਇਹੋ ਜਿਹੇ ਕੰਮਾਂ 'ਚ ਲਾਓਗੇ। ਫਿਰ ਦੇਖੋ, ਜਦੋਂ ਤੁਹਾਡੇ ਕੋਲ ਕੋਈ ਚੀਜ਼ ਨਾ ਹੋਏ ਨਾ, ਇੰਨੀ ਤਕਲੀਫ ਨਹੀਂ ਹੁੰਦੀ, ਪਰ ਜਦੋਂ ਕੋਈ ਚੀਜ਼ ਹੋਏ ਚਲੀ ਜਾਏ ਉਹਦਾ ਜ਼ਿਆਦਾ ਹੁੰਦਾ। ਤਾਂ 11 ਲੱਖ ਨੂੰ ਕਰ ਦੇ ਕੋਈ ਸਕਦਾ ਨਹੀਂ। 11 ਲੱਖ ਖਤਮ ਨੂੰ ਟਾਈਮ ਵੀ ਕੱਖ ਨਹੀਂ ਲੱਗਣਾ। ਤੇ ਜਦੋਂ ਖਤਮ ਹੋ ਗਏ, ਉਹ ਕੀ ਕਰੇਗਾ? ਜਿਹਨੂੰ ਗੋਲੀ ਚਲਾਉਣੀ ਆ ਗਈ, ਜਿਹਨੂੰ ਸ਼ਸਤਰ ਚਲਾਉਣੇ ਆ ਗਏ, ਇਹ ਹੁਣ ਤੁਸੀਂ ਆਪੇ ਸੋਚੋ। ਸਰ ਮੈਨੂੰ ਲੱਗਦਾ ਕਿ ਬਹੁਤ ਸਾਰੀਆਂ ਚਿੰਤਾਵਾਂ ਨੇ, ਬਹੁਤ ਸਾਰੀਆਂ ਸਮੱਸਿਆਵਾਂ ਨੇ। ਦੇਸ਼ ਆਜ਼ਾਦ ਹੋਇਆ ਉਸ ਤੋਂ ਬਾਅਦ ਸਾਡੇ ਜ਼ਿਹਨ 'ਚ ਇਹ ਵੀ ਹੁੰਦਾ ਕਿ ਦੇਸ਼ ਤਰੱਕੀ ਕਰੇ। ਜਿਵੇਂ ਤੁਸੀਂ ਐਗਜ਼ਾਮਪਲ ਦੇ ਰਹੇ ਸੀ ਕਿ ਸਾਡੇ ਤੋਂ ਬਾਅਦ ਆਜ਼ਾਦ ਹੋਏ ਮੁਲਕ, ਇੱਧਰਲੀ ਗਲਫ ਕੰਟਰੀਜ਼ ਦੇ ਆਪਾਂ ਜ਼ਿਕਰ ਕਰ ਲਈਏ ਜਾਂ ਹੋਰ ਕੰਟਰੀਆਂ ਦਾ ਜ਼ਿਕਰ ਕਰ ਲਈਏ, ਉਹ ਸਾਡੇ ਤੋਂ ਕਈ ਗੁਣਾ ਅੱਗੇ ਚਲੇ ਗਏ। ਕਾਰਨ ਇਹ ਸੀਗਾ ਕਿ
ਉਹਨਾਂ ਨੇ ਤਰੱਕੀ ਵੱਲ ਧਿਆਨ ਦਿੱਤਾ, ਸਾਡੇ ਵਾਲੇ ਪਾਸੇ ਪੋਲਿਟਿਕਸ ਜ਼ਿਆਦਾ ਹੋਈ ਜਾਂ ਇੱਕ ਦੂਜੇ ਦੀਆਂ ਲੱਤਾਂ ਖਿੱਚਣ ਵਾਲਾ ਕੰਮ ਜ਼ਿਆਦਾ ਹੋਇਆ। ਜੇ ਉਹੀ ਕੰਮ ਤਰੱਕੀ ਵਾਲੇ ਪਾਸੇ ਹੁੰਦਾ ਸ਼ਾਇਦ ਅਸੀਂ ਵੀ ਬਹੁਤ ਸਾਰੇ ਮੁਲਕਾਂ ਤੋਂ ਅੱਗੇ ਹੁੰਦੇ। ਪਰ ਇਹਨਾਂ ਹਾਲਾਤਾਂ ਦੇ ਵਿੱਚ ਸਾਨੂੰ ਲੱਗਦਾ ਕਿ ਜਦੋਂ ਆਜ਼ਾਦੀ ਅਸੀਂ ਮੌਖਿਕ ਤੌਰ ਤੇ ਤਾਂ ਕਹਿੰਦੇ ਕਿ ਆਜ਼ਾਦੀ ਹੈਗੀ ਆ, ਪਰ ਅਸੀਂ ਮਾਣ ਨਹੀਂ ਰਹੇ, ਮਹਿਸੂਸ ਨਹੀਂ ਕਰ ਰਹੇ, ਕਿਉਂਕਿ ਜੇ ਕੋਈ ਬੰਦਾ ਬੋਲਦਾ ਤਾਂ ਉਹਨੂੰ ਰਾਜ ਸਭਾ ਤੋਂ ਸਸਪੈਂਡ ਕਰ ਦੇਣਾ, ਉਹਦੇ ਬੋਲਣ ਤੇ ਪਾਬੰਦੀ ਲਾ ਦੇਣੀ, ਉਹਨੂੰ NSA ਲਾ ਕੇ ਜੇਲ੍ਹ 'ਚ ਸੁੱਟ ਦੇਣਾ, ਜਾਂ ਉੱਤੇ ਕੋਈ ਨਾ ਕੋਈ ਦਬਾਅ ਬਣਿਆ ਹੀ ਰਹਿੰਦਾ ਹੈਗਾ, ਜਾਂ ਉੱਤੇ ED ਦਾ ਰੇਡ ਹੋ ਗਈ ਜਾਂ ਪਰਚਾ ਹੋ ਗਿਆ। ਕੁਛ ਇਹ ਚੀਜ਼ਾਂ ਚੱਲ ਰਹੀਆਂ ਨੇ ਸਾਡੇ ਮੈਨੂੰ ਲੱਗਦਾ ਸ਼ਰੇਆਮ ਨਜ਼ਰ ਵੀ ਆ ਰਹੀਆਂ, ਤੁਸੀਂ ਵੀ ਇਸ ਚੀਜ਼ ਨਾਲ ਹਮਾਇਤ ਕਰਦੇ ਹੈਗੇ ਹੋ। ਪਰ ਇਹਨਾਂ ਹਾਲਾਤਾਂ ਦੇ ਵਿੱਚੋਂ ਅਸੀਂ ਚੰਗੀ ਜੇ ਗੱਲ ਕਰੀਏ, ਬਚਣਾ ਕਿਵੇਂ ਹੈਗਾ ਕਿ ਇਹ ਆਜ਼ਾਦੀ ਸੱਚੀ ਬੰਦਾ ਮਹਿਸੂਸ ਕਰੇ, ਜੇ ਉਹਨੂੰ ਕੋਈ ਲੱਗਦੀ ਕਿ ਇਹ ਚੀਜ਼ ਗਲਤ ਹੋ ਰਹੀ, ਉਹਦੇ ਬਾਰੇ ਬੋਲੇ, ਬੇਝਿਜਕ ਬੋਲੇ, ਉਹਨੂੰ ਇਹ ਡਰ ਨਾ ਹੋਵੇ ਵੀ ਮੇਰੇ ਤੇ ਵੀ ਕੋਈ ਕਾਰਵਾਈ ਹੋ ਜੂਗੀ। ਇਹਨਾਂ ਹਾਲਾਤਾਂ ਨੂੰ ਅਸੀਂ ਕਿਸ ਤਰੀਕੇ ਨਾਲ ਸੰਭਵ ਬਣਾ ਸਕਦੇ ਤੁਹਾਡੇ ਹਿਸਾਬ ਨਾਲ? ਤਾਂ ਹੁਣ ਦੇਖੋ ਸਾਰੀਆਂ ਪ੍ਰੋਬਲਮ ਅੱਖਾਂ ਦੇ ਸਾਹਮਣੇ ਨੇ, ਕਿਸੇ ਨੂੰ ਕੋਈ ਸਮਝਾਉਣ ਦੀ ਲੋੜ ਨਹੀਂ। ਇਹ ਜਿੰਨੀਆਂ ਪ੍ਰੋਬਲਮਾਂ ਨੇ, ਦੇਖੋ ਜੇ ਕੁਦਰਤ ਕੋਈ ਪ੍ਰੋਬਲਮ ਲਿਆਏ ਜਿਹਨੂੰ ਕਹਿੰਦੇ ਨੋ ਪ੍ਰੋਬਲਮ, ਉਹ ਤਾਂ ਰੱਬ ਦੀ ਮਰਜ਼ੀ ਹੈ। ਹੁਣ ਸਾਡੀਆਂ ਜਿੰਨੀਆਂ ਪ੍ਰੋਬਲਮ ਨੇ ਸਾਰੀਆਂ ਮੈਨ ਮੇਡ ਨੇ, ਠੀਕ ਹੈ। ਤੇ ਉਹੀ ਕਹਿ ਰਹੇ ਕਿ ਜੇ ਬੰਦਾ ਪ੍ਰੋਬਲਮ ਲਿਆ ਸਕਦਾ ਤਾਂ ਕੋਈ ਬੰਦਾ ਨੂੰ ਸਹੀ ਵੀ ਕਰ ਸਕਦਾ। ਹੁਣ ਜਿੰਨੀਆਂ ਸਾਡੀਆਂ ਸਰਕਾਰਾਂ ਨੇ ਸੂਬੇ ਦੇ ਨਾਲ, ਇਹਨਾਂ ਦਾ ਇੱਕ ਤਰ੍ਹਾਂ ਦਾ ਬਣ ਗਿਆ ਕਿ ਬਈ ਹੁਣ ਅਸੀਂ ਪਾਵਰ 'ਚ ਆ ਗਏ ਹਾਂ। ਹੁਣ ਦੁਨੀਆ ਜਿਨ੍ਹਾਂ ਨੇ ਸਾਨੂੰ ਪਾਵਰ ਲਿਆ ਹੈ ਉਹਨਾਂ ਦੀ ਤੇ ਕਹੀਦਾ ਐਸੀ ਕੀਤਾ ਸੀ ਦਾ ਲੀਸਟ ਬਾਦਰ ਪੜਦੇ ਨੇ। ਹੁਣ ਉਹ ਉਹਨਾਂ ਨੂੰ ਰਾਹ 'ਤੇ ਕਿਵੇਂ ਲਿਆਉਣਾ? ਰਾਹ ਦਾ ਇੱਕੋ ਹੀ ਤਰੀਕਾ ਹੈ, ਪਹਿਲਾਂ ਆਜ਼ਾਦੀ ਦੇਖੋ, ਜੋ ਗੋਰਿਆਂ ਤੋਂ ਵੀ ਆਜ਼ਾਦੀ ਲਈ ਤੇ ਨਹਿਰੂ ਗਾਂਧੀ ਇਹਨਾਂ ਸਾਰਿਆਂ ਨੂੰ ਇਕੱਠਾ ਕੀਤਾ ਸੀ, ਲੋਕਾਂ ਨੂੰ ਸੜਕਾਂ 'ਤੇ ਆਉਂਦਾ ਸੀ ਤੇ ਭਾਵੇਂ ਲਾਠੀਆਂ ਖਾਣੀਆਂ ਪਈਆਂ ਸੀ। ਹੁਣ ਮੈਂ ਅੱਜ ਦੇ ਦੌਰ 'ਚ ਆ ਜਾਂਦਾ, ਹਰ ਵਾਰੀ ਮੈਂ ਗੱਲ ਤੇ ਹੀ ਕਰਨਾ, ਲੇਟੈਸਟ ਪੁਰਾਣੀਆਂ ਗੱਲਾਂ ਭੁੱਲ ਸਕਦਾ, ਪਰ ਜਿਹੜੀ ਕਹਿੰਦਾ ਪੜ੍ਹੀ ਗੱਲ ਤੁਸੀਂ ਭੁੱਲ ਸਕਦੇ ਹੋ, ਪਰ ਜਿਹੜੀ ਤੁਸੀਂ ਦੇਖੀ ਹੈ ਉਹ ਘੱਟ ਤਸਵੀਰਾਂ ਦਾ ਅਸਰ ਕਰਕੇ। ਹੁਣ ਸਾਹਮਣੇ ਆਪਣਾ 2 ਸਾਲ ਦੀ ਗੱਲ ਹੈ, ਆਪਣਾ ਕਿਸਾਨ ਅੰਦੋਲਨ, ਇਹੀ ਸਰਕਾਰ ਸੀ, ਸਾਡੇ 733 ਕਿਸਾਨਾਂ ਦੀ ਜਾਨ ਗਵਾਈ ਉਹਨਾਂ ਨੇ। ਔਰ ਦੇਖੋ ਐਸੇ ਮਤਲਬ ਬੇਦਰਦ ਲੋਕ ਨੇ, 733 ਦਾ ਫਿਗਰ ਹੈ, ਜਦੋਂ ਪਾਰਲੀਮੈਂਟ 'ਚ ਗੱਲ ਆਈ, ਮਤਲਬ 5 ਕਿਲੋਮੀਟਰ ਕਰੋ ਦੀ ਫਲਾਈਟ ਵੇਖੋ ਤਾਂ 5 ਮਿੰਟ ਦਾ ਹੈ, ਤੇ ਪਾਰਲੀਮੈਂਟ ਕਹਿੰਦੇ ਸਾਨੂੰ ਤਾਂ ਕੋਈ ਫਿਗਰ ਹੀ ਨਹੀਂ ਮਿਲੇ। तो इन्होंने तो जुल्म करना ही करना है, लैट दैट बी अश्योर्ड। इन्होंने दंगे करवाने ही करने, लैट दैट बी अश्योर्ड। हुण इन्होंने उसे रोकना साडा फर्ज है। रोक के असीं किवें सकदे हां? कट्ठे होके शांत रह के। तो ये तो पहला अपना कट्ठे होना, शांत रहना, तो जिथे मैटर है उत्थे कट्ठे होकर 100 200 1000 जिन्ने वड्डे तो वड्डे गैदर होगी, पहला तो अपना रोष विखाना भी तुसीं गलत कर रहे हो, बंदे बन जाओ। दूजा जिहड़ा सब तो वड्डी प्रॉब्लम आ रही, जिहड़े साडे यंगस्टर नहीं ये टुर पैंदे ने, बुलावा मैं फिर गरीबां दे। तो माँ प्यो का फर्ज बनता है बच्चों को घर, मैं कहना जो रस्सी नाल बन के बनना रखो कि जो 2 चपेड़ा लेने तुसीं ला लो। कारण जे घरों बाहर गए दंगे होने ने, फिर दंगिया तो बाद जिन्होंने तुहानूं दंगे च बुलाया वो तुहाडे सक्के नहीं जे, उसदे बाद पुलिस ने फड़ना है, तुहाडे गिट्टे भी पड़ने ने, तुहाडा सिर भी पड़ना, तुहाडे ते केस भी करना। यानी कि जिहड़े पॉलिटिक्स लई वरते जा रहे नौजवान वो अपने आप ਉਹਨਾਂ ਦੇ ਘਰ ਦੇ ਵੀ ਬਚਾ ਕਰਨ ਤੇ ਆਪ ਵੀ ਬਚਾ ਕਰਨ। ਐਂਡ ਸਿੱਧੇ ਇੱਕ ਵਾਰੀ ਬਾਹਰ ਗਿਆ ਮੁੰਡਾ, ਉਹਨੇ ਤੇ ਦੇਖੋ ਉਹਦਾ ਜਾਂ ਤਾਂ ਸਿਰ ਪੜੇਗਾ ਜਾਂ ਥਾਣੇ ਉਹਨੇ ਤੇ FIR ਹੋਣਾ। ਸਿਰ ਪੜ ਗਿਆ, ਤੁਹਾਡੇ ਕੋਲ ਪੈਸੇ ਨਹੀਂ ਉਹਦੀ ਇਲਾਜ ਦੇ, ਥਾਣੇ ਚਲਾ ਗਿਆ, ਕੱਲ ਨੂੰ ਕੇਸ ਹੋਣਾ, ਤੁਹਾਡੇ ਕੋਲ ਪੈਸੇ ਨਹੀਂ, ਕਰ ਨਹੀਂ ਸਕਦੇ ਜਿਹੜੇ ਹਾਲਾਤ ਬਣਾ ਦਿੱਤੇ। ਔਰ ਤੁਹਾਨੂੰ ਜਿਨ੍ਹਾਂ ਦੇ ਕਹਿਣ ਤੇ ਤੁਸੀਂ ਘਰੋਂ ਬਾਹਰ ਨਿਕਲੇ ਸੋ, ਦੰਗੇ ਸੰਗੇ ਕੀਤੇ, ਉਹ ਤੁਹਾਡੇ ਸੱਕੇ ਨਹੀਂ ਜੇ, ਉਹ ਤੇ ਅੱਖਾਂ ਦੇ ਸਾਹਮਣੇ, ਕੋਈ ਦੂਰ ਜਾਣ ਦੀ ਲੋੜ ਨਹੀਂ। ਤਾਂ ਉੱਥੇ ਸਾਡਾ ਫਰਜ਼ ਆ ਜਾਂਦਾ ਕਿ ਅਸੀਂ ਸ਼ਾਂਤੀ ਨਾਲ ਇਕੱਠੇ ਹੋਣਾ ਹੈ, ਜੋ ਗਲਤ ਹੋ ਰਿਹਾ ਹੈ ਜਿੱਥੇ ਮੈਟਰ ਕਰਦਾ ਉੱਥੇ ਇਕੱਠੇ ਜਾ ਕੇ ਆਪਾਂ ਦਬਾਅ ਪਾਉਣਾ ਹੈ। ਐਂਡ ਤੋਂ ਮਤਲਬ ਪਬਲਿਕ ਹੀ ਇਹਨਾਂ ਨੂੰ ਰੋਕ ਸਕਦੀ ਹੈ, ਇਹ ਰੁਕਣ ਵਾਲੇ ਨਹੀਂ ਨੇ। ਕੁੱਲ ਮਿਲਾ ਕੇ ਜਾਣੀ ਕਿ ਏਕੇ ਦੇ ਨਾਲ ਹੀ ਇਹ ਚੀਜ਼ਾਂ ਏਕੇ ਦੇ ਨਾਲ ਹੀ ਹੋਏਗੀ, ਐਂਡ ਏਕੇ ਦੇ ਨਾਲ, ਸ਼ਾਂਤੀ ਦੇ ਨਾਲ, ਆਈ ਰਿਪੀਟ ਸ਼ਾਂਤੀ ਨਾਲ। ਉਹ ਗੋਲੀ ਚਲਾਉਂਦੇ ਨੇ ਚਲਾਓ, ਡੰਡੇ ਮਾਰਦੇ ਨੇ ਮਾਰੋ। ਉਹ ਅੱਜ ਦੇ ਜ਼ਮਾਨੇ 'ਚ ਤੁਸੀਂ ਇਹ ਡੰਡੇ ਤੇ ਗੋਲੀਆਂ ਮਾਰ ਹੀ ਨਹੀਂ ਸਕਦੇ, ਕਿਉਂਕਿ ਦੁਨੀਆ ਹਥਿਆਰ ਦੇ ਨਾਲ ਮੁਕਾਬਲਾ ਨਹੀਂ ਹੋ ਸਕਦਾ। ਇਸ ਵੇਲੇ ਪਬਲਿਕ ਦਾ ਹਥਿਆਰ ਹੈ ਇਕੱਠੇ ਤੇ ਸ਼ਾਂਤੀ। जब तक कट्ठे ना, जो लड़न की करा फिर चलती नहीं सब लड़ाई मेरे, फिर इन्होंने 24 घंटे जो तुहानूं पता ही लगना कौन की कित्थे गया। तो वंस अगेन यूनाइटेड, शांत एंड इन्हां दे नाल तर्क नाल गल करनी। आपां मतलब ना की कर विचार नाल मारनी, जिवें किसानों दे विचार नाल ही मारिया सी ना, है ना, है ना। तो मतलब जो मीटिंग होती है इन्होंने को आंसर ही नहीं होंदा, इन्होंने पता ही नहीं सी होंदे ना। तो इन्होंने आपां विचार रिपीट जे करने, तो तलवार दे जमाने गए विचार नाल जंग लड़नी है 100%, क्योंकि इन्होंने को विचार है ही नहीं। और वो साबित हो गया, पार्लीमेंट चली है सब कि इसे किन्ना कोई सानूं सारिਆਂ ਨੂੰ पता है। तो एक मुक्क दी गल, मैं पर्सनल अपना ओपीनियन देना चाहना वा कि मतलब आई होप थ्रू यू मैसेज रीचेज टू द अपना PMO एंड ਜਿਹੜੇ पीपल हू मैटर, कि ਹੁਣ अपना की कहदा ਜਦੋਂ पार्लीमेंट ਦੇ ਆ ਕੇ
ਇਹ ਕਾਮੇਡੀ ਦੇ ਜ਼ਮਾਨੇ ਗਏ ਹਨਾ। ਤਾਂ ਮੈਨੂੰ ਤਾਂ ਇਹ ਲੱਗ ਰਿਹਾ ਸੀ ਕਿ ਜਿਵੇਂ ਆਪਣੇ ਪੀਐਮਓ ਸਾਹਿਬ ਵੀ ਸਟੈਂਡ ਅਪ ਕਾਮੇਡੀ ਕਰ ਰਹੇ ਨੇ, ਉਹ ਇਹਦੇ ਲਈ ਸਾਡੇ ਕੋਲ ਕਪਿਲ ਸ਼ਰਮਾ ਹੈਗਾ। ਅਰੇ ਲੋਕੀ ਮਰ ਰਹੇ ਨੇ ਤਾਂ ਤੁਸੀਂ ਉਹ ਟ੍ਰਾਈਂਗ ਟੂ ਕ੍ਰੈਕ ਜੋਕਸ, ਇਹ ਨਹੀਂ, ਇਨਸਾਨੀਅਤ ਵਾਪਸ ਲਿਆਓ ਤਾਂ ਹੀ ਗੱਲ ਬਣਨੀ ਹੈ। ਬਹੁਤ ਸ਼ੁਕਰੀਆ ਸਰ, ਤੁਸੀਂ ਸਮਾਂ ਦਿੱਤਾ। ਮੈਨੂੰ ਲੱਗਦਾ ਕਿ ਤੁਹਾਡੇ ਜ਼ਰੀਏ, ਤੁਹਾਡੇ ਤਜਰਬੇ ਦੇ ਜ਼ਰੀਏ ਜੇ ਅਸੀਂ ਅੱਜ ਇਹ ਚੀਜ਼ਾਂ ਸਮਝੇ ਆ ਤਾਂ ਮੈਨੂੰ ਲੱਗਦਾ ਕਿ ਅਸੀਂ ਇਹ ਜੇ ਗੱਲਾਂ ਕਰਦੇ ਸ਼ਾਇਦ ਲੋਕ ਨਾ ਸਮਝਦੇ ਉਸ ਤਰੀਕੇ ਨਾਲ, ਕਿਉਂਕਿ ਤੁਹਾਡਾ ਤਜਰਬਾ ਰਿਹਾ, ਤੁਸੀਂ ਕੇਸ ਭਾਵਨਾ ਨਾਲ ਮਹਿਰੀਨ ਜੁਆਇਨ ਕੀਤੀ, ਤਾਂ ਕਿਹੜੀਆਂ ਚੀਜ਼ਾਂ ਅੱਜ ਤੁਸੀਂ ਮਹਿਸੂਸ ਕਰ ਰਹੇ, ਤੁਸੀਂ ਬੜੇ ਬੇਬਾਕ ਢੰਗ ਨਾਲ ਦੱਸੀਆਂ। ਬਹੁਤ ਧੰਨਵਾਦ ਤੁਹਾਡਾ ਥੈਂਕ ਯੂ ਜੀ। ਸੋ ਇਹ ਸਨ ਕੈਪਟਨ GS ਘੁੰਮਣ, ਜਿਨ੍ਹਾਂ ਨਾਲ ਅਸੀਂ ਗੱਲਬਾਤ ਕਰਕੇ ਸਮਝਣ ਦੀ ਕੋਸ਼ਿਸ਼ ਕੀਤੀ ਹੈ, ਕਿਉਂਕਿ ਆਮ ਤੌਰ ਤੇ ਹੁੰਦਾ ਕਿ ਜਦੋਂ ਇੱਕ ਆਮ ਵਿਅਕਤੀ ਇਹ ਗੱਲ ਕਰੇ ਨਾ ਕਿ ਆਜ਼ਾਦੀ ਸ਼ਬਦਾਂ ਦੇ ਵਿੱਚ ਰਹਿ ਗਈ ਹੈ, ਉਹ ਚੰਗੀਆਂ ਨਹੀਂ ਲੱਗਦੀਆਂ ਚੀਜ਼ਾਂ। ਪਰ ਜਿਨ੍ਹਾਂ ਲੋਕਾਂ ਨੇ ਆਜ਼ਾਦੀ ਦੇ ਲਈ ਸਮਾਂ ਹੰਢਾਇਆ ਹੈਗਾ, ਲੰਮਾ ਸਮਾਂ ਮੈਰੀਨ ਫੌਜ ਦੇ ਵਿੱਚ ਕੰਮ, ਜਾਂ ਜਿਹੜੀਆਂ ਵੱਖ-ਵੱਖ ਜਿਹੜੇ ਪੜਾਅ ਹੈਗੇ ਫੌਜਾਂ ਦੇ, ਅਸੀਂ ਵੱਖ-ਵੱਖ, ਕਿਉਂਕਿ ਇੱਕ ਜ਼ਮੀਨ ਤੇ ਕੰਮ ਕਰਦੀ, ਇੱਕ ਹਵਾ 'ਚ ਕੰਮ ਕਰਦੀ, ਇੱਕ ਪਾਣੀ ਤੇ ਰਹਿ ਕੇ ਫੌਜ ਕੰਮ ਕਰਦੀ ਹੈ, ਤਾਂ ਉਹ ਕੇਸ ਐਕਸਪੀਰੀਅੰਸ ਦੇ ਨਾਲ, ਕਿਸ ਤਰੀਕੇ ਦੇ ਨਾਲ, ਕਿਸ ਭਾਵਨਾ ਦੇ ਨਾਲ ਉਸ ਚੀਜ਼ ਦੇ ਵਿੱਚ ਗਏ ਸੀ, ਤੇ ਉਸ ਤੋਂ ਬਾਅਦ ਜਿਹੜੀਆਂ ਚੀਜ਼ਾਂ ਹੁਣ ਹੋ ਰਹੀਆਂ ਨੇ ਉਹਨੂੰ ਕਿਸ ਤਰੀਕੇ ਨਾਲ ਸਮਝ ਰਹੇ ਨੇ। ਅੱਜ ਬੜੇ ਬੇਬਾਕ ਢੰਗ ਨਾਲ ਘੁੰਮਣ ਸਾਹਿਬ ਨੇ ਸਾਨੂੰ ਦੱਸਿਆ ਹੈਗਾ ਕਿ ਹਾਲਾਤ ਕੀ ਬਣ ਗਏ ਨੇ। ਆਜ਼ਾਦੀ ਸ਼ਬਦਾਂ ਤੱਕ ਸੀਮਤ ਹੈ ਸ਼ਾਇਦ, ਤੇ ਕਿਸ ਤਰੀਕੇ ਨਾਲ ਇਸ ਨੂੰ ਖਤਮ ਕਰਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ। ਇਹ ਬੜੀ ਹੈਰਾਨੀ ਕਰਨ ਵਾਲੀ ਗੱਲ ਹੈ, ਕਿਉਂਕਿ ਬੇਸ਼ੱਕ ਆਜ਼ਾਦੀ ਗੋਰਿਆਂ ਤੋਂ ਹੋ ਗਈ, ਪਰ ਅੱਗੇ ਜਿਹੜੀ ਆਜ਼ਾਦੀ ਅਸੀਂ ਮੰਨਣੀ ਸੀ, ਜਾਂ ਦੇਸ਼ ਢੰਗ ਦੇ ਨਾਲ ਦੇਸ਼ ਨੇ ਤਰੱਕੀ ਕਰਨੀ ਸੀ, ਕਿ ਉਹ ਹੋ ਰਹੀ ਹੈ ਉਸ ਤਰੀਕੇ ਨਾਲ ਜਿਹਦਾ ਸੁਪਨਾ ਕਦੇ ਸਾਡੇ ਸ਼ਹੀਦਾਂ ਨੇ ਲਿਆ ਸੀਗਾ। ਤਾਂ ਇਹਦੇ ਬਾਰੇ ਤੁਸੀਂ ਵੀ ਟਿੱਪਣੀ ਕਰੋ, ਤੁਹਾਡੇ ਮੁਤਾਬਕ ਤੁਹਾਨੂੰ ਕੀ ਲੱਗਦਾ ਹੈਗਾ ਕਿ ਉਹ ਚੀਜ਼ਾਂ ਅਸੀਂ ਮਾਣ ਰਹੇ ਹਾਂ ਜਾਂ ਸਿਰਫ ਸਾਡੇ ਲਈ ਉਹ ਸ਼ਬਦਾਂ ਤੱਕ ਸੀਮਤ ਰਹਿ ਗਈਆਂ। ਤੁਸੀਂ ਜ਼ਰੂਰ ਆਪਣੀ ਟਿੱਪਣੀ ਸਾਂਝੇ ਕਰੋ। ਤੁਹਾਡੇ ਤੋਂ ਅਗਲਾ ਨਹੀਂ ਹੈ। ਬਹੁਤ ਬਹੁਤ ਧੰਨਵਾਦ।